ਸਟਾਰਟ ਕਰ ਰਹੇ ਹਾਂ ਟਾਈਮ ਸਪੀਡ ਐਂਡ ਡਿਸਟੈਂਸ ਦੀ ਕਲਾਸ ਸੈਕਿੰਡ। ਤਾਂ ਜੋ ਇਹ ਕਲਾਸ ਹੋਊਗੀ ਇਸ ਦੇ ਵਿੱਚ ਕੀ ਆਪਾਂ ਨੂੰ ਗਿਵਨ ਹੋਊਗਾ ਜਦੋਂ ਡਿਸਟੈਂਸ ਸੇਮ ਹੋਊਗਾ ਹਰ ਕੁਐਸਚਨ ਦੇ ਵਿੱਚ, ਮਤਲਬ ਕਿ ਦੋ ਚੀਜ਼ਾਂ ਦਾ ਕੰਪੈਰੀਜ਼ਨ ਗਿਵਨ ਹੋਊਗਾ ਤੇ ਉਹਦੇ ਵਿੱਚ ਜਿਹੜਾ ਡਿਸਟੈਂਸ ਦੀ ਵੈਲਿਊ ਹੈ ਸੇਮ ਹੋਊਗੀ। ਮਤਲਬ ਕਿ ਆਪਾਂ ਨੂੰ ਲਿਖੀ ਨਹੀਂ ਹੋਊਗੀ, ਆਪਾਂ ਨੂੰ ਇਹ ਚੀਜ਼ ਕੁਐਸਚਨ ਦੀ ਫੋਰਮੇਸ਼ਨ ਤੋਂ ਸਮਝਣੀ ਪਊਗੀ। ਠੀਕ ਹੈ ਜੀ। ਤਾਂ ਜਦੋਂ ਡਿਸਟੈਂਸ ਸੇਮ ਹੋਊਗਾ ਤਾਂ ਕੀ ਅਪਰੋਚ ਹੋਊਗੀ ਕੁਐਸਚਨ ਦੇ ਵਿੱਚ ਉਹ ਦੇਖਾਂਗੇ ਆਪਾਂ। ਤਾਂ ਡਿਸਟੈਂਸ ਕੀ ਹੁੰਦਾ ਹੈ ਆਪਣੇ ਕੋਲ ਸਪੀਡ ਇਨਟੂ ਟਾਈਮ। ਤਾਂ ਹੁਣ ਜਦੋਂ ਡਿਸਟੈਂਸ ਹੀ ਸੇਮ ਹੈ ਆਪਣੇ ਕੋਲ, ਤਾਂ ਹੁਣ ਦੇਖੋ ਆਪਾਂ ਸਪੋਜ਼ ਕਰਦੇ ਹਾਂ ਕਿ ਇੱਕ ਪਰਸਨ ਨੇ 60 ਕਿਲੋਮੀਟਰ ਟਰੈਵਲ ਕਰਨਾ, ਦੋ ਪਰਸਨ ਨੇ ਏ ਤੇ ਵੀ, ਦੋਹਾਂ ਨੇ ਕਿੰਨਾ ਟਰੈਵਲ ਕਰਨਾ ਹੈ 60 ਕਿਲੋਮੀਟਰ। ਤਾਂ ਜੋ ਏ ਦੀ ਸਪੀਡ ਹੈ ਉਹ ਕਿੰਨੀ ਹੈਗੀ, ਏ ਦੀ ਸਪੀਡ ਹੈ 15 ਕਿਲੋਮੀਟਰ ਪਰ ਆਰ ਤੇ ਬੀ ਦੀ ਸਪੀਡ ਹੈ ਆਪਣੇ ਕੋਲ 20 ਕਿਲੋਮੀਟਰ ਪਰ ਆਰ। ਤਾਂ ਜੋ ਟਾਈਮ ਦੀ ਰੇਸ਼ੋ ਆਊਗੀ, ਜੇ ਏ 60 ਕਿਲੋਮੀਟਰ ਨੂੰ 15 ਦੀ ਸਪੀਡ ਨਾਲ ਟਰੈਵਲ ਕਰਦਾ ਤਾਂ ਟਾਈਮ ਕਿੰਨਾ ਹੋ ਜਾਂਦਾ 4 ਆਰ। ਤੇ ਜਦੋਂ 60 ਕਿਲੋਮੀਟਰ ਨੂੰ ਬੀ 20 ਦੀ ਸਪੀਡ ਨਾਲ ਟਰੈਵਲ ਕਰਦਾ ਟਾਈਮ ਕਿੰਨਾ ਹੋ ਜਾਂਦਾ 3 ਆਰ। ਤਾਂ ਹੁਣ ਦੇਖੋ ਆਪਾਂ ਉਰੇ ਕੀ ਚੀਜ਼ ਦੇਖਣੀ ਹੈ, ਉਰੇ ਆਪਾਂ ਦੇਖਣੀ ਹੈ ਉਰੇ ਐਕਚੁਅਲ 'ਚ ਕੀ ਹੋਊਗਾ। ਤਾਂ ਜਿਹੜੀ ਸਪੀਡ ਦੀ ਜੇ ਆਪਾਂ ਰੇਸ਼ੋ ਫਾਈਂਡ ਕਰਦੇ ਆ ਕਿੰਨੀ ਆ ਰਹੀ ਹੈ 15/20 ਆ ਰਹੀ ਹੈ। ਜੇ ਆਪਾਂ ਇਹਨੂੰ 5 ਤੇ ਕੈਂਸਲ ਕਰ ਦਾਂਗੇ ਕਿੰਨਾ ਆ ਜਾਊਗਾ 3/4 ਆ ਜਾਊਗਾ। ਤਾਂ ਸਪੀਡ ਦੀ ਰੇਸ਼ੋ ਕਿੰਨੀ ਆ ਗਈ ਏ ਐਂਡ ਬੀ ਦੀ, ਇਹ ਆ ਗਈ 3/4। ਨੈਕਸਟ ਹੁਣ ਜੇ ਆਪਾਂ ਟਾਈਮ ਦੀ ਰੇਸ਼ੋ ਦੇਖੀਏ ਤਾਂ ਟਾਈਮ ਆਫ ਏ ਰੇਸ਼ੋ ਟਾਈਮ ਆਫ ਬੀ, ਇਹ ਕਿੰਨਾ ਆਪਣੇ ਕੋਲ ਹੈਗਾ 4/3 ਹੈ। ਤਾਂ ਇਸਦੇ ਕੀ ਹੈ, ਇਸ ਦੀ ਰੇਸ਼ੋ ਉਲਟੀ ਹੈ। ਮਤਲਬ ਕਿ ਜੇ ਆਪਾਂ ਸਪੀਡ ਦੀ ਰੇਸ਼ੋ ਦਾ ਆਪਾਂ ਉਲਟਾ ਕਰ ਦਾਂਗੇ ਤਾਂ ਆਪਣੇ ਕੋਲ ਟਾਈਮ ਦੀ ਰੇਸ਼ੋ ਆ ਜਾਊਗੀ ਜਦੋਂ ਡਿਸਟੈਂਸ ਸੇਮ ਹੋਊਗਾ। ਮਤਲਬ ਪੂਰੇ ਆਪਾਂ ਜੋ ਮੇਨ ਚੀਜ਼ ਯਾਦ ਰੱਖਣੀ ਹੈ ਉਹ ਕੀ ਹੈ ਕਿ ਜਦੋਂ ਡਿਸਟੈਂਸ ਸੇਮ ਹੈ ਤਾਂ ਜੋ ਰੇਸ਼ੋ ਸਪੀਡ ਦੀ ਹੋਊਗੀ, ਸਪੀਡ ਦੀ ਜੋ ਰੇਸ਼ੋ ਹੋਊਗੀ ਜੇ ਆਪਾਂ ਉਸਦਾ ਉਲਟਾ ਕਰ ਦਾਂਗੇ ਤਾਂ ਆਪਣੇ ਕੋਲ ਕੀ ਆ ਜਾਊਗੀ ਟਾਈਮ ਦੀ ਜੋ ਰੇਸ਼ੋ ਹੋਊਗੀ ਉਹ ਆ ਜਾਊਗੀ। ਤਾਂ ਇਹ ਕਨਸੈਪਟ ਆ ਆਪਣੇ ਕੋਲ ਕਿ ਜਦੋਂ ਡਿਸਟੈਂਸ ਸੇਮ ਹੈ ਤਾਂ ਜੋ ਸਪੀਡ ਦੀ ਰੇਸ਼ੋ ਹੈ ਆਪਾਂ ਉਲਟਾ ਕਰਾਂਗੇ ਤਾਂ ਆਪਣੇ ਕੋਲ ਟਾਈਮ ਦੀ ਰੇਸ਼ੋ ਆ ਜਾਊ। ਤਾਂ ਹੁਣ ਆਪਾਂ ਨੇ ਇਹੀ ਕਨਸੈਪਟ ਦੇ ਬੇਸ ਦੇ ਸਾਰੇ ਕੁਐਸਚਨ ਆਪਣੇ ਹੋਣਗੇ ਜੋ ਇਸ ਕਲਾਸ ਦੇ ਵਿੱਚ ਹੋਣਗੇ। ਤਾਂ ਦੇਖੋ ਮੈਂ ਦੁਬਾਰਾ ਰਿਪੀਟ ਕਰ ਰਿਹਾ ਕਿ ਜੋ ਸਪੀਡ ਦੀ ਆਪਾਂ ਰੇਸ਼ੋ ਪਤਾ ਕਰਨੀ ਹੈ ਤਾਂ ਜਿਹੜੀ ਸਪੀਡ ਦੀ ਰੇਸ਼ੋ ਆਊਗੀ ਜੇ ਉਲਟਾ ਕਰਾਂਗੇ ਤਾਂ ਟਾਈਮ ਦੀ ਰੇਸ਼ੋ ਆਊਗੀ, ਨਾ ਕਿ ਟਾਈਮ ਆਊਗਾ। ਤਾਂ ਟਾਈਮ ਆਪਾਂ ਜੇ ਕੁਐਸਚਨ ਵਿੱਚ ਗਿਵਨ ਕੰਡੀਸ਼ਨਸ ਹੋਣਗੀਆਂ ਉਸ ਤੋਂ ਪਤਾ ਕਰ ਲਾਂਗੇ। ਠੀਕ ਹੈ, ਜਾਂ ਫਿਰ ਆਪਾਂ ਜੇ ਟਾਈਮ ਨੂੰ ਉਲਟਾ ਕਰ ਦਾਂਗੇ ਤਾਂ ਸਪੀਡ ਦੀ ਰੇਸ਼ੋ ਆਊਗੀ, ਤਾਂ ਜੋ ਕੁਐਸਚਨ 'ਚ ਗਿਵਨ ਕੰਡੀਸ਼ਨਸ ਹੋਣਗੀਆਂ ਉਸ ਤੋਂ ਆਪਾਂ ਸਪੀਡ ਪਤਾ ਕਰਾਂਗੇ। ਤਾਂ ਜੇ ਆਪਾਂ ਰੇਸ਼ੋ ਨੂੰ ਉਲਟਾ ਕਰਦੇ ਹਾਂ ਤਾਂ ਆਪਣੇ ਕੋਲ ਮਿਲਦੀ ਵੀ ਕੀ ਹੈ, ਰੇਸ਼ੋ ਮਿਲਦੀ ਹੈ। ਠੀਕ ਹੈ, ਜੇ ਆਪਾਂ ਸਪੀਡ ਦਾ ਉਲਟਾ ਕਰਾਂਗੇ ਤਾਂ ਟਾਈਮ ਨਹੀਂ, ਜੇ ਟਾਈਮ ਦਾ ਕਰਾਂਗੇ ਤਾਂ ਸਪੀਡ ਦੀ। ਇਸ ਚੀਜ਼ ਨੂੰ ਤੁਸੀਂ ਯਾਦ ਰੱਖਣਾ ਕੁਐਸਚਨ ਕਰਨ ਤੋਂ ਪਹਿਲਾਂ, ਕਿਉਂਕਿ ਇਸ ਕਨਸੈਪਟ ਦੇ ਬੇਸ ਤੇ ਹੀ ਸਾਰੇ ਕੁਐਸਚਨ ਨੇ। ਤਾਂ ਆਪਾਂ ਸਟਾਰਟ ਕਰਦੇ ਹਾਂ ਜੀ ਕੁਐਸਚਨ ਨੰਬਰ 11 ਤੋਂ, ਕਿਉਂਕਿ ਜੋ ਪਹਿਲੇ 10 ਕੁਐਸਚਨ ਨੇ ਉਹ ਕਲਾਸ 1 ਦੇ ਵਿੱਚ ਆਪਾਂ ਕਰ ਚੁੱਕੇ। ਤਾਂ ਕੁਐਸਚਨ ਨੰਬਰ 11 ਕੀ ਹੈ ਜੀ ਆਪਣੇ ਕੋਲ, walking 6/7 of his usual speed, a man is 24 minutes late. The usual time taken by him to cover that distance is। ਦੇਖੋ ਜੀ ਕੀ ਕਿਹਾ ਕੁਐਸਚਨ ਦੇ ਵਿੱਚ, ਕਹਿੰਦਾ ਜਦੋਂ ਇੱਕ ਪਰਸਨ ਜਦੋਂ ਵਾਕ ਕਰਦਾ ਉਹ ਆਪਦੀ ਸਪੀਡ ਦਾ 6/7 ਹੋ ਜਾਂਦਾ ਤਾਂ ਉਹ 24 ਮਿੰਟ ਲੇਟ ਹੋ ਜਾਂਦਾ। ਤਾਂ ਯੂਜੂਅਲ ਟਾਈਮ ਤਾਂ ਕਹਿੰਦਾ ਉਹਦਾ ਐਕਚੁਅਲ ਟਾਈਮ ਕਿੰਨਾ ਸੀਗਾ ਉਹੀ ਡਿਸਟੈਂਸ ਨੂੰ ਪਾਰ ਕਰਨ ਦੇ ਲਈ, ਮਤਲਬ ਕਿ ਸੇਮ ਡਿਸਟੈਂਸ ਨੂੰ ਪਾਰ ਕਰਨ ਦੇ ਲਈ ਉਹਦਾ ਆਪਾਂ ਟਾਈਮ ਪਤਾ ਕਰਨਾ। ਉਰੇ ਕੀ ਸੇਮ ਹੋ ਗਿਆ ਡਿਸਟੈਂਸ। ਤਾਂ ਦੇਖੋ ਉਰੇ ਆਪਾਂ ਸਪੀਡ ਦੀ ਲਿਖਾਂਗੇ ਆਪਾਂ ਰੇਸ਼ੋ, ਜਿਹੜਾ ਪਰਸਨ ਹੈ ਉਹ ਆਪਦੀ ਐਕਚੁਅਲ ਸਪੀਡ ਦਾ ਜੇ ਉਹਦੀ ਆਪਾਂ ਜਿਹੜੀ ਉਹਦੀ ਐਕਚੁਅਲ ਸਪੀਡ ਹੈ ਮਤਲਬ ਕਿ ਯੂਜੂਅਲ ਸਪੀਡ ਜੇ ਆਪਾਂ 7 ਮੰਨ ਲਈਏ ਤਾਂ ਬਾਅਦ 'ਚ ਉਹਨੇ ਆਪਦੀ ਸਪੀਡ ਦਾ ਕੀ ਕਰ ਲਿਆ 7 ਦਾ 6/7 ਕਰ ਲਿਆ ਤਾਂ ਉਹਦੀ ਸਪੀਡ ਕਿੰਨੀ ਹੋਗੀ 6 ਹੋ ਗਈ। ਮਤਲਬ ਕਿ ਜੇ ਉਹ ਆਪਦੀ ਸਪੀਡ 7 to 6 ਕਰਦਾ ਤਾਂ ਜੋ ਉਸਦੇ ਟਾਈਮ ਦੀ ਹੋਊਗੀ ਰੇਸ਼ੋ ਕਿੰਨੀ ਬਣ ਜਾਊਗੀ 6/7 ਬਣ ਜਾਊਗੀ। ਹੁਣ ਇੱਥੇ ਇੱਕ ਚੀਜ਼ ਨੂੰ ਧਿਆਨ ਨਾਲ ਸਮਝੋ, ਜੇ ਆਪਣੀ ਸਪੀਡ ਦਾ ਉਹ 7 ਤੋਂ 6 ਹੁੰਦਾ ਮਤਲਬ ਕਿ 7 ਤੋਂ 6 ਤੇ ਪਹੁੰਚਦਾ ਤਾਂ ਜੋ ਦੀ ਟਾਈਮ ਦੀ ਰੇਸ਼ੋ ਹੈ 6 ਤੋਂ 7 ਹੋ ਜਾਊਗੀ, ਕਿਉਂਕਿ ਇੱਥੇ ਆਪਾਂ ਉਹਦੀ ਸਪੀਡ ਸਪੋਜ਼ ਕੀਤੀ ਹੈ ਨਾ 7, ਐਕਚੁਅਲ ਸਪੀਡ ਤਾਂ ਉਹਦੀ ਹੈ ਹੀ ਨਹੀਂ 7। ਤਾਂ 7 ਸਪੋਜ਼ ਕੀਤੀ ਹੈ ਤਾਂ ਹੀ ਉਹਦੀ ਜਿਹੜੀ ਜਦੋਂ ਸਪੀਡ ਘਟ ਗਈ ਉਹਦੀ ਤਾਂ ਕਿੰਨੀ ਹੋਈ 6 ਹੋਈ ਹੈ। ਠੀਕ ਹੈ, ਮਤਲਬ ਕਿ ਆਪਾਂ ਸਪੀਡ ਨੂੰ ਆਪਾਂ ਰੇਸ਼ੋ ਦੀ ਫਾਰਮ 'ਚ ਲਿਖਿਆ ਹੈਗਾ, ਐਕਚੁਅਲ ਸਪੀਡ ਨਹੀਂ ਹੈਗੀ ਜੀ, ਧਿਆਨ ਰੱਖਿਓ ਸਪੋਜ਼ਡ ਹੈ। ਜੇ ਆਪਾਂ ਇਹਨੂੰ 7x ਤੇ 6x ਵੀ ਤਾਂ ਸਪੋਜ਼ ਕਰ ਸਕਦੇ ਹਾਂ ਨਾ ਆਪਾਂ,
ਮੰਨ ਲਓ ਉਹਦੀ ਪਹਿਲਾਂ ਸਪੀਡ 7x ਸੀ, ਹੁਣ ਕਿੰਨੀ ਹੋ ਗਈ 6x ਹੋ ਗਈ। ਤਾਂ ਜੇ ਆਪਾਂ ਟਾਈਮ ਦੀ ਰੇਸ਼ੋ ਪਤਾ ਕਰਾਂਗੇ ਕਿੰਨੀ ਹੋ ਜੂ 6/7 ਹੋ ਜੂਗੀ। ਤਾਂ ਹੁਣ ਉਹ 24 ਮਿੰਟ ਕੀ ਹੋ ਗਿਆ ਲੇਟ ਹੋ ਗਿਆ। ਮਤਲਬ ਕਿ ਜੇ ਆਪਾਂ ਉਰੇ ਚੈੱਕ ਕਰੀਏ ਜਿਹੜੀ ਰੇਸ਼ੋ ਆਉਂਦੀ ਹੈ, ਜੇ ਉਰੇ ਟਾਈਮ 6 ਲੱਗ ਰਿਹਾ ਤਾਂ ਉਹਨੂੰ 7 ਲੱਗ ਰਿਹਾ, ਮਤਲਬ ਕਿ ਇੱਕ ਮਿੰਟ ਲੇਟ ਹੋਇਆ। ਤਾਂ ਜੋ ਇੱਕ ਦੀ ਵੈਲਿਊ ਕਿੰਨੀ ਆ ਗਈ 24 ਮਿੰਟ। ਤਾਂ ਜੇ ਇੱਕ ਦੀ ਵੈਲਿਊ 24 ਹੈ ਤਾਂ ਆਪਾਂ ਕੀ ਪਤਾ ਕਰਨਾ, ਤਾਂ ਯੂਜੂਅਲ ਟਾਈਮ ਟੇਕਨ ਬਾਈ ਹਿਮ ਟੂ ਕਵਰ ਦੈਟ ਡਿਸਟੈਂਸ। ਤਾਂ ਆਪਾਂ ਨੇ ਜਿਹੜਾ ਐਕਚੁਅਲ ਟਾਈਮ ਹੈ ਉਹ ਪਤਾ ਕਰਨਾ ਕਿੰਨਾ ਹੋਊਗਾ। ਤਾਂ ਐਕਚੁਅਲ ਟਾਈਮ ਕਿੱਥੋਂ ਆਊਗਾ, ਜਿਹਦਾ ਐਕਚੁਅਲ ਟਾਈਮ ਕਿੰਨਾ ਸੀਗਾ 6 ਸੀਗਾ। ਤਾਂ 6 ਦੀ ਵੈਲਿਊ ਆਪਾਂ ਨੇ ਫਾਈਂਡ ਕਰਨੀ ਹੈ, 6 ਇੰਟੂ 24 144 ਮਿੰਟ। ਇਹ ਆਪਣਾ ਆਂਸਰ ਹੈ ਜੀ ਆਪਸ਼ਨ ਬੀ। ਨੈਕਸਟ ਦੇਖੋ ਜੀ ਕੁਐਸਚਨ ਨੰਬਰ 12। Walking 3/5 of its usual speed, a man is 20 minutes late. Find its usual time to cover that distance. देखो कितनी आसान चीज़ है। ਆਪਾਂ ਕੀ ਲਿਖਾਂਗੇ ਜੀ, ਪਹਿਲਾਂ ਉਹਦੀ ਸਪੀਡ 5 ਸੀ, ਹੁਣ ਸਪੀਡ ਕਿੰਨੀ ਹੋਗੀ 3 ਹੋਗੀ। ਟਾਈਮ ਦੀ ਰੇਸ਼ੋ ਕਿੰਨੀ ਆ ਜਾਊਗੀ, ਠੀਕ ਹੈ ਜੀ। ਤਾਂ 2 ਉਰੇ ਲੇਟ ਹੈ, ਤਾਂ 2 ਦੀ ਵੈਲਿਊ ਕਿੰਨੀ ਹੈ 20 ਹੈ। ਤਾਂ ਵੈਲਿਊ ਹੋ ਜੂਗੀ, ਇਸ ਦੀ ਵੈਲਿਊ ਹੋ ਜੂਗੀ 3 ਦੀ 30। ਤਾਂ 30 ਮਿੰਟ ਇਹਦਾ ਕੀ ਹੈ ਆਂਸਰ, ਠੀਕ ਹੈ ਜੀ। 30 ਮਿੰਟ ਕੀ ਹੈ ਇਹਦਾ ਆਂਸਰ ਆਪਸ਼ਨ ਏ। नेक्स्ट है जी क्वेश्चन नंबर 30। If a man decrease its speed by 1/3, then he will take 1 hour more to reach a certain distance. How much time will a man take to cover same distance with his usual speed? देखो जी की है, कहना एक मैन है, कहना अपनी स्पीड ਨੂੰ 1/3 ਕੀ ਕਰਦਾ ਡਿਕਰੀਜ਼ ਕਰ ਦਿੰਦਾ ਬਾਈ 1/3। ਜੇ ਪਹਿਲਾਂ ਉਹਦੀ ਸਪੀਡ 3 ਹੁੰਦੀ ਤਾਂ ਹੁਣ ਉਹਨੇ ਇੱਕ ਕੀ ਹੋਗੀ ਉਹਦੀ 3 ਦਾ 1/3 ਆਪਾਂ ਕਰ ਲਾਂਗੇ। ਤਾਂ ਉਹਦੀ ਸਪੀਡ ਇੱਕ ਘਟ ਗਈ, ਤਾਂ ਉਹਦੀ ਸਪੀਡ ਕਿੰਨੀ ਹੋ ਗਈ ਹੁਣ 2 ਹੋ ਗਈ। ਤਾਂ ਹੁਣ ਜੇ ਆਪਾਂ ਟਾਈਮ ਦੀ ਨਿਕਾਲ ਲਾਂਗੇ ਰੇਸ਼ੋ ਕਿੰਨੀ ਹੋ ਜੂਗੀ 2 ਤੋਂ ਰੇਸ਼ੋ ਕਿੰਨੀ ਹੋ ਜੂਗੀ, ਇਹ ਬਣ ਜੂਗੀ 3 ਬਣ ਜੂਗੀ। ਵਿਲ ਟੇਕ 1 ਆਰ ਮੋਰ, ਤਾਂ ਉਹਨੂੰ 1 ਘੰਟਾ ਵੱਧ ਲੈ ਰਿਹਾ, ਇੱਥੇ ਵੀ 1 ਘੰਟਾ ਆ ਰਿਹਾ ਵੱਧ, 2 ਤੋਂ ਟਾਈਮ ਕਿੰਨਾ ਹੋ ਗਿਆ 3 ਹੋ ਗਿਆ। ਤਾਂ ਮਤਲਬ ਕਿ 1 ਦੀ ਵੈਲਿਊ ਕਿੰਨੀ ਹੈ 1 ਆਰ, ਤਾਂ 2 ਦੀ ਵੈਲਿਊ ਕਿੰਨੀ ਹੋ ਜੂਗੀ 2 ਆਰ, 3 ਦੀ ਵੈਲਿਊ ਕਿੰਨੀ ਹੋ ਜੂਗੀ 3 ਆਰ। ਹਾਊ ਮਚ ਟਾਈਮ ਵਿਲ ਮੈਨ ਟੇਕ ਟੂ ਕਵਰ ਸੇਮ ਡਿਸਟੈਂਸ with his usual speed, ਤਾਂ ਉਹਦਾ ਟਾਈਮ ਕਿੰਨਾ ਆ ਜਾਊਗਾ 2 ਆਰ। 2 ਆਰ ਆਪਣਾ ਕੀ ਹੈ ਆਂਸਰ। ਨੈਕਸਟ ਹੈ ਜੀ ਕੁਐਸਚਨ ਨੰਬਰ 14। ਹਾਂਜੀ ਕੁਐਸਚਨ ਨੰਬਰ 14 ਇੰਪੋਰਟੈਂਟ ਹੈ। ਕੀ ਹੈ ਇਸ ਦੇ ਵਿੱਚ, excluding stoppages the speed of bus is 60 km per hour and including stoppage it is 45 km per hour. For how many minutes does the bus stops per hour? ਦੇਖੋ ਜੀ ਕੀ ਕਿਹਾ ਕੁਐਸਚਨ ਦੇ ਵਿੱਚ, ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹ। ਇਹਦੇ ਵਿੱਚ ਦਿੱਕਤ ਵੀ ਆਉਂਦੀ ਹੈ ਸਟੂਡੈਂਟਸ ਨੂੰ। ਦੇਖੋ ਜੀ ਕਿਵੇਂ, ਜੇ ਕਹਿੰਦਾ ਆਪਾਂ ਕਹਿੰਦਾ ਸਟੋਪੇਜ ਨੂੰ ਬਾਹਰ ਕੱਢ ਦਈਏ, ਮਤਲਬ ਕਿ ਇੱਕ ਬੱਸ ਹੈ ਮੰਨ ਲਓ ਉਹ A ਟੂ ਪਲੇਸ B ਤੇ ਪਹੁੰਚ ਗਈ, ਤਾਂ ਵਿੱਚ ਉਸਦੇ ਕੁਝ ਸਟੋਪੇਜ ਹੋਣਗੇ। ਜਿੰਨਾ ਟਾਈਮ ਉਹ ਸਟੋਪੇਜ ਤੇ ਰੁਕਦੀ ਹੈ, ਜੇ ਕਹਿੰਦਾ ਉਸਨੂੰ ਆਪਾਂ ਛੱਡ ਦਈਏ ਤਾਂ ਜਿਹੜੀ ਉਹਦੀ ਸਪੀਡ ਆਊਗੀ ਕਿੰਨੀ ਆਊਗੀ 60 km/h ਆਊਗੀ, 60 ਕਿਲੋਮੀਟਰ ਪਰ। ਜੇ ਆਪਾਂ ਸਟੋਪੇਜ ਦਾ ਟਾਈਮ ਆਪਾਂ ਮੰਨ ਕੇ ਚੱਲਦੇ ਹਾਂ, ਜੋ ਇਹਦਾ ਟਾਈਮ ਹੈ ਸਟੋਪੇਜ ਦਾ, ਤਾਂ ਉਹਦੀ ਸਪੀਡ ਕਿੰਨੀ ਆਉਂਦੀ ਹੈ 45 ਕਿਲੋਮੀਟਰ ਪਰ ਆਰ ਆਉਂਦੀ ਹੈ। ਫॉर ਹਾਊ ਮੈਨੀ ਮਿੰਟਸ ਡਸ ਦਾ ਬੱਸ ਸਟਾਪ ਪਰ ਆਰ, ਤਾਂ ਕਹਿੰਦਾ 1 ਘੰਟੇ ਦੇ ਵਿੱਚ ਬੱਸ ਕਿੰਨਾ ਟਾਈਮ ਸਟਾਪ ਕਰਦੀ ਹੈ, ਇਹ ਚੀਜ਼ ਪੁੱਛੀ। ਤਾਂ ਦੇਖੋ ਜੀ ਕਿਵੇਂ ਦੇਖਾਂਗੇ ਆਪਾਂ, ਮਤਲਬ ਕਿ 1 ਘੰਟੇ ਪਿੱਛੇ ਬੱਸ ਕਿੰਨਾ ਟਾਈਮ ਸਟਾਪ ਕਰਦੀ ਹੈ ਉਹ ਚੀਜ਼ ਪਤਾ ਕਰਨੀ ਹੈ ਆਪਾਂ ਨੇ। ਦੇਖੋ ਜੀ ਆਪਾਂ ਇਹਨੂੰ ਕਿਵੇਂ ਕਿਵੇਂ ਇਸ ਕੁਐਸਚਨ ਨੂੰ ਕਰ ਸਕਦੇ ਹਾਂ। ਦੇਖੋ ਇਹਦੇ 2 ਮੈਥਡ ਨੇ। ਹੁਣ ਦੇਖੋ ਮੰਨ ਲਓ ਬੱਸ 1 ਘੰਟਾ ਲਗਾਤਾਰ ਟਰੈਵਲ ਕੀਤੀ, ਠੀਕ ਹੈ ਜੀ, ਤਾਂ ਉਹਦੀ ਸਪੀਡ ਕਿੰਨੀ ਹੈ 60 ਕਿਲੋਮੀਟਰ ਪਰ ਆਰ ਆ ਗਈ। ਤਾਂ ਮੈਂ ਇਹਨੂੰ ਇੱਥੇ ਲਿਖ ਰਿਹਾ, ਦੇਖੋ ਜਦੋਂ ਆਪਾਂ ਉਹਦੇ ਸਟੋਪੇਜ ਦਾ ਟਾਈਮ ਸਪੋਜ਼ ਕੀਤਾ ਤਾਂ ਉਹ 45 ਕਿਲੋਮੀਟਰ ਕੀ ਕਰਦੀ ਹੈ ਉਹਦੀ ਸਪੀਡ ਬਣਦੀ ਹੈ। ਤਾਂ ਜਦੋਂ ਹੁਣ ਦੇਖੋ ਕੀ ਹੈ, ਫॉर ਹਾਊ ਮੈਨੀ ਮਿੰਟਸ ਡਸ ਦਾ ਬੱਸ ਸਟਾਪਸ ਪਰ ਆਰ, ਤਾਂ 1 ਘੰਟੇ ਦੇ ਵਿੱਚ ਕਿੰਨੇ ਮਿੰਟ ਬੱਸ ਸਟਾਪ ਕਰਦੀ ਹੈ। ਮਤਲਬ ਕਿ ਆਪਾਂ ਨੇ ਸਟੋਪੇਜ ਵਾਲਾ ਟਾਈਮ 1 ਘੰਟਾ ਲੈਣਾ ਹੈ, ਮਤਲਬ ਕਿ ਜਿਹਦੇ ਵਿੱਚ ਬੱਸ ਰੁਕ ਕੇ ਜਾਂਦੀ ਹੈ, ਜਿਹਦੇ ਵਿੱਚ ਬੱਸ ਸਟੋਪੇਜ ਨਾਲ ਜਾ ਰਹੀ ਹੈ, ਉਸਦਾ ਟਾਈਮ ਆਪਾਂ ਨੇ 1 ਘੰਟਾ ਲੈਣਾ ਹੈ। ਤਾਂ ਦੇਖੋ ਜਦੋਂ 1 ਘੰਟਾ ਬੱਸ ਸਟੋਪੇਜ ਨਾਲ ਜਾਊਗੀ ਤਾਂ ਉਹਦੀ ਐਵਰੇਜ ਸਪੀਡ ਕਿੰਨੀ ਆਉਂਦੀ ਹੈ 45 ਕਿਲੋਮੀਟਰ ਆ ਰਹੀ ਹੈ ਪਰ ਆਰ। ਤਾਂ ਇਟ ਮੀਨਸ 45 ਇੰਟੂ ਤੇ 1 ਘੰਟੇ 'ਚ ਪਹੁੰਚੀ ਹੈ, ਕਿਉਂਕਿ ਆਪਾਂ ਉਹਦਾ ਸਟੋਪੇਜ ਵਾਲਾ ਟਾਈਮ 1 ਆਰ ਲੈ ਰਹੇ ਹਾਂ। ਤਾਂ ਜੋ 1 ਘੰਟਾ ਖੜਦੀ ਹੈ ਤਾਂ ਮਤਲਬ ਕਿ 45 ਕਿਲੋਮੀਟਰ ਬੱਸ ਟਰੈਵਲ ਕਰੂਗੀ। ਤਾਂ ਹੁਣ ਜੇ ਬੱਸ ਨੇ 45 ਕਿਲੋਮੀਟਰ ਟਰੈਵਲ ਕਰਨਾ, ਉਹਦੀ ਸਪੀਡ ਕਿੰਨੀ ਹੋਵੇ
60 ਕਿਲੋਮੀਟਰ ਪਰ ਆਰ, ਕਿਉਂਕਿ ਜੇ ਆਪਾਂ ਉਹਦਾ ਸਟਾਪੇਜ ਦਾ ਟਾਈਮ ਬਾਹਰ ਕੱਢਦੇ ਹਾਂ ਉਹਦੀ ਸਪੀਡ ਕਿੰਨੀ ਹੈ 60 ਕਿਲੋਮੀਟਰ ਪਰ ਆਰ, ਤਾਂ ਕਿੰਨਾ ਆਪਣੇ ਕੋਲੇ ਆ ਜਾਊਗਾ। ਤਾਂ ਆਪਣੇ ਕੋਲੇ ਜੇ ਆਪਾਂ ਇਹਨੂੰ ਡਿਵਾਈਡ ਕਰ ਦਿਆਂਗੇ ਤਾਂ ਆਪਣੇ ਕੋਲ ਕਿੰਨੇ ਆਰਸ ਆਉਣਗੇ। ਇਹ ਆ ਜਾਊਗਾ ਜੀ, ਆਪਾਂ ਇਹਨੂੰ 15 ਨਾਲ ਡਿਵਾਈਡ ਕਰਾਂਗੇ 3/4 ਆਰ, ਇੰਟੂ ਕਰਾਂਗੇ ਆਪਾਂ 60 ਔਰ ਇਹ ਆ ਜਾਊਗਾ 50। ਤਾਂ 15 ਜਾਂ 45 ਮਿੰਟ ਦੇ ਵਿੱਚ ਬੱਸ ਪਹੁੰਚ ਜਾਂਦੀ ਹੈ, ਕਿਉਂਕਿ ਜੇ ਬੱਸ ਨੇ 45 ਕਿਲੋਮੀਟਰ ਟਰੈਵਲ ਕਰਨਾ ਹੈ, ਉਹਦੀ ਸਪੀਡ 60 ਹੈ, ਤਾਂ ਉਹ ਸਿਰਫ 45 ਮਿੰਟ ਲਊਗੀ। ਮਤਲਬ ਕਿ ਜਿਹੜੇ 15 ਮਿੰਟ ਐਕਸਟਰਾ ਸੀ ਉਹ ਕਿਹੜੇ ਹੋਣਗੇ, ਸਟਾਪੇਜ ਦੇ ਹੋਣਗੇ। ਤਾਂ 15 ਮਿੰਟ ਬੱਸ ਕੀ ਹੈ, ਸਟਾਪੇਜ ਲੈ ਰਹੀ ਹੈ, ਮਤਲਬ ਕਿ ਘੰਟੇ ਪਿੱਛੇ 15 ਮਿੰਟ ਸਟਾਪ ਹੁੰਦੇ ਸੀ। ਤਾਂ ਆਪਾਂ ਇਹਨੂੰ ਇਸ ਤਰੀਕੇ ਨਾਲ ਕਰ ਸਕਦੇ ਹਾਂ, ਜਾਂ ਫਿਰ ਆਪਾਂ ਇਹਨੂੰ ਕਰ ਸਕਦੇ ਹਾਂਗੇ ਕਿ ਜਦੋਂ ਡਿਸਟੈਂਸ ਤਾਂ ਸੇਮ ਹੀ ਹੈਗਾ, ਤਾਂ ਜਦੋਂ ਡਿਸਟੈਂਸ ਸੇਮ ਹੈ ਤਾਂ ਜੋ ਸਪੀਡ ਦੀ ਰੇਸ਼ੋ ਹੈ ਉਹ ਕਿੰਨੀ ਹੈ 60 ਕਿਲੋਮੀਟਰ ਪਰ ਆਰ, ਫਿਰ ਕਿੰਨੀ ਹੈ 45 ਕਿਲੋਮੀਟਰ ਪਰ ਆਰ। ਤਾਂ ਹੁਣ ਜੋ ਟਾਈਮ ਦੀ ਰੇਸ਼ੋ ਹੋਊਗੀ ਇੰਨੀ ਬਣ ਜੂਗੀ 45/60, ਮਤਲਬ ਕਿ 3/4। ਤਾਂ ਹੁਣ ਜੋ 60 ਕਿਲੋਮੀਟਰ ਸਪੀਡ ਹੈ ਉਹਦਾ ਟਾਈਮ ਵੀ ਘੱਟ ਹੋਊਗਾ, ਜਦੋਂ 45 ਉਦੋਂ ਟਾਈਮ ਕਿੰਨਾ ਲੈ ਰਹੀ ਹੈ 1 ਆਰ, ਕਿਉਂਕਿ ਇਨਕਲੂਡਿੰਗ ਸਟਾਪੇਜ। ਤਾਂ 4 ਦੀ ਵੈਲਿਊ 60, 1 ਦਾ ਉਰੇ ਗੈਪ ਹੈ ਕਿਉਂਕਿ 1 ਮਿੰਟ ਦਾ ਕੀ ਹੋਊਗਾ ਸਟਾਪੇਜ ਹੋਊਗਾ, ਤਾਂ 1 ਦੀ ਵੈਲਿਊ ਕਿੰਨੀ ਆ ਜਾਊਗੀ 50। ਤਾਂ ਬਸ 15 ਮਿੰਟ ਕੀ ਹੋ ਜੂਗੀ, ਰੁਕਦੀ ਹੈ। ਜਾਂ ਫਿਰ ਆਪਾਂ ਨਿਕਾਲ ਸਕਦੇ ਹਾਂ ਕਿ 3 ਦੀ ਵੈਲਿਊ 45 ਆ ਜਾਊਗੀ, ਜਦੋਂ ਸਪੀਡ 60 ਸੀ ਬਿਨਾਂ ਸਟਾਪੇਜ ਤੋਂ ਤਾਂ 45 ਮਿੰਟ 'ਚ ਪਹੁੰਚ ਗਈ ਹੈ। ਜੇ ਆਪਾਂ ਸਟਾਪੇਜ ਦਾ ਟਾਈਮ ਲਗਾ ਲਾਂਗੇ ਤਾਂ 60 ਮਿੰਟ 'ਚ ਪਹੁੰਚ ਗਏ, ਮਤਲਬ ਕਿ 15 ਮਿੰਟ ਦਾ ਗੈਪ ਹੋ ਗਿਆ। 15 ਮਿੰਟ ਕੀ ਹੈ ਆਪਣਾ ਆਂਸਰ। ਨੈਕਸਟ ਹੈ ਜੀ ਕੁਐਸਚਨ ਨੰਬਰ 50। A train travels a certain distance non-stop at an average speed of 90 km per hour, but with the stoppage, the speed of train becomes 72 km per hour. Then how many minutes it stop for an hour? ਦੇਖੋ ਜੀ ਕੀ ਕਿਹਾ ਕੁਐਸਚਨ ਦੇ ਵਿੱਚ, ਜਦੋਂ ਜਿਹੜੀ ਟ੍ਰੇਨ ਹੈ ਉਹ ਨਾਨ ਸਟਾਪ ਟਰੈਵਲ ਕਰਦੀ ਹੈ, ਮਤਲਬ ਕਿ ਸਟਾਪ ਨਹੀਂ ਕਰਦੀ ਕਿਸੇ ਵੀ ਸਟੇਸ਼ਨ ਤੇ, ਤਾਂ ਉਹਦੀ ਐਵਰੇਜ ਸਪੀਡ ਕਿੰਨੀ ਹੈਗੀ 90 ਕਿਲੋਮੀਟਰ ਪਰ ਆਰ। ਤਾਂ ਜਦੋਂ ਉਹ ਸਟਾਪੇਜ ਨਾਲ ਜਾਂਦੀ ਤਾਂ ਉਹਦੀ ਸਪੀਡ ਕਿੰਨੀ ਹੈ 72 ਕਿਲੋਮੀਟਰ ਪਰ ਆਰ। ਹੁਣ ਡਿਸਟੈਂਸ ਤਾਂ ਸੇਮ ਹੀ ਹੈਗਾ, ਤਾਂ ਜੇ ਆਪਾਂ ਉਹਦੇ ਟਾਈਮ ਦੀ ਰੇਸ਼ੋ ਆਪਾਂ ਕਰਦੇ ਹਾਂ ਕੈਲਕੂਲੇਟ, ਤਾਂ ਕਿੰਨੀ ਆ ਜੂਗੀ 72/90, ਮਤਲਬ ਕਿ 9 ਤੇ ਕੈਂਸਲ ਕਰਾਂਗੇ ਕਿੰਨਾ ਆ ਜਾਊਗਾ 9 8 72 10 90, ਤਾਂ 4/5 ਆ ਜਾਊ। ਇਸ ਰੇਸ਼ੋ ਕੀ ਆ ਗਈ, ਟਾਈਮ ਦੀ ਰੇਸ਼ੋ ਆ ਗਈ। ਤਾਂ ਕਹਿੰਦਾ ਕਿੰਨੇ ਮਿੰਟ ਬੱਸ ਸਟਾਪ ਕਰਦੇ 1 ਘੰਟੇ ਦੇ ਵਿੱਚ। ਤਾਂ ਦੇਖੋ ਜਿਹੜੇ ਇਹ ਸਪੀਡ ਸੀ ਇਹ ਬਿਨਾਂ ਸਟਾਪੇਜ ਤੋਂ ਸੀ, ਜਿਹੜੀ ਇਹ ਟਾਈਮ ਹੈ ਇਹ ਬਿਨਾਂ ਇਹ ਵਿਦ ਸਟਾਪੇਜ ਹੈ। ਤਾਂ ਆਪਾਂ ਸਟਾਪੇਜ ਵਾਲਾ ਟਾਈਮ ਲਵਾਂਗੇ ਕਿਉਂਕਿ ਬੱਸ ਸਟਾਪ ਕਰਦੀ ਹੈ ਨਾ, ਸੋਰੀ ਟ੍ਰੇਨ ਸਟਾਪ ਕਰ ਰਹੀ ਹੈ, ਤਾਂ ਉਹ 1 ਘੰਟੇ ਦੇ ਵਿੱਚ ਕਿੰਨੇ ਮਿੰਟ ਸਟਾਪ ਕੀਤੀ ਉਹ ਚੀਜ਼ ਪਤਾ ਕਰਾਂਗੇ ਆਪਾਂ। ਤਾਂ 5 ਦੀ ਵੈਲਿਊ 60, 4 ਦੀ ਵੈਲਿਊ 48, ਵੈਸੇ ਆਪਾਂ ਉਰੋਂ ਜੇ 1 ਦੀ ਵੈਲਿਊ ਨਿਕਾਲਣ ਤਾਂ ਵੀ ਆਂਸਰ ਕਿੰਨਾ ਆ ਜਾਊਗਾ 12 ਆ ਜਾਊਗਾ। ਤਾਂ ਨਾਨ ਸਟਾਪ ਚਾਹੁੰਦੀ ਹੈ, ਜੇ ਆਪਾਂ ਬਿਨਾਂ ਉਹਦਾ ਸਟਾਪੇਜ ਦਾ ਟਾਈਮ ਨਹੀਂ ਮੰਨਦੇ ਤਾਂ 48 ਹੈ, ਵੈਸੇ ਕਿੰਨਾ 60 ਹੈ, ਤਾਂ 12 ਮਿੰਟ ਟ੍ਰੇਨ ਕੀ ਹੈ ਸਟਾਪ ਕਰਦੀ ਹੈ 1 ਘੰਟੇ ਵਿੱਚ। ਤਾਂ ਸੀ ਆਂਸਰ ਆ ਆਪਣੇ ਕੋਲ। ਨੈਕਸਟ ਹੈ ਜੀ ਕੁਐਸਚਨ ਨੰਬਰ 16। ਹਾਂਜੀ ਦੇਖੋ ਕੁਐਸਚਨ ਨੰਬਰ 16, bus at a speed of 40 km per hour reaches its destination late by 10 minutes, while at speed of 50 km per hour reaches its destination before 5 minutes. Find the distance. ਦੇਖੋ ਜੀ ਕੁਐਸਚਨ ਕੀ ਹੈ, ਇੱਕ ਬੱਸ ਹੈ ਉਹ ਜਦੋਂ 40 ਕਿਲੋਮੀਟਰ ਪਰ ਆਰ ਦੀ ਸਪੀਡ ਨਾਲ ਜਾਂਦੀ ਹੈ ਤਾਂ ਉਹ ਆਪਣੀ ਡੈਸਟੀਨੇਸ਼ਨ ਤੇ 10 ਮਿੰਟ ਲੇਟ ਪਹੁੰਚਦੀ ਹੈ, ਤੇ ਜਦੋਂ ਉਹ 50 ਕਿਲੋਮੀਟਰ ਆਰ ਦੀ ਸਪੀਡ ਨਾਲ ਜਾਂਦੀ ਹੈ ਤਾਂ ਉਹ ਆਪਣੀ ਡੈਸਟੀਨੇਸ਼ਨ ਤੇ 5 ਮਿੰਟ ਅਰਲੀ ਪਹੁੰਚਦੀ ਹੈ। ਤਾਂ ਪਤਾ ਕਰਨਾ ਫਾਈਂਡ ਦਾ ਡਿਸਟੈਂਸ। ਬਹੁਤ ਆਸਾਨ ਕੁਐਸਚਨ ਹੈ ਜੀ, ਆਪਾਂ ਇਸ ਨੂੰ ਬਿਨਾਂ ਕੁਝ ਲਿਖੇ ਵੀ ਕਰ ਸਕਦੇ ਹਾਂ। ਦੇਖੋ ਜੀ ਕਿਵੇਂ ਹੋਊਗਾ, ਦੇਖੋ ਮੰਨ ਲਓ ਮੈਂ ਤੁਹਾਨੂੰ ਇੱਕ ਚੀਜ਼ ਪਹਿਲਾਂ ਮੈਂ ਐਗਜ਼ਾਮਪਲ ਦੱਸਦਾ। ਮੰਨ ਲਓ ਇੱਕ ਪਰਸਨ ਪਹਿਲਾਂ 8 ਵਜੇ ਸਕੂਲ ਪਹੁੰਚਦਾ ਸੀ, ਇੱਕ ਬੱਸ ਹੈ ਉਹ ਆਪਦੀ ਡੈਸਟੀਨੇਸ਼ਨ ਤੇ ਮੰਨ ਲਓ 8 ਵਜੇ ਪਹੁੰਚਦੀ ਸੀ, ਤਾਂ ਜਦੋਂ ਉਹਦੀ ਸਪੀਡ 40 ਹੈ ਤਾਂ ਉਹ ਲੇਟ ਹੁੰਦੀ ਹੈ 10 ਮਿੰਟ, ਮਤਲਬ ਕਿ 8:10 ਤੇ ਪਹੁੰਚੂਗੀ। ਤੇ ਜਦੋਂ ਉਹ 50 ਦੀ ਸਪੀਡ ਤੇ ਜਾਊਗੀ ਤਾਂ ਉਹ ਡੈਸਟੀਨੇਸ਼ਨ ਦੇ 5 ਮਿੰਟ ਪਹਿਲਾਂ ਪਹੁੰਚੂਗੀ, ਮਤਲਬ ਕਿ 7:54 ਤੇ ਪਹੁੰਚੂਗੀ। ਤਾਂ ਉਹਨਾਂ 'ਚ ਕਿੰਨੇ ਦਾ ਗੈਪ ਹੋ ਗਿਆ ਟਾਈਮ ਦਾ, 15 ਮਿੰਟ ਦਾ ਗੈਪ ਹੋ ਗਿਆ। ਠੀਕ ਹੈ ਜੀ, ਤਾਂ ਹੁਣ ਆਪਾਂ ਨੇ ਕੀ ਪਤਾ ਕਰਨਾ, ਫਾਈਂਡ ਦਾ ਡਿਸਟੈਂਸ। ਆਪਾਂ ਨੇ ਡਿਸਟੈਂਸ ਨੂੰ ਪਤਾ ਕਰਨਾ ਵੀ ਕਿੰਨਾ ਆਊਗਾ। ਦੇਖੋ ਜੀ ਕਿਵੇਂ ਕਰਾਂਗੇ, ਤਾਂ ਹੁਣ ਦੇਖੋ ਡਿਸਟੈਂਸ ਵੀ ਸੇਮ ਹੈ ਕਿਉਂਕਿ ਡੈਸਟੀਨੇਸ਼ਨ ਸੇਮ ਹੈ ਉਹਦੀ, ਤਾਂ ਮਤਲਬ ਕਿ ਡੀ ਸੇਮ ਹੋਊਗੀ। ਤਾਂ ਜੇ ਆਪਾਂ ਸਪੀਡ ਦੀ ਵੈਲਿਊ ਪਤਾ ਕਰ ਲਈਏ, ਜੇ ਸਪੀਡ ਦੀ ਜਿਹੜੀ ਰੇਸ਼ੋ ਕਿੰਨੀ ਹੈ 40/50 ਹੈ। ਪਹਿਲਾ ਸਪੀਡ 40 ਕਿਲੋਮੀਟਰ ਪਰ ਆਰ ਸੀ, ਹੁਣ ਕਿੰਨੀ ਹੈ 50 ਕਿਲੋਮੀਟਰ ਪਰ ਆਰ, ਮਤਲਬ ਕਿ ਸਪੀਡ ਦੀ ਜੇ ਆਪਾਂ ਰੇਸ਼ੋ ਦੇਖੀਏ ਕਿੰਨੀ ਹੈ 40/50 ਹੈ। ਤਾਂ ਹੁਣ ਜੇ ਆਪਾਂ ਟਾਈਮ ਦੀ ਰੇਸ਼ੋ ਦੇਖੀਏ
ਤਾਂ ਜੇ ਆਪਾਂ ਉਲਟਾ ਕਰ ਦਾਂਗੇ ਕਿੰਨੀ ਹੋ ਜੂ 5/4 ਹੋ ਜੂਗੀ, ਮਤਲਬ ਕਿ ਉਰੇ ਟਾਈਮ ਦੇ ਵਿੱਚ 1 ਮਿੰਟ ਦਾ ਗੈਪ ਹੈ, ਸੌਰੀ 1 ਮਿੰਟ ਨਹੀਂ 1 ਦਾ ਗੈਪ ਹੈ 1 ਦਾ। ਤਾਂ ਇਸ 1 ਦੀ ਵੈਲਿਊ ਕਿੰਨੀ ਆਊਗੀ ਇਸ ਦੇ ਮੁਤਾਬਕ, 15 ਮਿੰਟ ਦਾ ਗੈਪ ਸੀ ਉੱਪਰ, ਕਿਉਂਕਿ ਪਹਿਲਾਂ 10 ਮਿੰਟ ਲੇਟ ਸੀ ਤੇ ਹੁਣ 5 ਮਿੰਟ ਛੇਤੀ ਪਹੁੰਚਦੀ, ਮਤਲਬ ਕਿ 15 ਮਿੰਟ। ਤਾਂ 1 ਦੀ ਵੈਲਿਊ ਕਿੰਨੀ ਆ ਗਈ 15 ਮਿੰਟ। ਤਾਂ ਹੁਣ 5 ਦੀ ਵੈਲਿਊ ਕਿੰਨੀ ਆ ਜੂਗੀ 75 ਮਿੰਟ। ਬਟ ਆਪਾਂ 5 ਦੀ ਨਹੀਂ ਫਾਈਂਡ ਕਰਾਂਗੇ, ਆਪਾਂ ਵੈਲਿਊ ਫਾਈਂਡ ਕਰਾਂਗੇ 4 ਦੀ, ਕਿੰਨੀ ਆ ਜੂਗੀ 60 ਮਿੰਟ, ਮਤਲਬ ਕਿ 1 ਆਰ। ਤਾਂ ਮਤਲਬ ਕਿ ਜਦੋਂ ਬੱਸ 50 ਦੀ ਸਪੀਡ ਤੇ ਜਾਂਦੀ ਸੀ ਤਾਂ ਉਦੋਂ 1 ਆਰ 'ਚ ਪਹੁੰਚਦੀ ਸੀ। ਤਾਂ 50 ਇੰਟੂ 1 ਕੀ ਹੋ ਗਿਆ, ਡਿਸਟੈਂਸ, ਸਪੀਡ ਇੰਟੂ ਟਾਈਮ, 50 ਇੰਟੂ 1 ਕਿੰਨਾ ਆ ਗਿਆ ਜੀ 50 ਕਿਲੋਮੀਟਰ, ਆਪਸ਼ਨ ਬੀ। ਠੀਕ ਹੈ ਜੀ, ਇੰਨਾ ਹੀ ਕੰਮ ਸੀਗਾ। ਦੇਖੋ ਆਪਾਂ ਦੇਖਣਾ ਕੀ ਸੀਗਾ ਕਿ 40 ਤੇ ਜੋ ਰੇਸ਼ੋ ਬਣਦੀ 50 ਦੀ ਬਣਦੀ ਹੈ, ਤਾਂ 10 ਦਾ ਗੈਪ ਕਿੰਨਾ ਆ ਗਿਆ 15 ਮਿੰਟ ਆ ਗਿਆ ਜੀ, 10 ਦਾ ਗੈਪ ਕਿੰਨਾ ਆ ਗਿਆ 15 ਮਿੰਟ। ਤਾਂ 40 ਇਸ ਦੇ ਵਾਸਤੇ ਟਾਈਮ ਹੋ ਜਾਊਗਾ 50 ਵਾਸਤੇ, ਕਿਉਂਕਿ ਦੇਖੋ ਉਲਟਾ ਹੁੰਦਾ 40 ਵਾਸਤੇ ਟਾਈਮ 50 ਹੈ ਜਾਂ 5 ਹੈ, 50 ਵਾਸਤੇ ਟਾਈਮ ਕਿੰਨਾ 4 ਹੈ। ਤਾਂ ਜੇ ਆਪਾਂ 40 ਦੀ ਵੈਲਿਊ ਪਤਾ ਕਰ ਲਾਂਗੇ ਤਾਂ ਜੋ 10 ਦੀ ਵੈਲਿਊ ਟਾਈਮ ਦੇ ਵਿੱਚ 50 ਹੈ ਤਾਂ 40 ਦੀ ਵੈਲਿਊ ਕਿੰਨੀ ਆ ਜਾਊਗੀ 60 ਆ ਜਾਊਗੀ, ਮਤਲਬ ਕਿ 1 ਮਿੰਟ ਹੋ ਜਾਊਗਾ, ਸੌਰੀ 1 ਆਰ ਹੋ ਜਾਊਗਾ। ਜਦੋਂ 1 ਆਰ ਹੈ ਤਾਂ 50 ਕਿਲੋਮੀਟਰ ਦੀ ਸਪੀਡ ਨਾਲ ਜਦੋਂ ਪਹੁੰਚਦੀ ਸੀ ਉਸ ਟਾਈਮ 1 ਆਰ ਟਾਈਮ ਸੀਗਾ, ਤਾਂ ਡੀ ਕਿੰਨੀ ਆਈ 50 ਕਿਲੋਮੀਟਰ। ਠੀਕ ਹੈ, ਤਾਂ ਆਪਾਂ ਇੱਥੋਂ ਕਰ ਸਕਦੇ ਹਾਂ ਆਸਾਨੀ ਨਾਲ। ਨੈਕਸਟ ਹੈ ਜੀ ਕੁਐਸਚਨ ਨੰਬਰ 70। The ratio of speeds of three cars 2:3:4. Find the ratio of time taken by these three cars to cover a certain distance. ਆਪਾਂ ਨੂੰ ਗਿਵਨ ਹੈ the ratio of speed of three car, ਆਪਾਂ ਨੂੰ ਸਪੀਡ ਦੀ ਰੇਸ਼ੋ ਗਿਵਨ ਹੈ ਜਿਹੜੀਆਂ 3 ਕਾਰਾਂ ਨੇ, ਇੱਕ ਦੀ ਸਪੀਡ ਦੀ ਰੇਸ਼ੋ 2 ਹੈ, ਇੱਕ ਦੀ 3, ਇੱਕ ਦੀ 4 ਹੈ। Find the ratio of time taken by these three cars to cover the same distance. ਦੇਖੋ ਜੀ ਸਪੀਡ ਦੀ ਜੋ ਰੇਸ਼ੋ ਕਿੰਨੀ ਹੈ 2:3:4। ਹੁਣ ਜੇ ਆਪਾਂ ਟਾਈਮ ਦੀ ਰੇਸ਼ੋ ਨਿਕਾਲ ਲਾਂਗੇ ਸੇਮ ਡਿਸਟੈਂਸ ਕਵਰ ਕਰਨ ਦੇ ਲਈ ਤਾਂ ਇਹਦਾ ਕੀ ਹੋ ਜਾਊਗੀ, ਠੀਕ ਹੈ ਤਾਂ ਉਲਟਾ ਕਰ ਦਾਂਗੇ ਆਪਾਂ, ਮਤਲਬ ਕਿ 1/2 1/3 1/4। ਤਾਂ ਆਪਣੇ ਕੋਲ ਕੀ ਆ ਜਾਊਗਾ ਡਿਸਟੈਂਸ ਸੇਮ ਆ ਜਾਊਗੀ। ਉਹ ਕਿਵੇਂ ਆਊਗਾ, ਜੇ 2 ਨੂੰ ਇਹਦੇ ਨਾਲ ਮਲਟੀਪਲਾਈ ਕਰਾਂਗੇ ਤਾਂ ਡੀ ਕਿੰਨਾ ਆਊਗਾ 1 ਆਊਗਾ, ਉਰੇ ਵੀ ਡੀ 1 ਆਊਗਾ, ਉਰੇ ਵੀ ਡੀ 1 ਆਊਗਾ। ਤਾਂ ਟਾਈਮ ਦੀ ਰੇਸ਼ੋ ਕਿੰਨੀ ਆ ਗਈ 1/2 1/3 1/4। ਹੁਣ ਆਪਾਂ ਇਸ ਨੂੰ ਆਪਾਂ ਸਿੰਪਲੀਫਾਈ ਕਰਨਾ ਹੈਗਾ ਇਸ ਰੇਸ਼ੋ ਨੂੰ, ਤਾਂ ਆਪਾਂ ਕਿਵੇਂ ਕਰਾਂਗੇ ਜੀ, ਇਹਦੇ ਐਲਸੀਐਮ ਨਾਲ ਮਲਟੀਪਲਾਈ ਕਰ ਦਾਂਗੇ 2 3 4 ਦੇ, ਇਹਨਾਂ ਦਾ ਐਲਸੀਐਮ ਕਿੰਨਾ 12। ਜੋ 12 ਨਾਲ ਮਲਟੀਪਲਾਈ ਕਰ ਦਾਂਗੇ ਬਣ ਜਾਊਗਾ 6 4 3। ਤਾਂ ਆਪਸ਼ਨ ਡੀ ਕੀ ਹੈ ਜੀ ਆਂਸਰ ਆ ਜਾਊ। ਨੈਕਸਟ ਹੈ ਜੀ ਕੁਐਸਚਨ ਨੰਬਰ 18। Walking 60% of his usual speed, a man reaches his destination 1 hour 40 minutes late. His usual time to reach the destination is। ਦੇਖੋ ਜੀ ਕੀ ਕਿਹਾ ਆਪਾਂ ਨੂੰ, ਕਹਿੰਦਾ ਜਦੋਂ ਕਹਿੰਦਾ 60% ਆਫ ਯੂਜੂਅਲ ਸਪੀਡ ਤੇ ਜਾ ਰਿਹਾ ਇੱਕ ਪਰਸਨ ਤਾਂ ਉਹ ਆਪਣੀ ਡੈਸਟੀਨੇਸ਼ਨ ਤੇ 1 ਆਰ 40 ਮਿੰਟ ਲੇਟ ਪਹੁੰਚਦਾ, ਤਾਂ ਉਹਦਾ ਐਕਚੁਅਲ ਟਾਈਮ ਕਿੰਨਾ ਹੈ। ਸਿੰਪਲ ਕੁਐਸਚਨ ਹੈ ਜੀ, ਕਿਉਂਕਿ 60% ਦਾ ਮਤਲਬ ਕਿੰਨਾ ਹੁੰਦਾ 3/5। ਜਦੋਂ ਉਹ ਆਪਣੀ ਸਪੀਡ ਦਾ 3/5 ਹੋ ਜਾਊਗਾ, ਮਤਲਬ ਕਿ ਜੇ ਪਹਿਲਾਂ ਉਹਦੀ ਸਪੀਡ 5 ਹੁੰਦੀ ਤਾਂ ਹੁਣ ਉਹਦੀ ਸਪੀਡ ਕਿੰਨੀ ਹੋ ਜਾਊਗੀ 3। ਤਾਂ ਟਾਈਮ ਦੀ ਰੇਸ਼ੋ ਕਿੰਨੀ ਆ ਜਾਊ, ਤਾਂ ਟਾਈਮ ਦੀ ਰੇਸ਼ੋ ਕਿੰਨੀ ਆ ਗਈ, ਆਪਾਂ ਸਪੀਡ ਦੀ ਰੇਸ਼ੋ ਦਾ ਉਲਟਾ ਕਰਤਾ 5 3 ਦਾ ਆਪਾਂ ਕਰਤਾ 3 5। ਤਾਂ ਹੁਣ ਲੇਟ ਕਿੰਨਾ ਹੋਇਆ 1 ਆਰ 40 ਮਿੰਟ ਲੇਟ। ਤਾਂ ਮਤਲਬ ਕਿ 2 ਦੀ ਵੈਲਿਊ, ਮਤਲਬ ਕਿ ਉਹਦਾ ਐਕਚੁਅਲ ਟਾਈਮ 3 ਸੀਗਾ, ਹੁਣ ਉਹਦਾ ਟਾਈਮ 5 ਹੋ ਗਿਆ, ਮਤਲਬ ਕਿ 2 ਲੇਟ ਹੋ ਗਿਆ। ਤਾਂ 2 ਦੀ ਵੈਲਿਊ ਕਿੰਨੀ ਹੈ 1 ਆਰ 40 ਮਿੰਟ। ਤਾਂ ਕਿੰਨੇ ਮਿੰਟ ਹੋ ਗਏ 100 ਮਿੰਟ ਹੋ ਗਏ ਜੀ ਟੋਟਲ। ਤਾਂ 2 ਦੀ ਵੈਲਿਊ ਕਿੰਨੀ ਆ ਗਈ 100 ਮਿੰਟ। ਆਪਾਂ ਪਤਾ ਕਰਨਾ ਹੈ ਉਹਦਾ ਯੂਜੂਅਲ ਟਾਈਮ, ਮਤਲਬ ਕਿ ਆਪਾਂ ਵੈਲਿਊ ਪਤਾ ਕਰਨੀ ਹੈ 3 ਦੀ। ਤਾਂ ਜੇ 2 ਦੀ ਵੈਲਿਊ 100 ਹੈ ਤਾਂ 3 ਦੀ ਵੈਲਿਊ ਕਿੰਨੀ ਆ ਜਾਊਗੀ 150 ਆ ਜਾਊ। ਤਾਂ 150 ਨੂੰ ਆਪਾਂ ਆਰਸ ਦੇ ਵਿੱਚ ਚੇਂਜ ਕਰ ਦਾਂਗੇ, ਇਹ ਬਣ ਜਾਊਗਾ 2 ਆਰ 30 ਮਿੰਟ, ਮਤਲਬ ਕਿ ਹਾਫ ਆਰ, ਮਤਲਬ ਇਹ ਬਣ ਜਾਊਗਾ 2 ਐਂਡ ਹਾਫ ਆਰ, ਆਪਸ਼ਨ ਏ। ਨੈਕਸਟ ਦੇਖੋ ਜੀ ਕੁਐਸਚਨ ਨੰਬਰ 19। A bus complete a journey in 15 hours at a speed of 72 km per hour. What should be increase in speed of bus to cover the same distance in 12 hours? ਕੁਝ ਕੀ ਕਿਹਾ ਆਪਾਂ, ਕਹਿੰਦਾ ਇੱਕ ਬੱਸ ਹੈ ਉਹ 15 ਘੰਟੇ ਦੇ ਵਿੱਚ ਆਪਣੀ ਜਰਨੀ ਕੰਪਲੀਟ ਕਰਦੀ ਹੈ 72 ਕਿਲੋਮੀਟਰ ਪਰ ਆਰ ਦੀ ਸਪੀਡ ਨਾਲ। What should be increase in speed of the bus to cover the same distance in 12 hours? ਦੇਖੋ ਜੀ ਕਿਵੇਂ ਕਰਾਂਗੇ,
ਆਸਾਨ ਹੈ ਕੁਐਸਚਨ ਬਿਲਕੁਲ ਕਿ ਆਪਾਂ ਉਹਦੀ ਕਿੰਨੀ ਸਪੀਡ ਉਹਦੀ ਇਨਕਰੀਜ਼ ਹੋ ਜੇ ਤਾਂ ਕਿ ਉਹ 12 ਘੰਟੇ 'ਚ ਟਰੈਵਲ ਕਰ ਸਕੇ। ਮਤਲਬ ਜੀ ਆਪਸ਼ਨ ਸਾਰੀਆਂ ਗਲਤ ਨੇ ਜੀ, ਠੀਕ ਹੈ ਜੀ, ਤਾਂ ਆਪਾਂ ਆਪਸ਼ਨ ਨੂੰ ਸਕਿਪ ਕਰਦੇ ਹਾਂ। ਆਸਾਨ ਕੁਐਸਚਨ ਹੈ ਜੀ, ਜੇ ਆਪਣੇ ਕੋਲ ਟਾਈਮ ਦੀ ਰੇਸ਼ੋ ਹੈ ਤਾਂ ਆਪਾਂ ਨੇ ਜੋ ਨਵੀਂ ਸਪੀਡ ਦੀ ਰੇਸ਼ੋ ਹੈ ਉਹ ਪਤਾ ਕਰਨੀ ਹੈ। ਟਾਈਮ ਦੀ ਰੇਸ਼ੋ ਕਿੰਨੀ ਹੈ ਜੀ ਉਰੇ, ਪਹਿਲਾਂ 15 ਆਰ 'ਚ ਟਰੈਵਲ ਕਰਦੀ ਸੀ, ਹੁਣ 12 ਆਰ ਦੇ ਵਿੱਚ ਬੱਸ ਟਰੈਵਲ ਕਰ ਰਹੀ ਹੈ। ਤਾਂ ਮਤਲਬ ਕਿ ਸਪੀਡ ਦੀ ਰੇਸ਼ੋ ਕਿੰਨੀ ਹੋ ਜਾਊਗੀ, 12/15 ਹੋ ਜਾਊਗੀ। ਜਦੋਂ ਪਹਿਲਾਂ 15 ਆਰ 'ਚ ਟਰੈਵਲ ਕਰ ਰਹੀ ਸੀ ਉਸ ਟਾਈਮ ਉਹਦੀ ਸਪੀਡ ਕਿੰਨੀ ਸੀ 72, ਮਤਲਬ ਕਿ 12 ਦੀ ਵੈਲਿਊ ਕਿੰਨੀ ਆ ਗਈ 72 ਕਿਲੋਮੀਟਰ ਪਰ ਆਰ। ਤਾਂ 15 ਦੀ ਵੈਲਿਊ ਕਿੰਨੀ ਆ ਜਾਊਗੀ 90 ਕਿਲੋਮੀਟਰ ਪਰ ਆਰ। ਤਾਂ 90 ਦੀ ਸਪੀਡ ਨਾਲ ਉਹਨੂੰ ਟਰੈਵਲ ਕਰਨਾ ਪਊਗਾ। ਆਪਸ਼ਨ ਸਾਰੀਆਂ ਗਲਤ ਨੇ ਜੀ ਕਿਉਂਕਿ ਉਹਦੇ ਪੁੱਛੀ ਸਪੀਡ ਹੋਈ, ਆਪਸ਼ਨ 'ਚ ਟਾਈਮ ਹੈ। ਤਾਂ ਅੱਗੇ ਦੇਖੋ ਜੀ ਕੁਐਸਚਨ ਨੰਬਰ 20। ਰੇਸ਼ੋ ਆਫ ਸਪੀਡ ਆਫ A ਐਂਡ B ਕਿੰਨੀ ਹੈ ਆਪਣੇ ਕੋਲ ਗਿਵਨ ਹੈ 3:4 ਟੂ ਕਵਰ ਅ ਸਰਟਨ ਡਿਸਟੈਂਸ। A ਟੇਕਸ 30 ਮਿੰਟ more than B to reach destination. Time taken by A to reach the destination. ਦੇਖੋ ਜੇ ਆਪਾਂ ਨੂੰ ਸਪੀਡ ਦੀ ਰੇਸ਼ੋ ਗਿਵਨ ਹੈ A ਤੇ B ਦੀ, ਇਹੀ ਹੈ ਆਪਾਂ ਨੂੰ ਸਪੀਡ ਦੀ ਰੇਸ਼ੋ ਗਿਵਨ ਹੈ 3:4, ਟਾਈਮ ਦੀ ਕਿੰਨੀ ਹੋ ਜਾਊਗੀ 4:3। ਤਾਂ ਜਿਹੜਾ A ਹੈ ਉਹ 30 ਮਿੰਟਸ ਕੀ ਲੈ ਰਿਹਾ, ਵੱਧ ਲੈ ਰਿਹਾ, ਤਾਂ A ਦਾ ਆਪਾਂ ਟਾਈਮ ਪਤਾ ਕਰਨਾ ਹੈ। ਉਰੇ 1 ਦਾ ਗੈਪ ਹੈ, 1 ਦੀ ਵੈਲਿਊ 30 ਤਾਂ 4 ਦੀ ਵੈਲਿਊ ਆ ਜਾਊਗੀ 120 ਮਿੰਟ, ਮਤਲਬ ਕਿ 2 ਆਰ। ਆਪਸ਼ਨ ਸੀ। ਨੈਕਸਟ ਹੈ ਜੀ ਕੁਐਸਚਨ ਨੰਬਰ 21। A motorist covers a distance at a speed of 45 km per hour in 6 hours. Find the speed of the motor if the distance has to cover in 5 hours. ਦੇਖੋ ਜੀ ਆਸਾਨ ਕੁਐਸਚਨ ਹੈ, ਜਦ ਆਪਾਂ ਇਹਨੂੰ ਸਿੰਪਲੀ ਕਰ ਲੈਂਦੇ ਹਾਂ ਡੀ ਤਾਂ ਸੇਮ ਹੀ ਹੈ, ਤਾਂ 45 ਗੁਣਾ 6 ਉਹਦੀ ਕੀ ਆ ਜਾਊਗੀ ਡੀ ਆ ਜਾਊਗੀ, ਕਿਉਂਕਿ 45 ਦੀ ਸਪੀਡ ਨਾਲ 6 ਆਰ ਵਿੱਚ ਟਰੈਵਲ ਕਰਦੀ ਹੈ। ਤਾਂ ਕਹਿੰਦਾ ਕਿੰਨੀ ਸਪੀਡ ਹੋਵੇ ਤਾਂ ਕਿ ਉਹਨੇ 5 ਆਰ ਵਿੱਚ ਟਰੈਵਲ ਕਰਨਾ ਹੋਵੇ, ਤਾਂ ਆਪਾਂ ਨੇ ਸਪੀਡ ਪਤਾ ਕਰਨੀ। ਕੈਂਸਲ ਹੋ ਗਿਆ ਜੀ, 9 ਆ ਗਿਆ, 9 ਚ ਕਿੰਨਾ ਹੋ ਗਿਆ 54, ਤਾਂ 54 ਕਿਲੋਮੀਟਰ ਪਰ ਆਰ ਦੀ ਸਪੀਡ ਨਾਲ ਉਹਨੂੰ ਟਰੈਵਲ ਕਰਨਾ ਪਊਗਾ। ਨੈਕਸਟ ਦੇਖੋ ਜੀ ਕੁਐਸਚਨ ਨੰਬਰ 22। 22 ਹੈ, a train covers a certain distance in 45 minutes. If its speed is reduced by 5 km per hour, it takes 3 minutes more to cover the same distance. The distance is, ਤਾਂ ਆਪਾਂ distance ਦੀ ਵੈਲਿਊ ਪਤਾ ਕਰਨੀ। ਦੇਖੋ ਜੀ ਉਰੇ ਆਪਾਂ ਨੂੰ ਟਾਈਮ ਦੀ ਜੋ ਵੈਲਿਊ ਹੈ, ਪਹਿਲਾਂ ਜਿਹੜੀ ਟ੍ਰੇਨ ਸੀ ਉਹ 45 ਮਿੰਟ ਦੇ ਵਿੱਚ ਕਵਰ ਕਰਦੀ ਸੀ ਸੇਮ ਡਿਸਟੈਂਸ, ਤੇ ਹੁਣ ਕਿੰਨੇ ਹੈ 3 ਮਿੰਟ ਵੱਧ ਲੈ ਰਹੀ ਹੈ। ਤੇ ਜਦੋਂ ਦੀ ਸਪੀਡ 5 ਕਿਲੋਮੀਟਰ ਪਰ ਆਰ ਨਾਲ ਘਟਦੀ ਹੈ ਤਾਂ ਉਹਦਾ ਟਾਈਮ ਕਿੰਨਾ ਹੋ ਗਿਆ 48 ਮਿੰਟ ਹੋ ਗਿਆ। ਤਾਂ ਜੇ ਆਪਾਂ ਸਪੀਡ ਦੀ ਰੇਸ਼ੋ ਨਿਕਾਲ ਲਾਂਗੇ ਤਾਂ 48 ਬਾਈ ਕਿੰਨੀ ਹੋ ਜਾਊਗੀ 45 ਹੋ ਜਾਊ, 3 ਤੇ ਕੈਂਸਲ ਕਰਾਂਗੇ 16 ਰੇਸ਼ੋ ਕਿੰਨੀ ਆ ਜਾਊਗੀ 50। ਤਾਂ ਹੁਣ ਕੀ ਹੈ ਜੀ, ਕਹਿੰਦਾ ਹੁਣ ਕਹਿੰਦਾ ਉਰੇ ਦਾ 1 ਮਿੰਟ ਲੈ ਰਹੀ ਹੈ ਵੱਧ, ਜੇ ਆਪਾਂ ਇਹਨੂੰ ਸਪੋਜ਼ ਕਰੀਏ ਕਿ ਇਹ 16 ਤੇ 15 ਮਿੰਟ ਨੇ ਤਾਂ ਉਰੇ 1 ਵੱਧ ਲੈ ਰਹੀ ਹੈ, ਤਾਂ 1 ਦੀ ਵੈਲਿਊ ਕਿੰਨੀ ਹੈਗੀ, ਕਿੰਨੀ ਗਿਵਨ ਆਪਾਂ ਨੂੰ 1 ਦੀ ਵੈਲਿਊ ਕਿੰਨੀ ਹੈ 3 ਮਿੰਟ। ਤਾਂ ਹੁਣ ਆਪਾਂ ਨੇ ਡਿਸਟੈਂਸ ਪਤਾ ਕਰਨਾ। ਦੇਖੋ ਜੀ ਤਾਂ ਦੇਖੋ ਸੋਰੀ ਉਰੇ ਆਪਣੇ ਕੋਲ ਸਪੀਡ ਦੀ ਆ ਗਈ ਰੇਸ਼ੋ, ਇਹ ਸਪੀਡ ਦੀ ਰੇਸ਼ੋ ਹੈ ਜੀ ਇਹ 16:15। ਤਾਂ ਜੋ ਇਹਦੀ ਵੈਲਿਊ ਹੈ ਉਰੇ ਤਾਂ 1 ਹੋਈ ਹੈ ਡਿਕਰੀਜ਼ ਹੋਈ ਹੈ, ਬਟ ਆਪਾਂ ਨੂੰ ਕੁਐਸਚਨ ਕਿੰਨੀ ਆ ਵੀ 5 ਕਿਲੋਮੀਟਰ ਡਿਕਰੀਜ਼ ਹੋਈ ਹੈ। ਤਾਂ 1 ਦੀ ਵੈਲਿਊ ਕਿੰਨੀ ਆ ਗਈ 5 ਕਿਲੋਮੀਟਰ ਪਰ ਆਰ। ਤਾਂ 15 ਦੀ ਵੈਲਿਊ ਕਿੰਨੀ ਆ ਜਾਊਗੀ 75 ਕਿਲੋਮੀਟਰ ਪਰ ਆਰ। ਠੀਕ ਹੈ ਜੀ, ਸਪੀਡ ਦੀ ਵੈਲਿਊ ਕਿੰਨੀ ਆ ਗਈ 75 ਕਿਲੋਮੀਟਰ ਪਰ ਆਰ। ਤਾਂ ਹੁਣ ਜਦੋਂ 75 ਕਿਲੋਮੀਟਰ ਪਰ ਆਰ ਨਾਲ ਟਰੈਵਲ ਕਰਕੇ ਤਾਂ 48 ਮਿੰਟ ਦੇ ਵਿੱਚ ਪਹੁੰਚਦੀ ਹੈ, ਤਾਂ ਡਿਸਟੈਂਸ ਕਿੰਨਾ ਹੋਊਗਾ, ਡਿਸਟੈਂਸ ਹੁੰਦਾ ਸਪੀਡ ਇਨਟੂ ਟਾਈਮ। ਸਪੀਡ ਕਿੰਨੀ ਹੈ 75, ਟਾਈਮ ਕਿੰਨਾ 48 ਮਿੰਟ। ਆਪਾਂ ਇਹਨੂੰ ਆਰ 'ਚ ਚੇਂਜ ਕਰ ਦਾਂਗੇ 60 ਲਗਾ ਕੇ, ਉਰੇ 5 ਆ ਗਿਆ, ਉਰੇ 4 ਆ ਗਿਆ, ਉਰੇ ਕਿੰਨਾ ਆ ਗਿਆ 12 ਆ ਗਿਆ, 12 5 ਕਿੰਨਾ ਹੋ ਗਿਆ 60, 60 ਕਿਲੋਮੀਟਰ। 60 ਕਿਲੋਮੀਟਰ ਕੀ ਹੈ ਆਪਣਾ ਸਹੀ ਆਂਸਰ ਹੈ ਆਪਸ਼ਨ ਬੀ। ਨੈਕਸਟ ਦੇਖੋ ਜੀ ਕੁਐਸਚਨ ਨੰਬਰ 23। Question number 23 की है, a person covers a certain distance with a certain speed. If he reduced his speed by 16.25%, then he will be 5.2 minutes late. Find the time taken by him to cover the distance now. ਦੇਖੋ ਜੀ ਕੀ ਗਿਆ, ਕਹਿੰਦਾ ਜੇ ਆਪਣੀ ਸਪੀਡ 16.25% ਨਾਲ ਘੱਟ ਕਰਦਾ
ਤਾਂ ਉਹ 5.2 ਮਿੰਟ ਲੇਟ ਹੋ ਜਾਂਦਾ ਤਾਂ ਉਹਦਾ ਐਕਚੁਅਲ ਟਾਈਮ ਕਿੰਨਾ ਸੀਗਾ ਡਿਸਟੈਂਸ ਨੂੰ ਕਵਰ ਕਰਨ ਲਈ। ਦੇਖੋ ਜੀ ਕਿਵੇਂ ਕਰਾਂਗੇ। ਸਪੀਡ ਉਹਦੀ ਕਿੰਨੇ ਨਾਲ ਘਟੀ ਹੈ 16.25% ਨਾਲ। ਤਾਂ ਜੇ ਆਪਾਂ ਇਹਨੂੰ ਆਪਾਂ ਲਿਖਾਂਗੇ ਆਪਾਂ ਫ੍ਰੈਕਸ਼ਨ ਦੇ ਵਿੱਚ ਤਾਂ ਕਿੰਨਾ ਬਣ ਜਾਊਗਾ ਇਹ 1625 ਡਿਵਾਈਡ ਬਾਈ 10,000 ਕਿਉਂਕਿ ਪਰਸੈਂਟੇਜ ਦਾ ਲੱਗਾ ਇੱਕ ਪੁਆਇੰਟ ਦਾ ਲੱਗ ਗਿਆ ਤਾਂ 25 ਤੇ ਕੈਂਸਲ ਕਰਾਂਗੇ ਜੀ 25 ਸੀਗਾ 150 125 ਤਾਂ ਉਰੇ ਆ ਜਾਊਗਾ 400 5 ਤੇ ਕਰਾਂਗੇ ਉਰੇ 13 ਆ ਜੂ 80 ਆ ਜੂ ਮਤਲਬ ਕਿ ਜੋ ਆਪਣੀ ਸਪੀਡ ਦਾ 13/18 ਨਾਲ ਉਹ ਡਿਕਰੀਜ਼ ਕਰਦਾ ਤਾਂ ਉਹ 5.2 ਮਿੰਟ ਲੇਟ ਹੁੰਦਾ ਮਤਲਬ ਕਿ ਜੇ ਪਹਿਲਾਂ ਉਹਦੀ ਸਪੀਡ ਜੋ ਰੇਸ਼ੋ ਸੀ ਜੇ ਪਹਿਲਾਂ ਉਹਦੀ ਸਪੀਡ 80 ਸੀ ਤਾਂ ਹੁਣ ਕਿੰਨੀ ਰਹੇਗੀ 67 ਰਹੇਗੀ ਤਾਂ ਹੁਣ ਜੇ ਆਪਾਂ ਟਾਈਮ ਦੀ ਰੇਸ਼ੋ ਦੇਖਾਂਗੇ ਤਾਂ 67 ਤੋਂ ਕਿੰਨੀ ਹੋ ਜੂ 80 ਹੋ ਜੂ ਤਾਂ ਉਰੇ ਕਿੰਨੇ ਦਾ ਗੈਪ ਹੈ ਟਾਈਮ ਦਾ 13 ਦਾ ਗੈਪ ਹੈ ਉਰੇ ਮਤਲਬ ਕਿ 13 ਲੇਟ ਹੋ ਰਿਹਾ 13 ਯੂਨਿਟ ਤਾਂ ਇਹਦੀ ਵੈਲਿਊ ਕਿੰਨੀ ਹੈ 5.2 ਮਿੰਟ ਤਾਂ 1 ਦੀ ਵੈਲਿਊ ਕਿੰਨੀ ਆ ਜਾਊਗੀ 0.4 ਮਿੰਟ ਤਾਂ ਪਤਾ ਕਰਨਾ ਆਪਾਂ ਨੇ ਫਾਈਂਡ ਦਾ ਟਾਈਮ ਟੇਕਨ ਬਾਈ ਟੂ ਕਵਰ ਦਾ ਡਿਸਟੈਂਸ ਨਾਓ ਮਤਲਬ ਕਿ ਉਹਦੀ ਬਾਅਦ ਵਾਲੀ ਸਪੀਡ ਆਪਾਂ ਨੇ ਪਤਾ ਕਰਨੀ ਹੈ ਤਾਂ ਆਪਾਂ ਨੇ 80 ਦੀ ਵੈਲਿਊ ਪਤਾ ਕਰਨੀ ਹੈ 80 ਇੰਟੂ 0.4 32 ਮਿੰਟ 32 ਮਿੰਟ ਕੀ ਆ ਗਿਆ ਆंसर आ गया ऑप्शन बी की है अपने को सही आंसर। नेक्स्ट है जी क्वेश्चन नंबर 24। क्वेश्चन नंबर 24 है जी two guns were fired from same place at an interval of 28 minutes but a man sitting in a train approaching the place hears the second firing 26 minutes after the first. The speed of sound is 325 meter per second. Find the speed of train. ਤਾਂ ਆਪਾਂ ਟ੍ਰੇਨ ਦੀ ਸਪੀਡ ਪਤਾ ਕਰਨੀ ਹੈ। ਦੇਖੋ ਜੀ ਕੁਐਸਚਨ ਕੀ ਕਹਿ ਰਿਹਾ ਆਪਾਂ ਨੂੰ ਇਹਨੂੰ ਪਹਿਲਾਂ ਸਮਝਾਂਗੇ ਆਪਾਂ ਇਸ ਕੁਐਸਚਨ ਨੂੰ ਧਿਆਨ ਨਾਲ। ਦੇਖੋ ਜੀ ਕੀ ਕਿਹਾ ਹੈ ਕਹਿੰਦਾ ਦੋ ਗਨਸ ਫਾਇਰ ਕੀਤੀਆਂ ਨੇ ਇੰਟਰਵਲ ਆਫ 28 ਮਿੰਟ। ਮੈਂ ਕੀ ਚੀਜ਼ ਕਹਿ ਰਿਹਾ ਦੇਖੋ ਧਿਆਨ ਨਾਲ ਸੁਣੋ। ਮੰਨ ਲਓ ਇਸ ਪਲੇਸ ਤੋਂ ਫਾਇਰ ਕੀਤੀ ਹੈ ਗਨ ਮੰਨ ਲਓ 8 ਵਜੇ ਕੀਤੀ ਹੈ ਫਾਇਰ 8 AM ਤੇ ਤਾਂ ਨੈਕਸਟ ਫਾਇਰ ਕੀਤਾ ਹੋਊਗਾ 8:26 ਮਿੰਟ ਤੇ। ਤਾਂ ਮੈਂ ਕੀ ਕਹਿ ਰਿਹਾ ਬਟ ਅ ਮੈਨ ਸੀਟਿੰਗ ਇਨ ਦਾ ਟ੍ਰੇਨ ਅਪਰੋਚਿੰਗ ਦਾ ਪਲੇਸ ਕਹਿੰਦਾ ਇੱਕ ਮੈਨ ਬੈਠਾ ਹੈ ਇੱਕ ਟ੍ਰੇਨ ਦੇ ਵਿੱਚ ਜਿਹੜੀ ਕਿ ਇਸ ਪਲੇਸ ਦੇ ਵਿੱਚ ਆ ਰਹੀ ਹੈ ਠੀਕ ਹੈ ਜੀ। ਤਾਂ ਮੰਨ ਲਓ ਆਪਾਂ ਇੱਕ ਸਪੋਜ਼ ਕਰਦੇ ਹਾਂ ਕਿ ਜਿਹੜੀ ਆਹ ਬੁਲੇਟ ਹੈ ਜਿਹੜੀ ਇਹ ਬੁਲੇਟ ਹੈ ਕਿ ਉਹ 2 ਘੰਟੇ ਲੈ ਰਹੀ ਹੈ ਇਸ ਪਲੇਸ ਤੇ ਪਹੁੰਚਣ ਦੇ ਲਈ ਠੀਕ ਹੈ ਜੀ। ਤੇ ਮੰਨ ਲਓ ਜਿਹੜਾ ਮੈਨ ਹੈ ਉਹ ਇਸ ਪਲੇਸ ਤੇ ਟ੍ਰੇਨ 'ਚ ਆ ਰਿਹਾ ਇਸ ਪਲੇਸ ਦੇ ਵੱਲ ਆ ਰਿਹਾ ਤਾਂ ਮੈਨ ਜਦੋਂ ਇਸ ਪੁਆਇੰਟ ਤੇ ਪਹੁੰਚਿਆ ਤਾਂ ਮੰਨ ਲਓ ਉਦੋਂ ਇਹ ਪਹੁੰਚੀ ਬੁਲੇਟ ਮੰਨ ਲਓ ਇਸ ਪਲੇਸ ਤੇ ਪਹੁੰਚਣ ਲਈ ਬੁਲੇਟ ਨੇ 2 ਘੰਟੇ ਲਏ 2 ਆਵਰਸ ਲਏ ਇਸ ਪਲੇਸ ਤੇ ਪਹੁੰਚਣ ਲਈ। ਵੈਸੇ ਜੇ ਆਪਾਂ ਕੁਐਸਚਨ ਨੂੰ ਈਜ਼ੀ ਕਰਨਾ ਆਪਾਂ ਸਪੋਜ਼ ਕਰਦਾ ਕਿ ਉਹਨੇ ਬੁਲੇਟ ਨੇ ਟਾਈਮ ਕਿੰਨਾ ਲਿਆ 26 ਮਿੰਟ ਲਏ ਨੇ ਫਿਰ ਕੁਐਸਚਨ ਬਹੁਤ ਈਜ਼ੀ ਹੋ ਜਾਊਗਾ। ਜਾਂ ਪਹਿਲਾਂ ਆਪਾਂ 2 ਘੰਟੇ ਨਾਲ ਹੀ ਕਰ ਦਿਆਂਗੇ ਮੰਨ ਲਓ ਇਹ 2 ਆਵਰਸ ਲੈਂਦੀ ਹੈ ਉਰੇ ਤੱਕ ਪਹੁੰਚਣ ਲਈ ਬੁਲੇਟ ਤਾਂ ਮੰਨ ਲਓ ਤਾਂ ਕਿੰਨੇ ਵਜੇ ਬੁਲੇਟ ਉਰੇ ਪਹੁੰਚੂਗੀ ਤਾਂ 10 AM ਤੇ ਪਹੁੰਚੂਗੀ। ਤਾਂ ਆਪਾਂ ਸਪੋਜ਼ ਕਰਦਾ ਕਿ ਮੈਨ ਉਦੋਂ 10 AM ਤੇ ਇਸ ਪਲੇਸ ਤੇ ਸੀਗਾ ਤੇ ਟ੍ਰੇਨ ਉਰੇ ਸੀ ਤੇ ਮੈਨ ਇਹਦੇ ਵਿੱਚ ਸੀ ਠੀਕ ਹੈ ਜੀ। ਹੁਣ ਜਿਹੜਾ ਮੈਨ ਹੈ ਉਹ ਇਸ ਪਲੇਸ ਵੱਲ ਜਾ ਰਿਹਾ ਹੈਗਾ ਜਿੱਥੋਂ ਬੁਲੇਟ ਫਾਇਰ ਕੀਤੀ ਸੀ ਤਾਂ ਜਦੋਂ ਉਹ 8:26 ਮਿੰਟ ਤੇ ਫਾਇਰ ਹੋਊਗੀ ਬਟ ਉਹ ਮੈਨ ਨੂੰ ਸੁਣਦੀ ਹੈਗੀ 26 ਮਿੰਟਾਂ ਬਾਅਦ ਸੁਣਦੀ ਹੈ ਜਿਹੜੀ ਉਹ ਫਾਇਰ ਕੀਤੀ ਸੌਰੀ 28 ਮਿੰਟਾਂ ਬਾਅਦ ਕੀਤੀ ਹੈ ਜੀ ਫਾਇਰ ਕੀਤੀ ਹੈ 28 ਮਿੰਟ ਆਫਟਰ ਬਟ ਮੈਨ ਨੂੰ ਉਹ 26 ਮਿੰਟਾਂ ਬਾਅਦ ਸੁਣੀ ਹੈ। ਤਾਂ ਮੈਂ ਕੀ ਕਹੂੰਗਾ ਕਿ ਮੈਨ ਨੂੰ ਉਹ ਜਦੋਂ 8:28 ਮਿੰਟ ਤੇ ਸੁਣੀ ਹੈ ਜੇ ਮੈਨ ਇਸ ਪਲੇਸ ਤੇ ਹੀ ਹੁੰਦਾ ਤਾਂ ਉਸਨੂੰ ਉਹ ਬੁਲੇਟ ਇੱਥੇ ਪਹੁੰਚਣੀ ਸੀ ਉਹਦਾ ਜਿਹੜਾ ਸਾਊਂਡ ਪਹੁੰਚਣਾ ਸੀਗਾ 10:28 AM ਤੇ ਉਹਦਾ ਸਾਊਂਡ ਪਹੁੰਚਣਾ ਸੀ ਉਰੇ ਬਟ ਮੈਨ ਕੀ ਸੀਗਾ ਟ੍ਰੇਨ ਵੱਲ ਇਸ ਪਲੇਸ ਵੱਲ ਜਾ ਰਿਹਾ ਮਤਲਬ ਕਿ ਮੈਨ ਨੂੰ ਉਹ 10:26 ਮਿੰਟ ਤੇ ਸੁਣ ਗਈ ਇਹੀ ਮਤਲਬ ਹੋਇਆ ਜੀ ਇਹਦਾ ਕਿਉਂਕਿ ਮੈਨ ਨੂੰ ਤਾਂ 26 ਮਿੰਟਾਂ ਬਾਅਦ ਸੁਣੀ ਹੈ ਪਹਿਲੀ ਮੈਨ ਨੂੰ ਸੁਣੀ ਸੀ 10 ਵਜੇ ਤੇ ਹੁਣ ਸੁਣੀ ਹੈ ਮੈਨ ਨੂੰ 10:26 ਮਿੰਟ ਤੇ। ਤਾਂ ਹੁਣ ਦੇਖੋ ਜਦੋਂ ਬੁਲੇਟ ਉਰੇ ਸੀਗੀ ਤਾਂ ਹੁਣ ਦੇਖੋ ਕੀ ਹੋ ਰਿਹਾ ਕੁਐਸਚਨ ਦੇ ਵਿੱਚ ਮੈਨੂੰ ਐਵੇਂ ਦੱਸੋ ਕਿ ਜਦੋਂ ਪਹਿਲਾਂ ਮੈਨ 10 ਵਜੇ ਉਰੇ ਸੀਗਾ ਤੇ 10:26 ਮਿੰਟ ਤੇ ਮੈਨ ਉਰੇ ਪਹੁੰਚ ਗਿਆ ਮਤਲਬ ਕਿ ਮੈਨ ਨੂੰ
ਉਰੇ ਤੋਂ ਉਰੇ ਤੱਕ ਪਹੁੰਚਣ ਵਾਸਤੇ ਟਾਈਮ ਕਿੰਨਾ ਲੱਗ ਗਿਆ? 26 ਮਿੰਟ ਲੱਗ ਗਏ ਜੀ। ਪਰ ਬੁਲੇਟ ਨੂੰ ਉਰੇ ਪਹੁੰਚਣ ਵਾਸਤੇ ਟਾਈਮ ਕਿੰਨਾ ਲੱਗਿਆ? ਬੁਲੇਟ 10:26 ਤੇ ਉਰੇ ਸੀ ਤੇ 10:28 ਤੇ ਉਰੇ ਪਹੁੰਚ ਰਹੀ ਹੈ। ਠੀਕ ਹੈ ਜੀ। ਤਾਂ ਇਹੀ ਡਿਸਟੈਂਸ ਨੂੰ ਜਿਹੜਾ ਮੈਨ ਹੈ ਉਹ ਤਾਂ 26 ਮਿੰਟ 'ਚ ਕਵਰ ਕਰ ਰਿਹਾ, ਇਹੀ ਡਿਸਟੈਂਸ ਨੂੰ ਜਿਹੜੀ ਬੁਲੇਟ ਹੈ ਉਹ 2 ਮਿੰਟ 'ਚ ਕਵਰ ਕਰਦੀ ਹੈ। ਤਾਂ ਮਤਲਬ ਉਰੇ ਇਸ ਡਿਸਟੈਂਸ ਤੇ ਅਬਾਊਟ ਆਪਾਂ ਕੁਐਸਚਨ ਲਵਾਂਗੇ ਸਾਰਾ। ਮਤਲਬ ਕਿ ਇਸ ਡਿਸਟੈਂਸ ਵਾਸਤੇ ਜੋ ਮੈਨ ਦੀ ਸਪੀਡ ਹੈ, ਮੈਨ ਤੇ ਮੈਂ ਲਿਖਿਆ ਬੁਲੇਟ, ਜੋ ਇਹਦੀ ਸਪੀਡ ਹੈ ਉਹ ਕਿੰਨੀ ਹੈ ਜੀ? ਦੇਖੋ ਉਰੇ ਲਿਖ ਲੈਂਦੇ ਆਪਾਂ ਮੈਨ ਬੁਲੇਟ, ਤਾਂ ਜੇ ਆਪਾਂ ਸਪੀਡ ਦੇਖੀਏ, ਸੌਰੀ ਆਪਾਂ ਦੇਖੀਏ ਟਾਈਮ। ਜੇ ਮੈਨ ਦਾ ਟਾਈਮ ਇਸ ਪਲੇਸ ਤੋਂ ਲੈ ਕੇ ਇਸ ਪਲੇਸ ਤੱਕ ਪਹੁੰਚਣ ਦਾ 26 ਮਿੰਟ ਹੈ, ਤਾਂ ਟਾਈਮ ਇਸਦਾ ਕਿੰਨਾ ਹੋਊਗਾ? ਬੁਲੇਟ ਦਾ 2 ਮਿੰਟ ਹੋਊਗਾ। ਤਾਂ ਜੇ ਆਪਾਂ ਸਪੀਡ ਦੀ ਕਰ ਲਾਂਗੇ ਰੇਸ਼ੋ, ਤਾਂ ਕਿੰਨੀ ਆ ਜਾਊਗੀ? 2:26, 1:30, 1 ਕਿੰਨੀ ਆ ਗਈ? 13। ਹੁਣ ਕੀ ਹੈ, ਜੇ ਮੈਨ ਦੀ ਸਪੀਡ 1 ਹੈ ਤਾਂ ਟ੍ਰੇਨ ਸਪੀਡ ਇਸਦੀ ਕਿੰਨੀ ਹੈ? ਸਾਊਂਡ ਦੀ ਸਪੀਡ ਕਿੰਨੀ ਹੈ? ਜਦ ਬੁਲੇਟ ਦੇ ਸਾਊਂਡ ਦੀ ਸਪੀਡ ਕਿੰਨੀ ਹੈ? 13 ਹੈ। ਕਿਉਂਕਿ ਉਰੇ ਸੌਰੀ ਮੇਥੋਂ ਇੱਕ ਪੁਆਇੰਟ ਮਿਸਟੇਕ ਹੋ ਗਿਆ ਕਿ ਜਿਹੜੀ ਬੁਲੇਟ ਹੈ ਉਹ ਇੱਥੋਂ ਇੱਥੇ ਤੱਕ ਨਹੀਂ ਪਹੁੰਚੀ, ਉਹਦਾ ਸਾਊਂਡ ਪਹੁੰਚੇਗਾ ਕਿਉਂਕਿ ਬੁਲੇਟ ਦਾ ਉੱਪਰ ਫਾਇਰ ਹੋਊਗੀ। ਠੀਕ ਹੈ ਜੀ। ਉਰੇ ਸਾਊਂਡ ਜਾਊਗਾ, ਮਤਲਬ ਉਰੇ ਮੈਂ ਕੀ ਲਿਖੂੰਗਾ? ਸਾਊਂਡ ਲਿਖੂੰਗਾ। ਤਾਂ ਕੁਐਸਚਨ 'ਚ ਕੋਈ ਚੇਂਜ ਨਹੀਂ ਹੋਣਾ, ਸਿਰਫ ਉਰੇ ਸਾਊਂਡ ਹੀ ਆਣਾ ਸੀਗਾ ਕਿਉਂਕਿ ਸਾਊਂਡ ਪਹੁੰਚੂਗਾ ਉਰੇ ਤੱਕ, ਸਾਊਂਡ ਟਰੈਵਲ ਕੀਤਾ। ਤਾਂ ਹੁਣ ਦੇਖੋ ਜੀ, ਤਾਂ ਇੱਥੇ ਵੀ ਆਪਾਂ ਐਸ ਕਰ ਲਈਏ ਸਾਊਂਡ ਦੀ। ਤਾਂ ਜੇ ਸਾਊਂਡ ਦੀ ਸਪੀਡ 13 ਹੈ, ਮੈਨ ਦੀ ਸਪੀਡ ਕਿੰਨੀ ਹੈ? 1 ਹੈ, ਤਾਂ 13 ਦੀ ਵੈਲਿਊ ਕਿੰਨੀ ਗਿਵਨ ਆਪਾਂ ਨੂੰ? 325 ਮੀਟਰ ਪਰ ਸੈਕਿੰਡ। ਤਾਂ ਆਪਾਂ ਨੇ ਟ੍ਰੇਨ ਦੀ ਸਪੀਡ ਪਤਾ ਕਰਨੀ ਹੈ। ਤਾਂ 13 ਦੀ ਵੈਲਿਊ ਕਿੰਨੀ ਹੈ? 325 ਮੀਟਰ ਪਰ ਸੈਕਿੰਡ। 1 ਦੀ ਵੈਲਿਊ ਕਿੰਨੀ ਆ ਜਾਊਗੀ? 13 2 26, 13 5 65, 25 ਮੀਟਰ ਪਰ ਸੈਕਿੰਡ। ਆਪਸ਼ਨ ਬੀ, ਆਪਸ਼ਨ ਬੀ ਕੀ ਹੈ ਆਪਣਾ ਸਹੀ ਆਂਸਰ। ਤਾਂ ਦੇਖੋ ਜੀ, ਹੁਣ ਆਪਾਂ ਇਹਨਾਂ ਕੁਐਸਚਨਾਂ ਨੂੰ ਕਿਵੇਂ ਕਰਾਂਗੇ ਕਿ ਜਿਹਦੇ ਵਿੱਚ ਤਾਂ 26 ਮਿੰਟਾਂ ਵਿੱਚ ਜਿਹੜੀ ਚੀਜ਼ ਫਾਇਰ ਕੀਤੀ ਹੈ ਉਹ 26 ਤਾਂ ਲਿਖਾਂਗੇ ਆਪਾਂ ਉਰੇ, ਜਦੋਂ ਸੈਕਿੰਡ ਚੀਜ਼ ਫਾਇਰ ਜਦੋਂ ਉਸ ਮੈਨ ਨੂੰ ਸੁਣੀ ਹੋਊਗੀ। ਠੀਕ ਹੈ ਜੀ। ਤਾਂ ਜਿਹੜਾ ਉਹਨਾਂ ਦਾ ਗੈਪ ਹੈ ਉਸ ਨੂੰ ਲਿਖਾਂਗੇ ਆਪਾਂ, ਟਾਈਮ ਲਿਖਾਂਗੇ ਉਹਦਾ ਆਪਣਾ ਸਾਊਂਡ ਦਾ। ਤਾਂ 26 ਤੇ ਲਿਖਿਆ, ਉਰੇ 2 ਲਿਖਿਆ, ਸਪੀਡ ਕਿੰਨੀ ਹੈ ਜੀ? 2:26, ਉੱਥੋਂ 5 ਨਿਕਾਲ ਲਾਂਗੇ ਫਟਾਫਟ। ਠੀਕ ਹੈ ਜੀ। ਤਾਂ ਜਦੋਂ ਤੁਸੀਂ ਇਹਨਾਂ ਕੁਐਸਚਨਾਂ ਨੂੰ 4-5 ਵਾਰ ਕਰੋਗੇ ਤੁਹਾਡਾ ਬਹੁਤ ਈਜ਼ੀ ਹੋ ਜਾਣਗੇ। ਅੱਗੇ ਦੇਖੋ ਜੀ, ਕੁਐਸਚਨ ਨੰਬਰ 25। ਮੈਂ ਹੁਣ ਇਸ ਕੁਐਸਚਨ ਨੂੰ ਮੈਂ ਸ਼ਾਰਟ ਦੇ ਵਿੱਚ ਕਰੂੰਗਾ ਕਿਉਂਕਿ ਲੌਂਗ ਨਾਲ ਮੈਂ ਕਰ ਚੁੱਕਿਆ। ਦੇਖੋ ਜੀ ਕੀ ਲਿਖਿਆ, 2 guns were fired from same place at an interval of 28 minutes, but a man sitting in a train going away the place hears the second firing 30 minutes after the first. If the speed of train is 20 km/h, find the speed of sound. ਹੁਣ ਇਸ ਕੁਐਸਚਨ ਵਿੱਚ ਉਲਟਾ ਕੀ ਬਣਾ ਆਪਾਂ ਨੂੰ ਕਿ ਜਿਹੜਾ ਮੈਨ ਹੈ ਉਹ ਜਿੱਧਰੋਂ ਫਾਇਰ ਕੀਤਾ ਉਧਰ ਨਹੀਂ ਜਾ ਰਿਹਾ, ਉਹਦੇ ਉਲਟ ਡਾਇਰੈਕਸ਼ਨ ਦੇ ਵਿੱਚ ਜਾ ਰਿਹਾ। ਤਾਂ ਕੁਐਸਚਨ ਸੇਮ ਹੀ ਹੋਊਗਾ ਜੀ, ਤਾਂ ਵੀ ਇਸ 'ਚ ਕੋਈ ਡਿਫਰੈਂਸ ਨਹੀਂ ਆਊਗਾ। ਦੇਖੋ ਮੈਂ ਇਹਨੂੰ ਵੀ ਪੂਰਾ ਕਰ ਦਿੰਦਾ ਕਿਉਂਕਿ ਥੋੜਾ ਜਿਹਾ ਡਾਇਰੈਕਸ਼ਨ ਉਲਟਾ ਵਾਲਾ ਕੁਐਸਚਨ ਆ ਗਿਆ। ਮੰਨ ਲਓ ਇਸ ਪਲੇਸ ਤੇ ਫਾਇਰ ਕੀਤਾ 10 ਵਜੇ, ਸੌਰੀ 8 ਵਜੇ। ਠੀਕ ਹੈ ਜੀ। ਤਾਂ ਮੰਨ ਲਓ ਜਿਹੜਾ ਮੈਨ ਹੈ ਉਹ ਇੱਧਰ ਜਾ ਰਿਹਾ ਤੇ ਜਦੋਂ ਇਸ ਪਲੇਸ ਤੇ ਪਹੁੰਚਿਆ ਉਸ ਟਾਈਮ ਉਹਨੂੰ ਫਾਇਰ ਸੁਣੀ ਹੈ 28 ਮਿੰਟ ਬਾਅਦ, ਮਤਲਬ ਕਿ 8:28 ਤੇ ਉਹਨੂੰ ਸੁਣੀ ਹੈ ਫਾਇਰ ਮੈਨ ਨੂੰ। ਤਾਂ ਨੈਕਸਟ ਫਾਇਰ ਕੀਤੀ ਹੈ 30 ਮਿੰਟਾਂ ਬਾਅਦ, ਮਤਲਬ ਕਿ 8:30 ਤੇ। ਬਟ ਮੈਨ ਇਸ ਪਲੇਸ ਤੋਂ ਇਸ ਪਲੇਸ ਤੱਕ ਪਹੁੰਚ ਚੁੱਕਿਆ ਕਿਉਂਕਿ ਮੈਨ ਉਸ ਤੋਂ ਟ੍ਰੇਨ 'ਚ ਵਿੱਚ ਬੈਠਾ, ਜਿਹੜੀ ਟ੍ਰੇਨ ਉਸ ਤੋਂ ਉਸ ਪਲੇਸ ਤੋਂ ਦੂਰ ਜਾ ਰਹੀ ਹੈ, ਗੋਇੰਗ ਅਵੇ ਫਰੋਮ ਦਾ ਪਲੇਸ। ਤਾਂ ਮਤਲਬ ਕਿ ਮੈਨ ਨੂੰ ਸੁਣੀ ਹੈਗੀ 30 ਮਿੰਟਾਂ ਬਾਅਦ, ਸੌਰੀ ਫਾਇਰ ਕੀਤੀ ਸੀ 28 ਮਿੰਟਾਂ ਬਾਅਦ, ਇੰਟਰਵਲ ਆਫ 28 ਮਿੰਟ ਲਿਖਿਆ ਹੋਇਆ। ਫਾਇਰ ਕੀਤੀ ਸੀ 8:28 ਤੇ ਮੈਨ ਨੂੰ ਸੁਣੀ 8:30 ਤੇ। 30 ਤੇ ਨਹੀਂ ਜੀ, 30 ਮਿੰਟਾਂ ਬਾਅਦ ਸੁਣੀ ਹੈ, ਮਤਲਬ ਕਿ ਦੇਖੋ ਕੀ ਕਿਹਾ 30 ਮਿੰਟ ਬਾਅਦ ਸੁਣੀ ਹੈ, ਮਤਲਬ ਕਿ 8:58 ਤੇ ਉਹਨੂੰ ਸੁਣੀ ਹੈ ਮੈਨ ਨੂੰ। ਪਹਿਲੀ ਨੂੰ 8:28 ਤੇ ਸੁਣੀ ਹੈ, ਫਿਰ ਉਹਨੂੰ 30 ਮਿੰਟਾਂ ਬਾਅਦ ਸੁਣੀ 8:58 ਤੇ। ਜੇ ਆਪਾਂ ਇਸ ਪਲੇਸ ਦੀ ਗੱਲ ਕਰੀਏ, ਜੇ ਆਪਾਂ ਇਸ ਪਲੇਸ ਦੀ ਗੱਲ ਕਰੀਏ ਤਾਂ ਉਰੇ 8:56 ਤੇ ਪਹੁੰਚਣੀ ਸੀ ਕਿਉਂਕਿ ਉਰੇ ਵੀ 28 ਮਿੰਟਾਂ ਬਾਅਦ ਪਹੁੰਚਣੀ ਸੀ, ਉਰੇ ਵੀ 28 ਮਿੰਟਾਂ ਬਾਅਦ ਪਹੁੰਚਣੀ ਸੀ। ਬਟ ਮੈਨ ਨੂੰ ਸੁਣੀ 8:58 ਤੇ, ਮਤਲਬ ਕਿ ਮੈਨ ਨੇ 8:28 ਤੇ ਮੈਨ ਇਸ ਪਲੇਸ ਤੇ ਸੀਗਾ,
8:58 ਤੇ ਮੈਨ ਇਸ ਪਲੇਸ ਤੇ ਹੈ, ਤਾਂ 30 ਮਿੰਟ ਲਏ ਨੇ ਮੈਨ ਨੇ ਇਸ ਪਲੇਸ ਤੋਂ ਇਸ ਪਲੇਸ ਤੱਕ ਜਾਣ ਤੇ ਸਾਊਂਡ ਨੇ ਸਿਰਫ 2 ਮਿੰਟ ਲਏ ਨੇ ਇਸ ਪਲੇਸ ਤੋਂ ਇਸ ਪਲੇਸ ਤੱਕ ਜਾਣ ਤੇ। ਤਾਂ ਮਤਲਬ ਕਿ ਇਸ ਡਿਸਟੈਂਸ ਦੇ ਲਈ ਤਾਂ ਜੋ ਸਪੀਡ ਹੈ ਮੈਨ ਦੀ, ਸਪੀਡ ਦੀ ਜੋ ਰੇਸ਼ੋ ਹੈ ਮੈਨ ਤੇ ਬੁਲੇਟ ਦੀ, ਜਾਂ ਆਪਾਂ ਦੇਖ ਲਈਏ ਆਪਾਂ ਟਾਈਮ ਦੀ ਰੇਸ਼ੋ ਨਿਕਾਲ ਲਈਏ ਮੈਨ ਤੇ ਬੁਲੇਟ ਦੀ। ਜੇ ਮੈਨ ਦਾ ਟਾਈਮ 30 ਮਿੰਟ ਹੈ ਤਾਂ ਟਾਈਮ ਬੁਲੇਟ ਦਾ ਕਿੰਨਾ 2 ਮਿੰਟ। ਸਪੀਡ ਦੀ ਰੇਸ਼ੋ ਆ ਜਾਊਗੀ 2:30, 1:15 ਮਤਲਬ ਕਿ। ਤਾਂ ਜੇ ਸਪੀਡ ਕਿੰਨੀ ਹੈ ਬੁਲੇਟ ਦੀ 15 ਹੈ ਤੇ ਮੈਨ ਦੀ ਸਪੀਡ ਕਿੰਨੀ ਹੈ 1 ਹੈ। ਹੁਣ ਆਪਾਂ ਨੂੰ ਕੀ ਗਿਵਨ ਹੈ ਕਿ ਸਪੀਡ ਆਫ ਟ੍ਰੇਨ ਕਿੰਨੀ ਹੈ 20 ਕਿਲੋਮੀਟਰ ਪਰ ਆਰ। ਮਤਲਬ ਕਿ ਮੈਂ ਟ੍ਰੇਨ 'ਚ ਹੀ ਬੈਠਾ ਸੀਗਾ ਤਾਂ ਮੈਨ ਦੀ ਸਪੀਡ ਕਿੰਨੀ ਹੋਗੀ 20 ਕਿਲੋਮੀਟਰ ਪਰ ਆਰ। 1 ਦੀ ਵੈਲਿਊ ਕਿੰਨੀ ਹੈ 20 ਕਿਲੋਮੀਟਰ ਪਰ ਆਰ। ਤਾਂ ਫਿਰ ਇਸ ਦੀ ਵੈਲਿਊ ਕਿੰਨੀ ਹੋ ਜਾਊਗੀ ਬੁਲੇਟ ਦੀ 15 ਦੀ ਵੈਲਿਊ ਹੋ ਜਾਊਗੀ 300 ਕਿਲੋਮੀਟਰ ਪਰ ਆਰ। ਆਪਸ਼ਨ ਬੀ ਕੀ ਹੈ ਆਪਣੇ ਕੋਲੇ ਸਹੀ ਆਂਸਰ। ਠੀਕ ਹੈ ਜੀ, ਤਾਂ ਇਸ ਤਰੀਕੇ ਨਾਲ ਆਪਾਂ ਕੁਐਸਚਨ ਕਰ ਸਕਦੇ ਹਾਂ। ਵੈਸੇ ਆਪਾਂ ਨੇ ਇਹਨਾਂ ਨੂੰ ਕਿਵੇਂ ਕਰਨਾ ਹੈ ਕਿ ਜੋ ਸੈਕਿੰਡ ਸਾਊਂਡ ਹੈ ਸੁਣਦੀ ਹੈ ਉਸ ਨੂੰ ਆਪਾਂ ਸਪੋਜ਼ ਕਰਦੇ ਹੁੰਦੇ ਹਾਂ ਕਿ ਟਾਈਮ ਮੈਨ ਦਾ, ਤਾਂ ਜਿਹਨਾਂ ਦਾ ਡਿਫਰੈਂਸ ਹੁੰਦਾ ਉਹਨੂੰ ਆਪਾਂ ਸਪੋਜ਼ ਕਰ ਲੈਂਦੇ ਹਾਂ ਟਾਈਮ ਬੁਲੇਟ ਦਾ। ਤਾਂ ਇੱਥੋਂ ਆਪਾਂ ਸਪੀਡ ਦੀ ਰੇਸ਼ੋ ਲਿਖਾਂਗੇ ਉਲਟਾ ਕੇ ਆਂਸਰ ਆ ਜਾਊਗਾ। ਅੱਗੇ ਦੇਖਦੇ ਹਾਂ ਜੀ ਆਪਾਂ ਕੁਐਸਚਨ ਨੰਬਰ 26। ਹਾਂਜੀ ਦੇਖੋ ਇਹ ਕੁਐਸਚਨ ਵੀ ਸੇਮ ਉਸਦੇ ਨਾਲ ਦੀ ਹੈ 25 ਦੇ, ਤਾਂ ਆਪਾਂ ਇਹਨੂੰ ਸ਼ਾਰਟ ਚ ਕਰਾਂਗੇ। ਹੁਣ ਦੇਖੋ ਕੀ ਕਿਹਾ ਕੁਐਸਚਨ ਦੇ ਵਿੱਚ, ਫਰੋਮ ਏ ਬੱਸ ਟਰਮੀਨਲ, ਇੱਕ ਬੱਸ ਦਾ ਕੀ ਟਰਮੀਨਲ ਹੈ ਜਿੱਥੋਂ ਬੱਸ ਸਟਾਰਟ ਹੁੰਦੀ ਹੈ, ਐਟ ਐਨ ਇੰਟਰਵਲ ਆਫ 24 ਮਿੰਟ, ਮਤਲਬ ਕਿ ਉਹ ਬੱਸ 24 ਮਿੰਟਾਂ ਬਾਅਦ ਇੱਧਰ ਜਾ ਰਹੀ ਹੈ। ਹਰ 24 ਮਿੰਟਾਂ ਬਾਅਦ ਬੱਸ ਉਰੋਂ ਸਟਾਰਟ ਹੋ ਜਾਂਦੀ ਹੈ, ਇੱਧਰ ਜਾ ਰਹੀ ਹੈ। ਤਾਂ ਹੁਣ ਆਪਾਂ ਨੂੰ ਕੀ ਕਿਹਾ ਜੀ ਕੁਐਸਚਨ ਦੇ ਵਿੱਚ ਇਹਨਾਂ ਨੇ, ਕਹਿੰਦਾ ਇਫ ਏ ਮੈਨ ਗੋਜ਼ ਅਵੇ ਫਰੋਮ ਦਾ ਬੱਸ ਟਰਮੀਨਲ ਐਂਡ ਮੀਟ ਦਾ ਬੱਸ ਐਟ ਇੰਟਰਵਲ ਆਫ 28 ਮਿੰਟ। ਹੁਣ ਇੱਕ ਮੈਨ ਸੀਗਾ ਉਹ ਬੱਸ ਟਰਮੀਨਲ ਤੋਂ ਅਵੇ ਜਾ ਰਿਹਾ, ਮਤਲਬ ਕਿ ਦੂਰ ਜਾ ਰਿਹਾ ਹੈਗਾ। ਜੇ ਪਹਿਲਾ ਮੈਨ ਉਰੇ ਹੋਊਗਾ ਤਾਂ ਮੈਨ ਇੱਧਰ ਜਾ ਰਿਹਾ, ਮਤਲਬ ਉਹ ਤੋਂ ਦੂਰ ਜਾ ਰਿਹਾ ਹੈਗਾ। ਹੁਣ ਕਹਿੰਦਾ ਜੇ ਸਪੀਡ ਮੈਨ ਦੀ ਕਿੰਨੀ ਹੈਗੀ 5 ਕਿਲੋਮੀਟਰ ਪਰ ਆਰ ਹੈ ਤਾਂ ਬੱਸ ਦੀ ਸਪੀਡ ਕਿੰਨੀ ਹੋਊਗੀ, ਇਹ ਚੀਜ਼ ਆਪਾਂ ਪਤਾ ਕਰਨੀ ਹੈ। ਤਾਂ ਦੇਖੋ ਮੈਂ ਸੇਮ ਚੀਜ਼ ਕਰੂੰਗਾ ਕਿ ਬੱਸ ਨੂੰ 28 ਮਿੰਟਾਂ ਬਾਅਦ ਮਿਲਦੀ ਹੈ, ਮਤਲਬ ਕਿ ਜਿਹੜੀ ਬੱਸ ਆ ਉਹ ਮੈਨ ਨੂੰ 28 ਮਿੰਟਾਂ ਦੇ ਇੰਟਰਵਲ ਬਾਅਦ ਮਿਲਦੀ ਹੈ। ਤਾਂ ਮੈਂ ਮੈਨ ਦਾ ਟਾਈਮ ਕਿੰਨਾ ਲਊਂਗਾ ਜੀ 28 ਮਿੰਟ ਲਊਂਗਾ, ਕਿ ਜਿੰਨਾ ਡਿਸਟੈਂਸ ਮੈਨ 28 ਮਿੰਟ 'ਚ ਕਵਰ ਕਰਦਾ ਹੈ ਉਹਨਾਂ ਜਿਹੜੀ ਬੱਸ ਹੈ ਉਹ 4 ਮਿੰਟ 'ਚ ਕਵਰ ਕਰਦੀ ਹੈ ਦੋਹਾਂ ਦੇ ਗੈਪ ਨਾਲ। ਠੀਕ ਹੈ ਜੀ, ਪਹਿਲਾਂ ਕੁਐਸਚਨ ਨੰਬਰ 25 ਦੇਖੋ, ਇਹ ਚੀਜ਼ ਤੁਹਾਨੂੰ ਸਮਝ ਲੱਗ ਜੂਗੀ। ਸੇਮ ਉਵੇਂ ਹੀ ਕਰ ਰਿਹਾ ਮੈਂ 4 ਮਿੰਟ। ਤਾਂ ਹੁਣ ਜੇ ਮੈਨ ਦੀ ਸਪੀਡ 5 ਹੈ, ਇਸ ਦਾ ਸਪੀਡ, ਹੁਣ ਜੇ ਆਪਾਂ ਸਪੀਡ ਦੀ ਦੇਖਾਂਗੇ ਆਪਾਂ ਰੇਸ਼ੋ 4 ਰੇਸ਼ੋ ਕਿੰਨੀ ਆ ਜੂਗੀ 28। ਤਾਂ 4 ਦੀ ਵੈਲਿਊ ਜੇ ਕਿੰਨੀ ਹੈ 5 ਕਿਲੋਮੀਟਰ ਪਰ ਆਰ ਹੈ, ਤਾਂ ਆਪਾਂ ਨੇ 28 ਦੀ ਵੈਲਿਊ ਪਤਾ ਕਰਨੀ ਹੈ, ਮਤਲਬ ਕਿ 7 ਨਾਲ ਮਲਟੀਪਲਾਈ ਹੋਇਆ ਹੋਇਆ ਉਰੇ, ਤਾਂ ਇਹਦੀ ਵੈਲਿਊ ਆ ਜਾਊਗੀ 35 ਕਿਲੋਮੀਟਰ ਪਰ ਆਰ। ਆਪਸ਼ਨ ਡੀ ਆਂਸਰ ਆ ਜਾਊ। ਠੀਕ ਹੈ ਜੀ, ਤਾਂ ਇਸ ਤਰੀਕੇ ਨਾਲ ਆਪਾਂ ਕੁਐਸਚਨ ਨੂੰ ਈਜ਼ੀ ਕਰ ਸਕਦੇ ਹਾਂ। ਨੈਕਸਟ ਦੇਖੋ ਜੀ ਕੁਐਸਚਨ ਨੰਬਰ 27। ਕੁਐਸਚਨ 27 ਹੈ ਜੀ, a man covers a certain distance in 3 hours 36 minutes if he walk at the rate of 5 kilometer per hour. If he covers the same distance on cycle at the rate of 24 kilometer per hour, then the time taken by him in minutes is। देखो जी की गिवन है क्वेश्चन ਦੇ ਵਿੱਚ, ਜੋ ਮੈਨ ਹੈ ਉਹ 3 ਆਰ 36 ਮਿੰਟ ਦੇ ਵਿੱਚ ਟਰੈਵਲ ਕਰਦਾ, ਜਿਹਦੀ ਸਪੀਡ 5 ਕਿਲੋਮੀਟਰ ਪਰ ਆਰ ਹੈ। ਇਫ ਹੀ ਕਵਰ ਦਾ ਸੇਮ ਡਿਸਟੈਂਸ, ਜੋ 24 ਕਿਲੋਮੀਟਰ ਦੀ ਸਪੀਡ ਨਾਲ ਟਰੈਵਲ ਕਰਦਾ, ਉਹਦਾ ਟਾਈਮ ਪਤਾ ਕਰਨਾ ਆਪਾਂ ਨੇ। ਆਸਾਨ ਕੁਐਸਚਨ ਹੈ ਜੀ। 5 into 3 ਆਰ 36 ਮਿੰਟ, ਪਹਿਲਾਂ ਆਪਾਂ ਇਹਨੂੰ ਆਰਸ 'ਚ ਚੇਂਜ ਕਰ ਲਈਏ। 3 and 36/60, 6/10, 3/5, ਮਤਲਬ ਇਹ ਆ ਗਿਆ ਆਪਣੇ ਕੋਲੇ 18/5। ਤਾਂ 18/5 ਆਰ ਆ ਗਈ, ਸਪੀਡ ਆ ਗਈ ਹੈ, ਟਾਈਮ ਆ ਗਿਆ। ਹੁਣ ਆਪਾਂ ਇਹਨੂੰ ਡਿਵਾਈਡ ਕਰਾਂਗੇ ਸਾਈਕਲ ਦੀ ਸਪੀਡ ਨਾਲ 24 ਨਾਲ, ਤਾਂ ਟਾਈਮ ਆ ਜਾਊਗਾ। ਤਾਂ 5 ਨਾਲ 5 ਕੈਂਸਲ ਹੋ ਗਿਆ। 18/24 ਆਰ ਮਤਲਬ ਕਿ 6 ਤੇ ਕੈਂਸਲ ਕਰਾਂਗੇ 3/4 ਆਰ। 3/4 ਨੂੰ ਆਪਾਂ 60 ਨਾਲ ਮਲਟੀਪਲਾਈ ਕਰ ਦਾਂਗੇ, ਕਿੰਨਾ ਆ ਜਾਊਗਾ 45 ਮਿੰਟ। ਤਾਂ ਟਾਈਮ ਕਿੰਨਾ ਆ ਗਿਆ 45 ਮਿੰਟ। ਆਪਸ਼ਨ ਬੀ। ਨੈਕਸਟ ਦੇਖੋ ਜੀ ਕੁਐਸਚਨ ਨੰਬਰ 28। ਹਾਂਜੀ ਦੇਖੋ ਕੁਐਸਚਨ ਨੰਬਰ 28। If a person reduce his speed by 27.27%, he takes 66 minutes to reach his destination. Find the time taken by the person to reach his destination
ਇਫ ਹੀ ਇਨਕਰੀਜ਼ ਹਿਸ ਸਪੀਡ ਬਾਈ 20%। ਦੇਖੋ ਜੀ ਕੀ ਚੀਜ਼ ਕੁਐਸਚਨ ਵਿੱਚ ਕਹੀ ਹੈ ਆਪਾਂ ਨੂੰ, ਬਿਲਕੁਲ ਆਸਾਨ ਕੁਐਸਚਨ ਹੈ। ਦੇਖੋ ਜੇ ਕਹਿੰਦਾ ਮੈਨ ਆਪਣੀ ਸਪੀਡ ਨੂੰ 27.27% ਨਾਲ ਡਿਕਰੀਜ਼ ਕਰਦਾ ਹੈ ਤਾਂ ਇਸ ਦੀ ਵੈਲਿਊ ਹੁੰਦੀ ਹੈ 27/99। ਤਾਂ ਇਹਨੂੰ ਮੈਂ ਕੈਂਸਲ ਕਰੂੰਗਾ 9 ਤੇ 3/11 ਆ ਜਾਊ। ਹੁਣ ਦੇਖੋ ਜੇ ਉਸਦੀ ਸਪੀਡ ਜੇ ਪਹਿਲਾਂ 11 ਹੋਊਗੀ, ਹੁਣ ਕੀ ਹੋ ਗਿਆ, ਉਹਦੀ ਡਿਕਰੀਜ਼ ਹੋ ਗਈ ਬਾਈ 3 ਨਾਲ, ਕਿਉਂਕਿ ਜਿਹੜਾ 3 ਹੈ ਉਹ 11 ਦਾ 27.27% ਹੈ, ਤਾਂ ਸਪੀਡ ਕਿੰਨੀ ਰਹੇਗੀ 8 ਰਹੇਗੀ। ਹੁਣ ਆਪਾਂ ਦੇਖਾਂਗੇ ਟਾਈਮ, ਤਾਂ ਜੋ ਟਾਈਮ ਦੀ ਬਣੂਗੀ ਰੇਸ਼ੋ ਉਹ ਬਣ ਜੂਗੀ 8/11। ਠੀਕ ਹੈ ਜੀ। ਹੁਣ ਦੇਖੋ ਮੈਂ ਉਰੇ ਇੱਕ ਚੀਜ਼ ਕਰ ਰਿਹਾ, ਜੇ ਆਪਾਂ ਸਪੀਡ ਨੂੰ 11x ਤੇ 8x ਸਪੋਜ਼ ਕਰਕੇ ਚੱਲੀਏ ਤੇ ਟਾਈਮ ਦੀ ਆਪਾਂ ਰੇਸ਼ੋ ਨਿਕਾਲ ਲਈ 8:11, ਤਾਂ ਉਰੇ ਡਿਫਰੈਂਸ ਕਿੰਨਾ ਆ ਰਿਹਾ, ਉਰੇ ਡਿਫਰੈਂਸ ਹੈ, ਸੋਰੀ ਆਪਾਂ ਨੂੰ ਕੁਐਸਚਨ ਕੀ ਗਿਵਨ ਹੈ, ਹੀ ਟੇਕਸ 66 ਮਿੰਟ ਟੂ ਰੀਚ ਹਿਸ ਡੈਸਟੀਨੇਸ਼ਨ ਆਫਟਰ ਡਿਕਰੀਜ਼ਿੰਗ ਸਪੀਡ, ਮਤਲਬ ਕਿ ਜਦੋਂ ਦੀ ਸਪੀਡ 8x ਹੈ ਉਹਦਾ ਟਾਈਮ ਕਿੰਨਾ ਹੈਗਾ 11 ਹੈ, ਤਾਂ ਇਸ 11 ਦੀ ਵੈਲਿਊ ਕਿੰਨੀ ਗਿਵਨ ਹੈ 66 ਮਿੰਟ 66 ਮਿੰਟ, ਤਾਂ ਇੱਕ ਦੀ ਵੈਲਿਊ ਕਿੰਨੀ ਆ ਜਾਊਗੀ 6 ਮਿੰਟ। ਤਾਂ ਜੇ ਇੱਕ ਦੀ ਵੈਲਿਊ 6 ਮਿੰਟ ਹੈ ਤਾਂ 8 ਦੀ ਵੈਲਿਊ ਕਿੰਨੀ ਆ ਜਾਊਗੀ 48 ਮਿੰਟ। ਮਤਲਬ ਕਿ ਪਹਿਲਾਂ ਟ੍ਰੇਨ ਆਪਦੇ ਐਕਚੁਅਲ ਟਾਈਮ ਦੇ ਵਿੱਚ 48 ਮਿੰਟ ਨਾਲ ਕੀ ਹੈ ਮੂਵ ਕਰ ਰਹੀ, 48 ਮਿੰਟ ਦੇ ਵਿੱਚ ਆਪਦੀ ਡੈਸਟੀਨੇਸ਼ਨ ਤੇ ਪਹੁੰਚਦੀ ਸੀ, ਉਹਦੀ ਸਪੀਡ ਕਿੰਨੀ ਸੀ 11x, ਤਾਂ ਇਟ ਮੀਨਸ ਡਿਸਟੈਂਸ ਕਿੰਨਾ ਆ ਜਾਊਗਾ 11x ਇੰਟੂ 8, ਇਹ ਆਪਣਾ ਕੀ ਬਣ ਜਾਊਗਾ ਡਿਸਟੈਂਸ ਬਣ ਜਾਊਗਾ। ਹੁਣ ਆਪਾਂ ਨੂੰ ਕੀ ਕਹਿ ਰਿਹਾ, ਫਾਈਂਡ ਟਾਈਮ ਟੇਕਨ ਬਾਈ ਦਾ ਪਰਸਨ ਟੂ ਰੀਚ ਹਿਸ ਡੈਸਟੀਨੇਸ਼ਨ ਇਫ ਹੀ ਇਨਕਰੀਜ਼ ਹਿਸ ਸਪੀਡ ਬਾਈ 20%, ਜੇ ਉਹਦੀ ਸਪੀਡ 20% ਨਾਲ ਅਪ ਹੁੰਦੀ ਹੈ, ਮਤਲਬ ਕਿ ਜਿਹੜੀ ਸਪੀਡ ਪਹਿਲਾਂ 11x ਸੀ ਹੁਣ 20% ਅਪ ਹੋਣ ਦਾ ਮਤਲਬ ਇਸਦਾ 120% ਹੋਊਗੀ, ਮਤਲਬ ਕਿੰਨੀ ਹੋਗੀ 6/5, 120% ਦਾ ਮਤਲਬ ਹੁੰਦਾ 6/5, ਤਾਂ ਉਹਦੀ ਨਵੀਂ ਸਪੀਡ ਕਿੰਨੀ ਹੋਗੀ 66x/5। ਤਾਂ ਜੇ ਆਪਾਂ ਇਹਦੇ ਨਾਲ ਡਿਵਾਈਡ ਕਰ ਦਾਂਗੇ ਤਾਂ ਆਪਣੇ ਕੋਲ ਟਾਈਮ ਆ ਜਾਊਗਾ, ਇਹ ਸੀ ਆਪਣਾ ਡਿਸਟੈਂਸ, ਇਹ ਸੀ ਆਪਣੀ ਸਪੀਡ ਬਾਈ 5 ਇੱਧਰ ਆ ਜਾਊਗਾ। ਤਾਂ ਹੁਣ ਇਹਨੂੰ ਆਪਾਂ ਸੋਲਵ ਕਰਾਂਗੇ, ਉਹਦੇ 6 ਆ ਜਾਊਗਾ, 66/5। ਤਾਂ ਹੁਣ ਇਸ ਤੋਂ ਬਾਅਦ 'ਚ ਆਪਣੇ ਕੋਲ ਟਾਈਮ ਆ ਜਾਊਗਾ 40/6, 8 ਦੀ ਵੈਲਿਊ 48 ਮਿੰਟ, 11x ਤਾਂ ਸੋਰੀ ਉਰੇ 48 ਆਊਗਾ, ਜੋ ਡਿਸਟੈਂਸ ਕੀ ਹੁੰਦਾ ਸਪੀਡ ਇਨਟੂ ਟਾਈਮ ਹੁੰਦਾ, ਤਾਂ ਉਰੇ 48 ਆਊਗਾ। ਤਾਂ ਇਸ ਚੀਜ਼ ਨੂੰ ਆਪਾਂ ਉਰੇ 48 ਲਿਖਾਂਗੇ, ਠੀਕ ਹੈ ਜੀ। ਤਾਂ ਉਰੇ 6 ਆ ਜਾਊਗਾ, ਉਰੇ ਇੱਧਰ 5 ਹੈਗਾ ਹੀ ਸੀਗਾ ਤਾਂ ਉਰੇ 8 ਆ ਜਾਊਗਾ, ਤਾਂ ਇਹ ਆ ਜਾਊਗਾ 40। ਟਾਈਮ ਕਿੰਨਾ ਆ ਗਿਆ 40 ਮਿੰਟ। ਦੇਖੋ ਜੀ ਮੈਂ ਦੁਬਾਰਾ ਰਿਪੀਟ ਕਰ ਰਿਹਾ, ਟਾਈਮ 8 ਤੋਂ 11 ਹੋਇਆ ਤਾਂ 11 ਦੀ ਵੈਲਿਊ 66 ਸੀ, 8 ਦੀ ਵੈਲਿਊ ਕਿੰਨੀ ਆ ਗਈ 48 ਮਿੰਟ। ਤਾਂ ਪਹਿਲਾਂ ਜੋ ਟ੍ਰੇਨ ਸੀ ਉਹ 11x ਸਪੀਡ ਨਾਲ 48 ਮਿੰਟ ਦੇ ਵਿੱਚ ਟਰੈਵਲ ਕਰਦੀ ਸੀ, ਤਾਂ ਇਹ ਉਹਦਾ ਕੀ ਨਿਕਾਲ ਲਿਆ ਆਪਾਂ ਡਿਸਟੈਂਸ, ਸਪੀਡ ਇਨਟੂ ਟਾਈਮ। ਹੁਣ ਉਸ ਤੋਂ ਬਾਅਦ ਟ੍ਰੇਨ ਦੀ ਸਪੀਡ ਕਿੰਨੀ ਵੱਧ ਗਈ 20% ਵੱਧ ਗਈ, ਮਤਲਬ ਕਿ 11x ਦਾ 6/5 ਹੋ ਗਈ, ਮਤਲਬ ਕਿੰਨੀ ਹੋ ਗਈ 66x/5। ਤਾਂ ਹੁਣ ਜਦੋਂ ਮੈਂ ਇਹਨੂੰ ਸੋਲਵ ਕੀਤਾ ਮੇਰੇ ਕੋਲ ਟਾਈਮ ਕਿੰਨਾ ਆ ਗਿਆ 40 ਮਿੰਟ ਆ ਗਿਆ, ਮੈਂ ਡਿਸਟੈਂਸ ਨੂੰ ਸਪੀਡ ਤੇ ਡਿਵਾਈਡ ਕਰਤਾ, ਟਾਈਮ ਕਿੰਨਾ ਆ ਗਿਆ 40 ਮਿੰਟ, ਆਪਸ਼ਨ ਬੀ। ਅੱਗੇ ਦੇਖੋ ਜੀ ਕੁਐਸਚਨ ਨੰਬਰ 29, ਕੁਐਸਚਨ 29 ਹੈ ਜੀ, A walks at uniform speed of 8 km per hour and 8 hours after his start. B start on his cycle after him at a speed of 24 km per hour. How far from the starting point will B catch A? देखो जी की कह रहा है, कहना A ਜਿਹੜਾ ਹੈ ਉਹ 8 ਕਿਲੋਮੀਟਰ ਦੀ ਸਪੀਡ ਦੇ ਨਾਲ ਜਾ ਰਿਹਾ 8 ਕਿਲੋਮੀਟਰ ਪਰ ਆਰ ਐਂਡ 8 ਆਰ ਆਫਟਰ ਹਿਜ ਸਟਾਰਟ, ਉਹਦੇ 8 ਘੰਟੇ ਜਾਣ ਤੋਂ ਬਾਅਦ B ਨੇ ਸਟਾਰਟ ਕੀਤਾ ਸਾਈਕਲ ਆਫਟਰ ਹਿਮ, ਉਹਦੇ ਪਿੱਛੇ ਗਿਆ at a speed of 24 km per hour. How far from the starting point will B catch A? देखो जी बहुत आसान क्वेश्चन है। देखो जो पहला B सीगा, पहला A परसन गया, A किन्नी दी स्पीड सी A नाल गया 8 किलोमीटर पर आवर की स्पीड, ते 8 घंटे A कित्थे पहुंच गया होगा, मान लो इस प्लेस ते पहुंच गया, तो उन्हें 64 किलोमीटर डिस्टेंस की कर लिया ट्रैवल कर लिया, 8 की स्पीड ਨਾਲ 8 घंटे ट्रैवल किया 64 किलोमीटर, पूरे ਹੁਣ A पहुंच गया। ਹੁਣ ਇੱਥੋਂ B ਕੀ ਹੋਊਗਾ ਸਟਾਰਟ ਹੋਊਗਾ, ਜੇ B ਸਟਾਰਟ ਹੋਊਗਾ B ਸਟਾਰਟਸ ਔਨ ਹਿਸ ਸਾਈਕਲ, B ਗਿਆ ਸਾਈਕਲ ਤੇ ਉਹਦੀ ਸਪੀਡ ਸੀ 24 ਕਿਲੋਮੀਟਰ ਪਰ। ਹਾਊ ਫਾਰ ਫਰੋਮ ਦਾ ਸਟਾਰਟਿੰਗ ਪੁਆਇੰਟ ਵਿਲ B ਕੈਚ A? ਤਾਂ ਮੰਨ ਲਓ ਆਪਾਂ ਇਸ ਪੁਆਇੰਟ ਤੇ B ਨੇ A ਨੂੰ ਕੈਚ ਕਰ ਲਿਆ, ਤਾਂ ਸਟਾਰਟਿੰਗ ਪੁਆਇੰਟ ਕਿੰਨਾ ਦੂਰ ਹੈ। ਹੁਣ ਦੇਖੋ
ਹੁਣ ਜਦੋਂ A ਉਰੇ ਪਹੁੰਚ ਗਿਆ ਉਸ ਤੋਂ ਬਾਅਦ B ਸਟਾਰਟ ਹੋਇਆ ਤਾਂ ਦੋਨੋਂ ਸੇਮ ਟਾਈਮ ਤੇ C ਤੇ ਪਹੁੰਚੇ ਨੇ। ਠੀਕ ਹੈ ਜੀ, ਤਾਂ ਦੋਹਾਂ ਨੂੰ ਟਾਈਮ ਵੀ ਸੇਮ ਮਿਲਿਆ ਹੋਊਗਾ ਕਿਉਂਕਿ A ਉਰੇ ਤੋਂ ਲੈ ਕੇ ਉਰੇ ਤੱਕ ਦੋਨੋਂ ਜਿਹੜਾ ਟਾਈਮ ਲੱਗਿਆ ਉਹੀ ਟਾਈਮ B ਨੂੰ ਇੱਥੇ ਤੋਂ ਲੈ ਕੇ ਇੱਥੇ ਤੱਕ ਲੱਗਿਆ। ਤਾਂ ਜਦੋਂ ਟਾਈਮ ਸੇਮ ਹੋਵੇ ਤਾਂ ਜੋ ਰੇਸ਼ੋ ਸਪੀਡ ਦੀ ਬਣਦੀ ਹੁੰਦੀ ਹੈ ਉਹੀ ਰੇਸ਼ੋ ਕਿਹਦੀ ਬਣਦੀ ਹੈ, ਡਿਸਟੈਂਸ ਦੀ। ਤਾਂ ਸਪੀਡ ਆਫ A ਡਿਵਾਈਡ ਬਾਈ ਸਪੀਡ ਆਫ B ਕਿੰਨੀ ਆ ਗਈ 8/24, 1 ਬਾਈ ਕਿੰਨੀ ਆ ਗਈ 3 ਆ ਗਈ। ਤਾਂ ਜੇ A 1 ਟਰੈਵਲ ਕਰਦਾ ਹੈ ਤਾਂ B ਕਿੰਨਾ ਟਰੈਵਲ ਕਰ ਰਿਹਾ 3, ਤਾਂ ਮਤਲਬ B ਨੇ 2 ਐਕਸਟਰਾ ਟਰੈਵਲ ਕੀਤਾ। ਤਾਂ ਐਕਸਟਰਾ ਕੀ ਟਰੈਵਲ ਕੀਤਾ B ਨੇ, ਆਹ ਡਿਸਟੈਂਸ। ਠੀਕ ਹੈ ਜੀ, ਇਹੀ ਟਰੈਵਲ ਕੀਤਾ ਐਕਸਟਰਾ ਕਿਉਂਕਿ ਉਦੋਂ ਬਾਅਦ ਤਾਂ ਸੇਮ ਹੋ ਜਾਊਗਾ। ਤਾਂ ਇਸ 2 ਦੀ ਵੈਲਿਊ ਆਪਾਂ ਨੂੰ ਕਿੰਨੀ ਗਿਵਨ ਹੈ 64 ਕਿਲੋਮੀਟਰ। 1 ਦੀ ਵੈਲਿਊ ਆ ਜਾਊਗੀ 32 ਕਿਲੋਮੀਟਰ। ਆਪਾਂ ਪਤਾ ਕਰਨੀ ਹੈ ਕਿ ਵੈਲਿਊ ਆਪਾਂ ਨੇ 3 ਦੀ, ਕਿਉਂਕਿ B ਨੇ ਕਿੰਨਾ ਟਰੈਵਲ ਕੀਤਾ ਹੈਗਾ, B ਨੇ ਟਰੈਵਲ ਕੀਤਾ 3। ਤਾਂ ਜੇ 1 ਦੀ ਵੈਲਿਊ 32 ਹੈ ਤਾਂ 3 ਦੀ ਵੈਲਿਊ ਕਿੰਨੀ ਆ ਜਾਊਗੀ 96 ਕਿਲੋਮੀਟਰ। ਆਪਸ਼ਨ B ਕੀ ਹੈ ਆਪਣੇ ਕੋਲ ਆंसर। ਨੈਕਸਟ ਹੈ ਜੀ ਕੁਐਸਚਨ ਨੰਬਰ 30। क्वेश्चन नंबर 30 की है अपने को, टू कार्स A and B travel from one city to another at a speed of 72 kilometer and 90 kilometer per hour respectively. If car B takes 1 hour lesser than car A for the journey, then what is the distance between two cities? बिल्कुल आसान है जी। स्पीड दी ਆਪਾਂ ਨੂੰ गिवन है, ਇਹਦੀ 72 किलोमीटर पर आवर है, ਇਹਦੀ 90 किलोमीटर पर आवर है। ਤਾਂ ਹੁਣ ਜੇ ਆਪਾਂ ਟਾਈਮ ਦੀ ਰੇਸ਼ੋ ਨਿਕਾਲ ਲਾਂਗੇ ਆ ਜਾਊਗੀ 90/72। 9 तो कैंसिल करा 10 बाय कितना आ जाऊगा 8 आ जाऊगा, 5 बाय कितना आ गया 4। तो टाइम की रेशो कितनी आ गई 5/4। ਆਪਾਂ ਨੂੰ ਕੀ ਕਹਿ ਰਿਹਾ, ਇਹ ਕਾਰ A ਸੀ ਇਹ ਕਾਰ B ਸੀ। ਠੀਕ ਹੈ ਜੀ, ਤੁਹਾਨੂੰ ਕਹਿ ਰਿਹਾ ਜਿਹੜੀ ਕਾਰ B ਹੈ ਉਹ 1 ਆਰ ਲੈਸ ਲੈਂਦੀ ਹੈ ਕਾਰ A ਤੋਂ। ਤਾਂ ਉਰੇ ਦੀ ਲੈਸ ਕਿੰਨਾ 1 ਹੈ, ਤਾਂ 1 ਦੀ ਵੈਲਿਊ ਕਿੰਨੀ ਆ ਗਈ 1 ਆਰ। ਤਾਂ 5 ਦੀ ਵੈਲਿਊ ਕਿੰਨੀ ਆ ਜਾਊਗੀ 5 ਆਰ। 4 ਦੀ ਵੈਲਿਊ ਆ ਜਾਊਗੀ 4। ਵਾਟ ਇਜ਼ डिस्टेंस बिटवीन टू सिटीज़? ਤਾਂ डिस्टेंस ਕੀ ਹੁੰਦਾ, स्पीड टाइम्स मल्टीप्लाई विद टाइम। तो 72 इंटू चाहे 5 कर दो चाहे 90/90 इंटू 4 कर दो, कितना आ जाऊगा 360। ऑप्शन बी की है अपना आंसर। नेक्स्ट है जी क्वेश्चन नंबर 31। A bus at a speed of 40 kilometer reaches its destination by 10 minutes late, while at speed of 50 kilometer per hour reaches its destination before 5 minutes. Find the distance। देखो जी क्वेश्चन की है, जो वो स्पीड बस की 40 है तो उदो डेस्टिनेशन तो लेट हो रहा है 10 मिनट। जो स्पीड 50 होगी तो वह की है 5 मिनट छेती पहुँच जाता है। तो जे आप स्पीड का आप उल्टा कर दिए तो अपने को जो रेशो आऊगी कि आ जाऊगी टाइम की रेशो 5/4। तो इन्हें गैप कितना है, उरे 10 मिनट लेट सीगा, उरे की सीगा 5 मिनट छेती पहुँच गया बिफोर। तो 15 मिनट का गैप है। 1 की वैल्यू कितनी आ जाऊगी 15 मिनट, 4 की आ जाऊगी 60 मिनट, मतलब कि 1 आवर। तो जे कार अब ਆਪਾਂ पता करना फाइंड द डिस्टेंस, स्पीड हैगी है टाइम है 1 आवर, तो कितना आ जाऊगा डिस्टेंस भी 50 आ जाऊगा, स्पीड इंटू टाइम कर देंगे, आंसर कितना आ जाऊगा 50 किलोमीटर। नेक्स्ट देखो जी क्वेश्चन नंबर 32। हाँ जी देखो क्वेश्चन नंबर 31। Anil left his house for school as minute late, but he travelled at 4/3 of his usual speed and reached school as minute early. Next day he left home as minute early than the previous day and travelled at 8/11 of his usual speed. He reached his school in dash as minute late to as minute late। ਇਹ ਆਪਸ਼ਨਸ ਨੇ। ਦੇਖੋ ਜੀ ਕੁਐਸਚਨ ਵਿੱਚ ਕੀ ਕਹਿ ਰਿਹਾ, ਕਹਿੰਦਾ ਇੱਕ ਪਰਸਨ ਹੈ ਅਨਿਲ ਤੇ ਜਦੋਂ ਉਹ ਘਰ ਤੋਂ ਐਸ ਮਿੰਟ ਲੇਟ ਤਾਂ ਉਹ ਟਰੈਵਲ ਕਰਦਾ, ਬਟ ਜੇ ਉਹ ਆਪਣੀ ਸਪੀਡ ਦਾ 4/3 ਕਰ ਲੈਂਦਾ, ਮਤਲਬ ਕਿ ਜੇ ਉਹ ਆਪਣੀ ਸਪੀਡ ਨੂੰ, ਜੋ ਕਿ ਉਹਦੀ ਕਿਹੜੀ ਸਪੀਡ ਹੈ ਯੂਜੂਅਲ ਸਪੀਡ ਦਾ ਜੇ 3 ਹੈ ਤਾਂ ਉਹ ਆਪਣੀ ਸਪੀਡ ਕਿੰਨੀ ਕਰਦਾ ਡੇ 1 ਦੇ ਵਿੱਚ, ਮੈਂ ਇਹਨੂੰ S1 ਲਿਖ ਦਿੰਦਾ ਸਪੀਡ 1। ਤਾਂ ਉਹ ਉਹਨੇ ਕਿੰਨੀ ਕਰ ਲਈ ਸਪੀਡ 4 ਕਰ ਲਈ। ਤਾਂ ਨੈਕਸਟ ਡੇ ਤਾਂ ਉਹ ਕੀ ਹੁੰਦਾ ਜੀ, ਉਹ जो देखो की है जो कहना अपनी स्पीड 3 ਤੋਂ 4 करता तो वह एस मिनट अर्ली पहुँच जाता। तो देखो की हो रहा है, एस मिनट तो लेट गया सीगा ते एस मिनट जल्दी पहुँच गया, मतलब कि 2s का डिफरेंस है टाइम का। ठीक है जी, अगे देखो नेक्स्ट डे ही लैफ्ट होम एस मिनट अर्ली देन द प्रीवियस डे एंड ट्रैवल्ड 8/11 ऑफ हिज
यूजुअल स्पीड ही रीच्ड हिज स्कूल। देखो जी नैक्सट डे जे आप S2 देखिए तो किन्नी कर ली उन्हें अपनी स्पीड जो आम स्पीड 11 सी यूजुअल स्पीड तो हुण उन्हें किन्नी कर ली 8 कर ली। तो जे रेशो निकाल गई स्पीड्स के उरे 3 आ जाऊगा उरे 11 आ जाऊगा। तो जो पहला स्पीड किन्नी सी यूजुअल 33 तो डे 1 किन्नी उन्हें कर ली 44 की तो डे 2 किन्नी की सी 24 की सी 33 तो हम देखना कि जो 24 स्पीड में जाऊगा तो किन्ने टाइम लेट हो जाऊगा। एक चीज़ आप भी ध्यान रखनी कि S मिनट अर्ली उन्हें मूव किया। तो देखो जी किमें करा। देखो जी उनकी चीज़ है जो उसने अपनी स्पीड किन्नी की सी 33 तो 44 की तो जो टाइम की रेशो बनूगी किन्नी बनूगी 4:3 बन जाऊगी। तो उरे मैं उरे एक्स लगा रहा एक्स यूज़ कर रहा तो हुण वो की होगा जो S मिनट की हो गया हुण उरे डिफरेंस किन्ने देखो टाइम का पहला तो घरों S मिनट लेट गया वो भी कवर हो गया तो S मिनट जल्दी पहुँच गया मतलब कि 2S का डिफरेंस है। उरे किन्ना डिफरेंस है 1 का 1 की वैल्यू किन्नी आएगी 2S तो 4 की वैल्यू किन्नी आ जाऊगी 8S। हाँ इट मीनस वो 8S टाइम के पहुँचे जो कि एक्चुअल टाइम सीगा ਉਹਦਾ ਪਹੁੰਚਣ ਦਾ। ठीक है जी तो 8S ਉਹਦਾ ਕੀ ਆ ਗਿਆ एक्चुअल टाइम ਸੀਗਾ भी 8S टाइम ਦੇ ਵਿੱਚ होम टू स्कूल पहुँच ਜਾਂਦਾ 8S टाइम ਦੇ ਵਿੱਚ। ठीक है जी ये चीज़ तो होगी क्लीयर। ਹੁਣ देखो नैक्सट डे की कर रहे हैं ਹੁਣ जिवें उरे डी निकालना डिस्टेंस स्पीड इंटू टाइम स्पीड कितनी है 33x टाइम कितना है 8S तो ये मेरे को आ गया डिस्टेंस आ गया। हूँ जो इन्ना डिस्टेंस है ठीक है जी हूँ वो नैक्सट डे की करता है आपकी स्पीड 33 तो कितनी कर लेंदा है 24 करता है। देखो जो वो स्पीड 33x सीगी तो वो 8S टाइम पहुँच रहा सीगा तो इन्ना डिस्टेंस आ गया। हूँ उन्हें अपनी स्पीड कितनी कर ली 24x कर ली तो वह कैंसल हो जाऊगा। देखो आप कितने टाइम पहुँचूगा उरे 3 आ गया उरे 11 आ गया तो वह परसन 11S टाइम के पहुँचूगा मतलब कि वो परसन की किन्ने घंटे हो जाऊगा लेट पहला वो 8S टाइम पहुँचता है हूँ 11S पहुँचता मतलब कि वो डिफरेंस कितना आ गया 3S मतलब कि 3S परसन इन्ने मिनट लेट हो जाऊगा। बट क्वेश्चन की गिवन है कि वो S मिनट घरों छेती लैफ्ट किया S मिनट अर्ली तो वो S मिनट की हो जाएंगे ये माइनस कर देंगे तो वो 2S मिनट की हो जाऊगा लेट हो जाऊगा ऑप्शन बी। ठीक है जी क्योंकि वो जे वो सही टाइम पर चलता तो वो परसन 11S टाइम पहुँचता जो स्पीड कितनी होंगी 24 होंगी। बट वो S मिनट मूव किया पहला घर तो 2S टाइम के 2S टाइम ही लेट होगा जबकि उन्हें लेट होना सीगा 3S टाइम जे वो सही टाइम पर चलता बट वो S मिनट जल्दी रन करके 2S टाइम ही लेट होया। ठीक है जी इस तरीके का क्वेश्चन है 31। अगे देखो जी क्वेश्चन नंबर 32 है जी नेहा वॉक्स एट ए स्पीड ऑफ 12 किलोमीटर पर आवर एंड रीचेज हर स्कूल 12 मिनट लेट। इफ शी वॉक एट स्पीड ऑफ 18 किलोमीटर पर आवर शी रीचेज हर स्कूल 18 मिनट्स अर्ली फाइंड द डिस्टेंस ऑफ हर स्कूल फ्रॉम हर हाउस। देखो जी कितना आसान है स्पीड करा आप 12 तो 18 करती उन्हें तो टाइम की रेशो कितनी हो जाएगी 3 तो 2 हो जाएगी तो एक का डिफरेंस है एक की वैल्यू कितनी है पहला 12 मिनट लेट सी तो हम 18 मिनट छेती पहुँच गया मतलब कि 30 मिनट का डिफरेंस आ गया ये कितना आ गया हाफ आवर तो 2 की वैल्यू कितनी आ जाएगी 1 आवर मतलब कि वो स्कूल दूर कितनी है वो हाउस तो स्पीड इंटू टाइम 18 इंटू 1 इक्वल टू 18 किलोमीटर। ठीक है जी उन्होंने पूरे एक चीज़ ध्यान रखियो ਆਪਾਂ स्पीड ਉਹਦੀ एक्चुअल गिवन ਸੀਗੀ 12 किलोमीटर पर आवर 18 किलोमीटर पर आवर ਤੇ ਟਾਈਮ ਆਪਾਂ ਉਹਦਾ ਇੱਥੋਂ ਨਿਕਾਲਿਆ ਤਾਂ ਆਪਾਂ ਇਸ ਨੂੰ ਸਪੀਡ ਤੇ ਟਾਈਮ ਸਪੋਜ਼ ਕਰਕੇ ਆਪਾਂ ਉਹਦਾ डिस्टेंस पता किया। अगे देखो जी क्वेश्चन नंबर 33। हाँ जी देखो क्वेश्चन नंबर 33 अशोक reached 6 minutes late when traveling with speed of 60 kilometer to a city. He increased his speed by 20 kilometer per hour on next day and reached 4 minutes before. Find distance between house and city, time taken to reach city. If he want to reach on time, at what speed he has to travel. तो आपने को तीन क्वेश्चन नहीं आप फाइंड करना है। देखो जी की है पहले जो अशोक की स्पीड सी
पहला कितनी सी 60 किलोमीटर पर आवर, फिर उन्हें 20 ਨਾਲ ਅਪ ਕਰ ਲਈ, ਮਤਲਬ ਕਿੰਨੀ ਹੋਗੀ 80 ਕਿਲੋਮੀਟਰ ਪਰ ਆਵਰ। ਤਾਂ ਜੇ ਆਪਾਂ ਟਾਈਮ ਦੀ ਰੇਸ਼ੋ ਨਿਕਾਲਾਂਗੇ 8:6 ਮਤਲਬ ਕਿ 4 ਬਾਈ ਕਿੰਨੀ ਆ ਜਾਊਗੀ 3 ਆ ਜਾਊਗੀ ਰੇਸ਼ੋ। ਪਹਿਲਾਂ 6 ਮਿੰਟ ਲੇਟ ਸੀਗਾ, ਹੁਣ 4 ਮਿੰਟ ਪਹਿਲਾਂ ਪਹੁੰਚ ਗਿਆ, ਮਤਲਬ ਕਿ 10 ਮਿੰਟ ਦਾ ਗੈਪ ਹੈ। 1 ਦੀ ਵੈਲਿਊ ਆ ਜਾਊਗੀ 10, 4 ਦੀ ਵੈਲਿਊ 40 ਮਿੰਟ, 3 ਦੀ ਵੈਲਿਊ ਆ ਜਾਊਗੀ 30 ਮਿੰਟ, ਮਤਲਬ ਕਿ ਹਾਫ ਆਵਰ। ਤਾਂ डिस्टेंस कितना आ गया, स्पीड इंटू टाइम, स्पीड 80, टाइम हाफ आवर, तो कितना आ गया 40 किलोमीटर डिस्टेंस आ गया। ਹੁਣ देखो जी जो वो 30 मिनट पहुँचता है तो वो 4 मिनट की पहुँच जाता बिफोर पहुँच जाता जल्दी, मतलब कि उन्हें 26 मिनट के मतलब कि उन्हें 34 मिनट के पहुँचना सीगा, क्योंकि 30 मिनट तो 30 मिनट पहुँचे तो बट वो 4 मिनट पहला पहुँच गया, मतलब कि 34 मिनट पहुँचना सीगा एक्चुअल के। तो हम की पूछ रहे हैं अपने तो क्वेश्चन सैकेंड, टाइम टेकन टू रीच सिटी कैलकुलेट। तो वह एक्चुअल टाइम की सीगा वो चीज़ पूछी है कितना आ जाऊगा 34 मिनट। ठीक है जी, वो स्पीड कितनी होवे ताकि वो बिल्कुल सही टाइम पे पहुँच जाए। तो स्पीड पता करनी है आप, डिस्टेंस कितना अपने को 40 किलोमीटर, टाइम कितना है 34 मिनट, बाई की कर देंगे आप 60 कर देंगे आवर्स के चेंज करने लगे। तो टाइम आ जाऊगा 40 × 60 डिवाइड बाय 34। तो इस चीज़ में अपने सॉल्व करना है, दो तो कैंसिल करेंगे 70 और आ जाऊगा 30। ठीक है जी, 40 किलोमीटर उन्हें ट्रैवल करना, उन्हें 34 मिनट के पहुँचना है। तो इतों आप टाइम पता करा उन्हें आ जाऊगा 1200 डिवाइड बाय 70, 17 6 102, 17 7 119। उस तो बाद जीरो और जीरो लग जूगी, मतलब कि अप्रॉक्सीमेट 70 किलोमीटर पर आवर होगी अप्रॉक्सीमेशन। ठीक है जी, तो ऑप्शन ए बनूगी, उरे शायद उरे 700 नहीं आना, 70 किलोमीटर पर आवर आ जाऊगा, इस करके ऑप्शन ए की है सही आंसर है। आगे देखो जी क्वेश्चन नंबर 34। क्वेश्चन नंबर 34 की है, इफ अ स्टूडेंट रन विद ए स्पीड ऑफ 5 किलोमीटर पर आवर, he reach his school 10 minutes late, but if he increase his speed by 1 kilometer per hour, he reach school 5 minutes late. Find his original speed to reach school on time. देखो जी पर स्पीड लिखांगे पहला, 5 तो कितनी होगी 6 होगी, टाइम कितना हो जाएगा 6 to 5 आ जाएगी रेशो में। तो एक का गैप है 1 की वैल्यू कितनी आ जाएगी, देखो कितने कटांगे, पहला वो 10 मिनट लेट होंदा सी ते हुण वो 5 मिनट लेट होता है, मतलब कि 5 का ही गैप है 5 मिनट। तो 1 की वैल्यू 5, 6 की वैल्यू आ जाएगी 30 मिनट, मतलब कि हाफ आवर। तो वह डिस्टेंस कितना होगा स्कूल तो, स्पीड इंटू टाइम 2.5 किलोमीटर का डिस्टेंस है। उनकी पूछे फाइंड हिज ओरिजिनल स्पीड टू रीच स्कूल ऑन टाइम, ताकि वो टाइम पे स्कूल पहुँच जाए। देखो जी किमें करेंगे, टाइम पता करना है, हम डिस्टेंस एक्चुअल आई है अपने को 2.5 किलोमीटर, टाइम पता करना होगा। तो देखो जो वो 30 मिनट पहुँचता सीगा तो 10 मिनट लेट हो जाता सीगा, मतलब कि उन्हें 20 मिनट पहुँचना सीगा स्कूल के विच, तो 20 मिनट में आप जे आवर्स के चेंज कर लीए 20/60 हो जाऊगा, तो उरे आ जाऊगा 2.5 डिवाइड बाय 20 × 60, आ जाऊगा 3, 2.5 × 3 कितना आ जाऊगा 7.5 किलोमीटर पर आवर। ये स्पीड आ गई एक्चुअल स्पीड, डिस्टेंस ओवर की करता अपने टाइम करता था जो 7.5 किलोमीटर पर आवर आ जाऊगा वो स्कूल टाइम पे पहुँचूगा। ऑप्शन ए की अपना आंसर है। नेक्स्ट है जी क्वेश्चन नंबर 35। क्वेश्चन नंबर 35 देखो जी, ए मैन ट्रेवल सम डिस्टेंस एट स्पीड ऑफ 12 किलोमीटर पर आवर एंड रिटर्न्स एट स्पीड ऑफ 9 किलोमीटर पर आवर, if the total time taken by him is 2 hours 20 minutes, the distance is। देखो जी की क्वेश्चन है, पहला उसकी स्पीड कितनी सी 12, फिर वो वापस कदों आया कि स्पीड ना 9 किलोमीटर पर आवर नाल आया। ठीक है जी, डी का सेम क्योंकि जिन्ना उन्हें ट्रैवल किया जाने लिए ट्रैवल किया उन्ना ही उन्हें आने लिए ट्रैवल किया होगा। ठीक है जी, तो डिस्टेंस की होगा सेम होगा। स्पीड लिखिए आप, जो आप टाइम की लिखांगे रेशो कितनी आ जाएगी 9/12, मतलब कि कैंसल करा आप आ जाऊगी 3/4। हम किन्ने का गैप है 1 का, तो इफ द टोटल टाइम टेकन बाय हिम इज 2 hours 20 minutes,
देखो हुण जे ਉਹਦਾ ਜਾਣ ਵਾਸਤੇ ਟਾਈਮ ਕਿੰਨਾ ਲੱਗਿਆ 3 ਲੱਗਿਆ ਤਾਂ ਵਾਪਸ ਵੇਲੇ ਟਾਈਮ ਕਿੰਨਾ ਲੱਗਿਆ 4 ਲੱਗਿਆ ਹੋਊਗਾ ਤਾਂ ਇਟ ਮੀਨਸ 7 ਦੀ ਵੈਲਿਊ ਸਮ ਦੀ ਵੈਲਿਊ ਕਿਉਂਕਿ ਉਹਦੇ ਟੋਟਲ ਟਾਈਮ ਕੀ ਹੋਣਾ ਆਉਣ ਜਾਣ ਦਾ ਉਹਦੀ ਵੈਲਿਊ ਕਿੰਨੀ ਆ ਗਈ 2 ਆਰ 20 ਮਿੰਟ 20 ਮਿੰਟ ਨੂੰ ਆਪਾਂ ਆਰਸ ਚੇਂਜ ਕਰਤਾ 1/3 ਕਰਤਾ ਇਹ ਬਣ ਜਾਊਗਾ 7/3 ਤਾਂ 7 ਦੀ ਵੈਲਿਊ ਕਿੰਨੀ ਹੈ 7/3 1 ਦੀ ਵੈਲਿਊ 1/3 4 ਦੀ ਵੈਲਿਊ 4/3 मतलब कि इस 4 की वैल्यू कितनी आ गई 4/3 आ ਉਹਨੂੰ ਇੰਨਾ ਟਾਈਮ ਇੰਨੇ ਆਵਰਸ ਆ ਗਏ ਉਸ ਪਲੇਸ ਤੇ ਪਹੁੰਚਣ ਦੇ ਲਈ ਲੱਗੇ ਜਦੋਂ ਦੀ ਸਪੀਡ ਕਿੰਨੀ ਸੀ 9 ਕਿਲੋਮੀਟਰ ਪਰ ਆਰ ਤਾਂ ਡਿਸਟੈਂਸ ਕਿੰਨਾ ਹੋ ਜਾਊਗਾ ਸਪੀਡ ਇਨਟੂ ਟਾਈਮ 9 ਇਨਟੂ 4/3 ਹੋ ਜਾਊਗਾ 12 ਕਿਲੋਮੀਟਰ ਆਪਸ਼ਨ ਡੀ क्वेश्चन 35 next is question number 36 number 36 when Alicia goes by car at 50 km per hour she reaches her office 5 minutes late but when she takes her motorbike he reaches office 3 minutes early if her office is 25 km away what is approximate average speed at which she rides her motorbike देखो जी किवें करांगे इस क्वेश्चन में ਆਪਾਂ देखो ਆਪਾਂ ਨੇ ਨੈਕਸਟ ਸਪੀਡ ਦੀ ਆਪਾਂ ਰੇਸ਼ੋ ਫਾਈਂਡ ਕਰਨੀ ਇਹ ਚੀਜ਼ ਆਪਾਂ ਨੂੰ ਪਤਾ ਹੈ ਦੇਖੋ ਆਪਾਂ ਨੂੰ ਕੀ ਚੀਜ਼ ਗਿਵਨ ਹੈ ਆਪਾਂ ਕਿਸ ਤਰੀਕੇ ਨਾਲ ਕਰਾਂਗੇ ਜਿਹੜਾ ਉਹਦਾ ਆਫਿਸ ਹੈ ਉਹ 25 ਕਿਲੋਮੀਟਰ ਕੀ ਹੈ ਉਹ ਤੋਂ ਦੂਰ ਹੈ ਤਾਂ ਮਤਲਬ ਕਿ ਜੋ 25 ਕਿਲੋਮੀਟਰ 50 ਦੀ ਸਪੀਡ ਨਾਲ ਟਰੈਵਲ ਕਰਦੀ ਸੀ ਤਾਂ ਉਹਨੇ ਹਾਫ ਆਰ 'ਚ ਪਹੁੰਚਣਾ ਸੀਗਾ ਮਤਲਬ ਕਿ 30 ਮਿੰਟ 'ਚ ਪਹੁੰਚਦੀ ਉਹ ਬਟ ਉਹ ਕੀ ਹੋ ਗਈ 5 ਮਿੰਟ ਲੇਟ ਹੋ ਗਈ ਮਤਲਬ ਕਿ ਜਦੋਂ ਉਹ 30 ਮਿੰਟ ਦੇ ਵਿੱਚ ਪਹੁੰਚਦੀ ਆਫਿਸ ਦੇ ਵਿੱਚ ਤਾਂ ਉਹ 5 ਮਿੰਟ ਲੇਟ ਹੋ ਜਾਂਦੀ ਹੈ ਮਤਲਬ ਕਿ ਉਹਨੇ 25 ਮਿੰਟ 'ਚ ਪਹੁੰਚਣਾ ਸੀਗਾ 25 ਮਿੰਟ ਕੀ ਹੈ ਉਹਦਾ ਐਕਚੁਅਲ ਟਾਈਮ ਹੈ ਬਿਲਕੁਲ ਜਿਹਦੇ ਵਿੱਚ ਉਹਨੇ ਆਫਿਸ ਘਰੋਂ ਪਹੁੰਚਣਾ ਹੈਗਾ ਠੀਕ ਹੈ ਜੀ ਤਾਂ ਜਦੋਂ ਉਹ ਬਾਈਕ ਤੇ ਜਾਂਦੀ ਹੈ ਤਾਂ ਉਹ ਕੀ ਹੈ 3 ਮਿੰਟ ਛੇਤੀ ਪਹੁੰਚ ਜਾਂਦੀ ਹੈ ਅਰਲੀ ਮਤਲਬ ਕਿ ਉਹ 22 ਮਿੰਟ 'ਚ ਪਹੁੰਚਦੀ ਹੋਊਗੀ ਆਫਿਸ ਤਾਂ ਹੁਣ ਜੇ ਉਹ 25 ਕਿਲੋਮੀਟਰ ਉਹਨੇ ਟਰੈਵਲ ਕਰਨਾ 22 ਮਿੰਟ ਦੇ ਵਿੱਚ ਤਾਂ ਉਹਦੀ ਸਪੀਡ ਕਿੰਨੀ ਹੋਵੇ 22/60 ਤਾਂ ਹੁਣ ਇਸ ਨੂੰ ਆਪਾਂ ਸੋਲਵ ਕਰਾਂਗੇ और आ जाऊगा 1500 डिवाइड बाय 22 ਤਾਂ ਹੁਣ ਜੇ ਆਪਾਂ ਇਹਨੂੰ ਸੋਲਵ ਕਰਾਂਗੇ 7 ਤੇ ਡਿਵਾਈਡ ਹੋ ਜਾਊਗਾ ਇਹ 22 7 ਕਿੰਨਾ ਹੁੰਦਾ 14 1 15 ਤਾਂ ਇਹ 6 ਤੇ ਡਿਵਾਈਡ ਹੋਊਗਾ 6 132 और आ जाऊगा 180 वहीं डिवाइड हो जाऊगा 7 ਤੇ 6 ਤੇ ਹੋ ਜੂ 7 ਤੇ ਹੋ ਜਾਊਗਾ 8 ਤੇ ਵੀ ਹੋ ਜਾਊਗਾ ਇਹ 22 ਨੂੰ 8 ਤੇ 6176 ਤਾਂ 68 ਉਰੇ ਆ ਗਿਆ 176 ਤਾਂ 4 ਆ ਗਿਆ ਤਾਂ ਅਪਰੋਕਸੀਮੇਟ ਕਿੰਨਾ ਹੈ 68 ਕਿਲੋਮੀਟਰ ਪਰ ਆਰ ਠੀਕ ਹੈ ਜੀ ਦੁਬਾਰਾ ਸਮਝਣਾ ਇਸ ਕੁਐਸਚਨ ਨੂੰ ਪਹਿਲਾਂ ਉਹਨੇ 25 ਕਿਲੋਮੀਟਰ ਜਦੋਂ 50 ਦੀ ਸਪੀਡ ਨਾਲ ਜਾਂਦੀ ਸੀ ਤਾਂ ਉਹ 30 ਮਿੰਟ 'ਚ ਪਹੁੰਚੂਗੀ ਜੀ ਬਿਲਕੁਲ ਸਾਫ਼ ਹੈ ਤਾਂ 5 ਮਿੰਟ ਲੇਟ ਹੋ ਜਾਂਦੀ ਸੀ ਮਤਲਬ ਕਿ ਉਹਨੇ 25 ਮਿੰਟ ਦੇ ਵਿੱਚ ਪਹੁੰਚਣਾ ਹੁੰਦਾ ਸੀ ਹੁਣ ਜੇ ਉਹਨੇ ਅਰਲੀ ਜਾਣਾ 3 ਮਿੰਟ ਤਾਂ ਮਤਲਬ ਕਿ ਉਹਨੂੰ 22 ਮਿੰਟ 'ਚ ਪਹੁੰਚਣਾ ਪਊਗਾ ਜਦੋਂ ਬਾਈਕ ਤੇ ਜਾ ਰਹੀ ਹੈ ਤਾਂ 25 ਕਿਲੋਮੀਟਰ 22 ਮਿੰਟ ਦੇ ਵਿੱਚ ਕਿੰਨੀ ਸਪੀਡ ਨਾਲ ਟਰੈਵਲ ਕਰੂ ਉਹ ਆਪਾਂ ਨੇ ਫਾਈਂਡ ਕੀਤਾ ਠੀਕ ਹੈ ਜੀ ਅੱਗੇ ਦੇਖੋ ਜੀ ਕੁਐਸਚਨ ਨੰਬਰ 37 A man cycles at speed of 8 km per hour and reach office 11 a.m. When he cycles at speed of 12 km per hour, he reaches office 9 a.m. At what speed should we cycle so that he reaches his office at 10 a.m. देखो जी किवें करांगे ਆਪਾਂ ਇਸ ਕੁਐਸਚਨ ਨੂੰ ਜਦੋਂ ਉਹਦੀ ਪਹਿਲਾਂ ਸਪੀਡ 8 ਸੀ ਫਿਰ ਉਹਦੀ ਸਪੀਡ ਕਿੰਨੀ ਹੋ ਗਈ 12 ਤਾਂ ਟਾਈਮ ਦੀ ਰੇਸ਼ੋ ਕਿੰਨੀ ਆ ਗਈ ਪਹਿਲਾਂ ਉਹ 11 AM ਤੇ ਪਹੁੰਚਦਾ ਸੀਗਾ ਫਿਰ ਉਹ 9 AM ਤੇ ਪਹੁੰਚਦਾ ਜੇ ਇੱਥੋਂ ਆਪਾਂ ਸਪੀਡ ਦਾ ਉਲਟਾ ਕਰ ਦਈਏ ਤਾਂ ਟਾਈਮ ਦੀ ਰੇਸ਼ੋ ਨਿਕਾਲ ਲਾਂਗੇ ਇਹ ਆ ਜੂਗੀ ਆਪਣੇ ਕੋਲੇ 4 ਤੇ ਕੈਂਸਲ ਕਰਾਂਗੇ ਇਹ ਆ ਜੂਗੀ 12/8 ਆ ਜੂਗੀ ਇਹ ਬਣ ਜੂਗੀ 3/2 ਬਣ ਜੂਗੀ ਤਾਂ ਹੁਣ ਪੂਰੇ ਡਿਫਰੈਂਸ ਕਿੰਨਾ 2 ਘੰਟੇ ਦਾ ਪਹਿਲਾਂ ਉਹ 11 ਵਜੇ ਪਹੁੰਚਦਾ ਸੀ ਹੁਣ ਉਹ 9 ਵਜੇ ਪਹੁੰਚਦਾ ਮਤਲਬ ਕਿ 1 ਦੀ ਵੈਲਿਊ ਕਿੰਨੀ ਆ ਗਈ 2 ਆਰ 3 ਦੀ ਵੈਲਿਊ ਕਿੰਨੀ ਆ ਜੂਗੀ 6 ਆਰ ਤਾਂ ਮਤਲਬ ਕਿ ਉਹ 6 ਘੰਟੇ ਦੇ ਵਿੱਚ ਆਫਿਸ ਪਹੁੰਚਦਾ ਸੀਗਾ ਜਦੋਂ ਉਹ 11 ਵਜੇ ਪਹੁੰਚਦਾ ਸੀ 11 AM ਤੇ ਮਤਲਬ ਕਿ ਉਹ ਘਰੋਂ ਕਿੰਨੇ ਵਜੇ ਮੂਵ ਕਰਦਾ ਹੋਊਗਾ 5 AM ਤੇ ਮੂਵ ਕਰਦਾ ਹੋਊਗਾ ਤਾਂ ਹੀ 6 ਘੰਟੇ ਦੇ ਵਿੱਚ 11 AM ਤੇ ਪਹੁੰਚੂਗਾ ਬਟ ਹੁਣ ਉਸਨੇ ਪਹੁੰਚਣਾ 10 AM ਤੇ ਤਾਂ ਪਹਿਲਾਂ ਆਪਾਂ ਡੀ ਨਿਕਾਲ ਲਈਏ ਵੀ ਉਹਦਾ ਆਫਿਸ ਕਿੰਨੀ ਦੂਰ ਹੈ
ਸਪੀਡ ਇਨਟੂ ਟਾਈਮ 48 ਆ ਜਾਊਗਾ। ਹੁਣ ਉਸਨੇ 10 AM ਤੇ ਪਹੁੰਚਣਾ, ਮਤਲਬ ਕਿ 5 ਆਰ ਦੇ ਵਿੱਚ ਪਹੁੰਚਣਾ ਉਹਨੇ, ਤਾਂ 5 ਤੇ ਆਪਾਂ ਡਿਵਾਈਡ ਕਰ ਦਾਂਗੇ, ਇਹ ਆ ਜਾਊਗਾ 9.6 ਕਿਲੋਮੀਟਰ ਪਰ ਆਰ। ਆਪਸ਼ਨ ਏ ਆਂਸਰ ਹੈ ਜੀ। ਅੱਗੇ ਕਰਾਂਗੇ ਜੀ ਆਪਾਂ ਕੁਐਸਚਨ ਨੰਬਰ 38। ਨੰਬਰ ਦੇਖੋ 38। A boy start from his home at a certain time with a certain speed to pick up his girlfriend from office at 5 p.m. One day, his girlfriend left the office at 3 p.m. and start walking to home with a speed of 40 km per hour and meet the boy in the way who left his home at his usual time. They reach home at 40 minutes earlier than their usual time. Find the speed of boy. देखो जी क्वेश्चन की है आपने को, ਇਹ ਮੰਨ ਲਓ ਇਹ ਆਫਿਸ ਹੈ, ਉਰੇ ਜੋ ਗਰਲ ਹੈ ਉਹਦਾ ਹੋਮ ਹੈ। ਤਾਂ ਬॉय ਕੀ ਕਰਦਾ ਸੀਗਾ, ਉਸ ਨੂੰ 5 PM ਤੇ ਆਫਿਸ ਚੋਂ ਪਿਕ ਕਰਦਾ ਸੀ ਆਪਣੀ ਗਰਲਫ੍ਰੈਂਡ ਨੂੰ ਤੇ ਹੋਮ ਤੇ ਡ੍ਰੌਪ ਕਰ ਦਿੰਦਾ ਸੀ। ਤਾਂ ਇੱਕ ਦਿਨ ਕੀ ਹੋਇਆ, ਜੋ ਉਹਦੀ ਗਰਲਫ੍ਰੈਂਡ ਸੀ ਉਸ ਨੂੰ ਉਹਨੇ ਆਫਿਸ ਲੈਫਟ ਕਰਤਾ ਐਟ 3 PM ਤੇ, ਠੀਕ ਹੈ ਜੀ। ਐਂਡ ਸਟਾਰਟ ਵਾਕਿੰਗ ਟੂ ਹੋਮ, ਤਾਂ ਉਹ ਵਾਕ ਕਰਨ ਲੱਗ ਗਈ ਹੋਮ ਵੱਲ ਐਟ ਸਪੀਡ ਆਫ 40 ਕਿਲੋਮੀਟਰ ਪਰ ਆਰ। ਤੇ ਉਸਨੂੰ ਬॉय ਐਂਡ ਮੀਟ ਦਾ ਬॉय ਇਨ ਦਾ ਵੇ, ਉਸਨੂੰ ਜੋ ਬॉय ਸੀਗਾ ਉਹਨੂੰ ਕਿਤੇ ਕਿਸ ਪੁਆਇੰਟ ਤੇ ਮੀਟ ਕਰ ਗਿਆ, ਮੰਨ ਲਓ ਉਰੇ ਮੀਟ ਕਰ ਗਿਆ ਬॉय। ਦੇ ਰੀਚ ਹੋਮ 40 ਮਿੰਟ ਅਰਲੀਅਰ ਦੈਨ ਦੇਅਰ ਯੂਜੂਅਲ ਟਾਈਮ, ਫਾਈਂਡ ਦਾ ਸਪੀਡ ਆਫ ਬॉय। ਤਾਂ ਦੇਖੋ ਕੀ ਹੋਇਆ ਕੁਐਸਚਨ ਦੇ ਵਿੱਚ, ਬॉय ਇਸ ਨੂੰ ਉਰੋਂ 5 PM ਤੇ ਪਿਕ ਕਰਦਾ ਸੀ, ਬਟ ਇੱਕ ਦਿਨ ਕੀ ਹੋਇਆ, ਜਿਹੜੀ ਉਹ ਗਰਲ ਸੀ ਉਹਦੀ ਗਰਲਫ੍ਰੈਂਡ, ਉਹ 3 PM ਤੇ ਆਫਿਸ ਲੈਫਟ ਕਰ ਗਈ ਤੇ ਉਹ ਹੁਣੇ ਹੋਮ ਜਾਣਾ ਸੀ ਤੇ ਉਹਨੇ 40 ਕਿਲੋਮੀਟਰ ਪਰ ਆਰ ਦੀ ਸਪੀਡ ਨਾਲ ਮੂਵ ਕਰਨ ਲੱਗੀ, ਵਾਕ ਕਰਨ ਲੱਗੀ ਆਪਣੇ ਹੋਮ ਵੱਲ। ਤਾਂ ਜੋ ਬॉय ਸੀਗਾ ਉਸ ਨੂੰ ਕਿਸੇ ਇਸ ਪੁਆਇੰਟ ਤੇ ਮੰਨ ਲਓ ਮੀਟ ਕਰ ਗਿਆ ਤੇ ਉਸਨੇ ਗਰਲ ਨੂੰ ਇੱਥੋਂ ਪਿਕ ਕਰਕੇ ਉਹਦੇ ਹੋਮ ਤੇ ਡ੍ਰੌਪ ਕਰਤਾ। ਤਾਂ ਇਸ ਤਰ੍ਹਾਂ ਉਹਦੇ 40 ਮਿੰਟ ਉਹ ਛੇਤੀ ਪਹੁੰਚ ਗਈ, ਠੀਕ ਹੈ ਜੀ, ਆਪਦੇ ਐਕਚੁਅਲ ਟਾਈਮ ਤੋਂ। ਤਾਂ ਆਪਾਂ ਬॉय ਦੀ ਸਪੀਡ ਪਤਾ ਕਰਨੀ ਹੈ। ਹੁਣ ਦੇਖੋ ਜੀ ਜਿਹੜੇ ਬॉय ਦੇ 40 ਮਿੰਟ ਸੇਵ ਹੋਏ ਨੇ ਕਿਵੇਂ ਹੋਏ ਨੇ। ਦੇਖੋ ਮੰਨ ਲਓ ਜਦੋਂ ਬॉय ਨੂੰ 5 PM ਤੇ ਪਿਕ ਕਰਦਾ ਹੋਊਗਾ ਤੇ ਘਰੇ ਡ੍ਰੌਪ ਕਰਦਾ ਹੋਊਗਾ, ਠੀਕ ਹੈ ਜੀ। ਤਾਂ ਬॉय ਕਿੰਨਾ ਟਰੈਵਲ ਕਰਦਾ ਹੋਊਗਾ, ਪਹਿਲਾਂ ਆਫਿਸ ਜਾਂਦਾ ਹੋਊਗਾ, ਮਤਲਬ ਜੇ ਇਸ ਪੁਆਇੰਟ ਤੇ ਉਹਨੂੰ ਮੀਟ ਕੀਤਾ ਬॉय ਇਸ ਪੁਆਇੰਟ ਤੋਂ ਜਾ ਰਿਹਾ ਆਫਿਸ ਦੇ ਵਿੱਚ, ਤਾਂ ਇੱਥੇ ਪਹੁੰਚਦਾ ਹੋਊ ਪਹਿਲਾਂ, ਫਿਰ ਵਾਪਸ ਇਹਦੇ ਹੋਮ ਤੱਕ ਜਾਂਦਾ ਹੋਊਗਾ, ਇਹੀ ਚੀਜ਼ ਕਰਦਾ ਹੋਊਗਾ ਬॉय। ਬਟ ਹੁਣ ਬॉय ਦੇ 40 ਮਿੰਟ ਸੇਵ ਹੋ ਗਏ ਕਿ, ਤਾਂ ਇਹ ਕਿਹੜੇ ਸੇਵ ਹੋਏ ਨੇ, ਬॉय ਦੇ ਉਰੇ ਜਾਣ ਤੇ ਇੱਥੋਂ ਇਸ ਪੁਆਇੰਟ ਤੇ ਵਾਪਸ ਆਉਣ ਦੇ 40 ਮਿੰਟ ਬॉय ਦੇ ਸੇਵ ਹੋ ਗਏ, ਕਿਉਂਕਿ ਇਹੀ ਸੇਵ ਹੋਣਗੇ ਉਹਦੇ, ਕਿਉਂਕਿ ਉਹਦਾ ਇਹੀ ਤਾਂ ਬਚਿਆ ਉਹਦਾ ਟਰੈਵਲ ਕਰਨਾ ਡਿਸਟੈਂਸ। ਪਹਿਲਾਂ ਬॉय ਆਫਿਸ ਜਾਂਦਾ ਉਰੋਂ ਫਿਰ ਵਾਪਸ ਆਉਂਦਾ, ਤਾਂ ਹੁਣ ਉਹਦੇ ਇਹੀ ਟਾਈਮ ਉਹਦਾ ਸੇਵ ਹੋ ਗਿਆ। ਮਤਲਬ ਕੀ ਹੈ, ਮਤਲਬ ਕੀ ਹੈ 20 ਮਿੰਟ ਉਹਦੇ ਜਾਣਦੇ ਹੁੰਦੇ, 20 ਮਿੰਟ ਹੀ ਉਹਦੇ ਵਾਪਸ ਆਉਂਦੇ ਹੁੰਦੇ। ਤਾਂ ਮਤਲਬ ਕਿ 5 ਵਜਣ ਤੋਂ 20 ਮਿੰਟ ਪਹਿਲਾਂ ਬॉय ਇਸ ਪਲੇਸ ਤੇ ਹੋਊਗਾ, ਮਤਲਬ ਕਿ 4:40 ਤੇ ਬॉय ਇਸ ਪਲੇਸ ਤੇ ਹੋਊਗਾ, ਠੀਕ ਹੈ ਜੀ। 4:40 ਤੇ ਜੇ ਬॉय ਇਸ ਪਲੇਸ ਤੇ ਹੋਊਗਾ ਤੇ ਉਸ ਬॉय ਨੇ ਉਰੇ 5 PM ਤੇ ਪਹੁੰਚਣਾ ਸੀਗਾ। ਤਾਂ ਗਰਲ ਨੇ ਦੇਖੋ ਕੀ ਕੀਤਾ ਹੈਗਾ, 3 PM ਤੋਂ ਲੈ ਕੇ 4:40 ਤੱਕ, ਮਤਲਬ ਕਿ 1 ਘੰਟਾ 40 ਮਿੰਟ ਦੇ ਵਿੱਚ ਉਰੇ ਤੱਕ ਪਹੁੰਚੀ ਹੈ, 1 ਆਰ 40 ਮਿੰਟ ਦੇ ਵਿੱਚ। ਮਤਲਬ ਕਿ 100 ਮਿੰਟ ਦੇ ਵਿੱਚ ਜੋ ਉਹਦੀ ਗਰਲਫ੍ਰੈਂਡ ਹੈ ਬॉय ਦੀ, ਉਹ ਆਫਿਸ ਤੋਂ ਇਸ ਪਲੇਸ ਤੇ ਪਹੁੰਚੀ ਹੈ। ਤੇ ਇਹੀ ਡਿਸਟੈਂਸ ਜਿਹੜਾ ਬॉय ਸੀਗਾ ਉਹ 20 ਮਿੰਟ ਦੇ ਵਿੱਚ ਕਵਰ ਕਰਦਾ ਸੀ ਬॉय। ਤਾਂ ਹੁਣ ਡਿਸਟੈਂਸ ਸੇਮ ਹੋ ਗਿਆ। ਤਾਂ ਜੇ ਆਪਾਂ ਦੇਖੀਏ ਟਾਈਮ ਦੀ ਰੇਸ਼ੋ, ਬॉय ਉਹੀ ਡਿਸਟੈਂਸ ਨੂੰ 20 ਮਿੰਟ 'ਚ ਕਵਰ ਕਰਦਾ ਤੇ ਗਰਲ ਕਰਦੀ ਹੈ 100 ਮਿੰਟ ਦੇ ਵਿੱਚ। ਤਾਂ ਜੇ ਆਪਾਂ ਸਪੀਡ ਦੇਖਾਂਗੇ ਕਿੰਨੀ ਆ ਜਾਊਗੀ ਸਪੀਡ ਦੀ ਰੇਸ਼ੋ, 100/20 ਮਤਲਬ ਕਿ 5:1 ਆ ਜਾਊਗੀ, ਠੀਕ ਹੈ ਜੀ, 5:1 ਆ ਜਾਊਗੀ। ਹੁਣ ਉਸ ਤੋਂ ਬਾਅਦ ਕੀ ਕਹਿ ਰਿਹਾ, ਕਹਿੰਦਾ ਜੇ ਉਹਦੀ ਗਰਲਫ੍ਰੈਂਡ ਦੀ ਸਪੀਡ 40 ਹੈ ਤਾਂ 1 ਦੀ ਵੈਲਿਊ 40 ਹੈ, ਤਾਂ 5 ਦੀ ਵੈਲਿਊ ਕਿੰਨੀ ਆ ਜਾਊਗੀ 200 ਕਿਲੋਮੀਟਰ ਪਰ ਆਰ। ਆਪਸ਼ਨ ਕਿਹੜੀ ਆ ਜਾਊਗੀ, ਬੀ ਆਪਸ਼ਨ, ਠੀਕ ਹੈ ਜੀ। ਇਸ ਤਰ੍ਹਾਂ ਕੁਐਸਚਨ ਨੰਬਰ 38 ਕਰਨਾ ਆਪਾਂ ਨੇ। ਨੈਕਸਟ ਦੇਖੋ ਜੀ ਕੁਐਸਚਨ ਨੰਬਰ 39। ਹਾਂਜੀ ਕੁਐਸਚਨ ਨੰਬਰ 39 ਦੇਖੋ, ਆਫਟਰ 75 ਕਿਲੋਮੀਟਰ ਏ ਡੌਗ ਮੀਟ ਹਿਜ਼ ਮਾਸਟਰ। ਦੇਖੋ ਜੀ ਕੀ ਕਿਹਾ, ਕਹਿੰਦਾ ਇੱਕ ਡੌਗ 75 ਕਿਲੋਮੀਟਰ ਬਾਅਦ ਆਪਣੇ ਮਾਸਟਰ ਨੂੰ ਮੀਟ ਕੀਤਾ। Who orders the dog to move at slower speed than dog moves at a speed of 3/4 of its earlier speed and reaches his destination 38 minutes late? Had dog would have met
After 24 kilometer further, he would have reached destination 28 minute late. Find the speed of dog. देखो जी ਕੀ ਕਹਿ ਰਿਹਾ क्वेश्चन ਵਿੱਚ, ਬਹੁਤ ਵਧੀਆ क्वेश्चन ਹੈ ਇਹ। ਇੱਕ ਡੌਗ ਆਪਣੇ ਮਾਸਟਰ ਨੂੰ 75 ਕਿਲੋਮੀਟਰ ਬਾਅਦ ਮੀਟ ਕੀਤਾ। ਮੰਨ ਲਓ ਪੂਰੇ 75 ਕਿਲੋਮੀਟਰ ਡੌਗ ਦੇ ਕੰਪਲੀਟ ਹੋ ਗਏ, ਤਾਂ ਕੀ ਹੋਇਆ, ਤਾਂ ਉਸ ਤੋਂ ਬਾਅਦ ਉਹਦਾ ਮਾਸਟਰ ਮਿਲਿਆ, ਤਾਂ ਉਸ ਤੋਂ ਬਾਅਦ ਉਸਨੇ ਡੌਗ ਨੂੰ ਕਿਹਾ ਵੀ ਤੂੰ ਉਹਦੀ ਸਪੀਡ ਕੀ ਕਰੇ, ਸਲੋ ਕਰੇ। ਤਾਂ ਡੌਗ ਨੇ ਆਪਣੀ ਸਪੀਡ ਕਿੰਨੀ ਕਰਤੀ, 4 ਤੋਂ ਕਿੰਨੀ ਕਰਤੀ, 3 ਕਰਤੀ। ਠੀਕ ਹੈ ਜੀ। ਹੁਣ ਆਪਾਂ ਕੁਐਸਚਨ 'ਚ ਕਹਿ ਰਹੇ ਨੇ ਹੈਡ ਡੌਗ ਵੁੱਡ ਹੈਵ ਮੀਟ ਆਫਟਰ 24 ਕਿਲੋਮੀਟਰ ਫਰਦਰ, ਮਤਲਬ ਕਿ ਜੇ ਡੌਗ ਇਸ ਤੋਂ ਅੱਗੇ ਜਾ ਕੇ 24 ਕਿਲੋਮੀਟਰ ਤੇ ਜਾ ਕੇ ਮੀਟ ਕੀਤਾ ਹੁੰਦਾ, ਮਤਲਬ ਕਿ ਇਸ ਪਲੇਸ ਤੇ। ਠੀਕ ਹੈ ਜੀ। ਤਾਂ ਪਲੇਸ ਏ ਸੀਗਾ, ਜੇ ਮੰਨ ਲਓ ਪਲੇਸ ਬੀ ਤੇ ਮੀਟ ਕੀਤਾ ਹੁੰਦਾ ਤਾਂ ਉਹ 28 ਮਿੰਟ ਆਪਣੀ ਡੈਸਟੀਨੇਸ਼ਨ ਤੋਂ ਲੇਟ ਹੁੰਦਾ। ਪਹਿਲਾਂ ਹੋਇਆ ਸੀਗਾ 38 ਮਿੰਟ ਲੇਟ, ਹੁਣ ਹੁੰਦਾ 28 ਮਿੰਟ ਲੇਟ। ਮਤਲਬ ਕਿ ਉਹਦੀ ਉਰੇ ਤੱਕ ਸਪੀਡ ਰਹਿੰਦੀ 4 ਰਹਿੰਦੀ, ਇਸ ਤੋਂ ਬਾਅਦ ਜੋ ਆਪਣੀ ਸਪੀਡ ਉਹਨੇ ਕਰਨੀ ਸੀਗੀ 3 ਕਰਨੀ ਸੀ, ਕਿਉਂਕਿ ਇੱਥੇ ਉਹਦਾ ਬੀ ਪਲੇਸ ਤੇ ਮਾਸਟਰ ਮਿਲਦਾ ਜੀ, ਤਾਂ ਸਿਰਫ ਉਹ 28 ਮਿੰਟ ਹੀ ਲੇਟ ਹੋਣਾ ਸੀਗਾ। ਫਾਈਂਡ ਦਾ ਸਪੀਡ ਆਫ ਡੌਗ। ਦੇਖੋ ਜੀ ਕਿਵੇਂ ਕਰਾਂਗੇ ਇਸ ਕੁਐਸਚਨ ਨੂੰ ਆਪਾਂ। ਦੇਖੋ ਇੱਥੇ ਕੀ ਹੋ ਰਿਹਾ ਹੈਗਾ ਇਸ ਕੁਐਸਚਨ ਦੇ ਵਿੱਚ। ਹੁਣ ਦੇਖੋ ਜੀ, ਜਿਹੜਾ ਉਹ ਪਰਸਨ ਸੀਗਾ 24 ਕਿਲੋਮੀਟਰ ਅੱਗੇ ਗਿਆ, ਡੌਗ ਸੀ ਜਿਹੜਾ, ਤਾਂ ਹੁਣ ਦੇਖੋ ਇਸ 24 ਕਿਲੋਮੀਟਰ ਦੀ ਆਪਾਂ ਜੇ ਫਾਸਲਾ ਦੇਖੀਏ, ਇਸ 24 ਕਿਲੋਮੀਟਰ ਨੂੰ ਆਪਾਂ ਦੇਖ ਰਹੇ ਹਾਂ। ਦੇਖੋ ਪਹਿਲੇ ਕੇਸ 'ਚ ਕੀ ਸੀਗਾ, ਇੱਥੇ ਦੀ ਸਪੀਡ 4 ਸੀ, ਇਸ ਤੋਂ ਬਾਅਦ ਉਹਦੀ ਸਪੀਡ ਕਿੰਨੀ ਹੋ ਗਈ, 3 ਹੋ ਗਈ ਸੀ, ਮਤਲਬ ਕਿ ਉਰੇ ਦੀ ਸਪੀਡ ਕਿੰਨੀ ਹੋ ਗਈ, 3 ਹੋ ਗਈ। ਠੀਕ ਹੈ ਜੀ। ਤਾਂ ਹੁਣ ਅੱਗੇ ਆਪਾਂ ਨੂੰ ਕੀ ਕਿਹਾ ਜੀ ਇਹਨਾਂ ਨੇ, ਤਾਂ ਹੁਣ ਉਹਨੇ ਸੈਕਿੰਡ ਕੇਸ ਦੇ ਵਿੱਚ ਜੇ ਕਹਿੰਦਾ ਆਪਣੀ ਸਪੀਡ ਅੱਗੇ ਜਾ ਕੇ 3 ਕਰਦਾ, ਮਤਲਬ ਕਿ ਇੱਥੇ ਵੀ ਉਹਦੀ ਸਪੀਡ ਕਿੰਨੀ ਰਹਿੰਦੀ, 4 ਰਹਿੰਦੀ। ਤਾਂ ਹੁਣ ਦੇਖੋ ਜੇ ਆਪਾਂ ਇਸ ਪਲੇਸ ਤੋਂ ਅੱਗੇ ਦੇਖੀਏ, ਉਹਦੀ ਸਪੀਡ ਕਿੰਨੀ ਸੀ, 3 ਸੀ। ਇੱਥੇ ਵੀ ਇਸ ਪਲੇਸ ਤੋਂ ਅੱਗੇ ਦੀ ਸਪੀਡ ਕਿੰਨੀ ਸੀਗੀ, 3 ਸੀ। ਮਤਲਬ ਕਿ ਜਿਹੜਾ ਉਰੇ ਤੋਂ ਲੈ ਕੇ ਉਰੇ ਤੱਕ ਦਾ ਜਾਣ ਦਾ ਟਾਈਮ ਹੋਊਗਾ ਸੇਮ ਹੋਊਗਾ, ਇੱਥੇ ਵੀ ਸੇਮ ਹੋਊਗਾ। ਜਿਹੜਾ ਇਹ ਡਿਸਟੈਂਸ ਹੈ ਉਰੇ ਵੀ ਟਾਈਮ ਸੇਮ ਹੋਊਗਾ, ਉਰੇ ਵੀ ਟਾਈਮ ਉਹ ਸੇਮ ਕਵਰ ਕਰੂਗਾ ਡੌਗ। ਤਾਂ ਜਿਹੜਾ ਡੌਗ ਦਾ ਟਾਈਮ ਸੇਵ ਜਿਹੜਾ 10 ਮਿੰਟ ਉਹਦੇ ਲੈਸ ਹੋਏ ਨੇ, ਕਿਉਂ ਹੋਏ ਨੇ, ਕਿਉਂਕਿ ਇਸ 24 ਕਿਲੋਮੀਟਰ ਦੇ ਵਿੱਚ ਪਹਿਲਾਂ ਉਹਦੀ ਸਪੀਡ 3 ਸੀ, ਉਹਦੀ ਸਪੀਡ ਕਿੰਨੀ ਹੋ ਗਈ, 4 ਹੋ ਗਈ, ਤਾਂ ਉਹਦੇ 10 ਮਿੰਟ ਸੇਵ ਹੋ ਗਏ। ਤਾਂ ਮਤਲਬ ਕਿ ਇਸ 24 ਕਿਲੋਮੀਟਰ ਦੇ ਵਿੱਚ ਹੀ ਜਿਹੜੇ ਡੌਗ ਦੇ 10 ਮਿੰਟ ਸੇਵ ਹੋਏ ਨੇ। ਤਾਂ ਜੇ ਆਪਾਂ ਸਪੀਡ ਦੀ ਦੇਖੀਏ, ਆਪਾਂ ਰੇਸ਼ੋ ਡੌਗ ਦੀ ਕਿੰਨੀ ਬਣਦੀ ਹੈ, ਪਹਿਲਾਂ ਉਹਦੀ ਸਪੀਡ 3 ਸੀ, ਫਿਰ ਉਹਦੀ ਸਪੀਡ 4 ਹੋ ਗਈ। ਜੇ ਆਪਾਂ ਟਾਈਮ ਦੀ ਰੇਸ਼ੋ ਦੇਖਾਂਗੇ 4:3 ਬਣ ਗਈ। ਉਰੇ ਕਿੰਨੇ ਦਾ ਗੈਪ ਹੈ, 1 ਦਾ, 1 ਦੀ ਵੈਲਿਊ ਕਿੰਨੀ ਹੈ, 10 ਮਿੰਟ, ਤਾਂ 3 ਦੀ ਵੈਲਿਊ ਕਿੰਨੀ ਹੈਗੀ, 30 ਮਿੰਟ, ਮਤਲਬ ਕਿ ਹਾਫ ਆਰ। ਠੀਕ ਹੈ ਜੀ। ਤਾਂ ਮਤਲਬ ਕਿ ਡੌਗ ਨੇ ਜਿਹੜਾ ਇਹ 24 ਕਿਲੋਮੀਟਰ ਹੈ, ਇਹ ਉਹਨੇ ਹਾਫ ਆਰ ਦੇ ਵਿੱਚ ਕੰਪਲੀਟ ਕੀਤਾ, ਜਦੋਂ ਉਹਦੀ ਸਪੀਡ 4 ਸੀ। ਠੀਕ ਹੈ ਜੀ। ਉਦੋਂ ਆਪਾਂ ਨੇ ਡੌਗ ਦੀ ਐਕਚੁਅਲ ਸਪੀਡ ਪਤਾ ਕਰਨੀ ਹੈ, ਫਾਈਂਡ ਦਾ ਸਪੀਡ ਆਫ ਡੌਗ, ਮਤਲਬ ਕਿ ਜਦੋਂ ਉਹਦੀ ਸਪੀਡ 4 ਸੀ ਉਹ ਆਪਾਂ ਨੇ ਪਤਾ ਕਰਨੀ ਹੈ। ਜਦੋਂ ਡੌਗ, ਕਿਉਂਕਿ ਡੌਗ ਨੇ ਸਪੀਡ ਆਪਣੀ ਕਿੰਨੀ ਕੀਤੀ ਹੈ, 4 ਤੋਂ ਕਿੰਨੀ ਕਰਦਾ ਸੀਗਾ, 3 ਕਰਦਾ ਸੀਗਾ। ਤਾਂ ਮਤਲਬ ਆਪਾਂ ਉਹਦੀ ਐਕਚੁਅਲ ਸਪੀਡ ਪਤਾ ਕਰਾਂਗੇ ਡੌਗ ਦੀ, ਤਾਂ 4 ਵਾਲੀ ਵੈਲਿਊ ਆਪਾਂ ਨੇ ਪਤਾ ਕਰਨੀ ਹੈ। ਜਦੋਂ ਉਹਦੀ ਸਪੀਡ 4 ਸੀ ਤਾਂ ਟਾਈਮ ਕਿੰਨਾ ਸੀਗਾ, 3, ਤਾਂ 3 ਦੀ ਵੈਲਿਊ ਕਿੰਨੀ ਹੈ, 30 ਮਿੰਟ, ਮਤਲਬ ਕਿ ਹਾਫ ਆਰ। ਮਤਲਬ ਕਿ ਡੌਗ 24 ਕਿਲੋਮੀਟਰ ਨੂੰ, ਇਸ 24 ਕਿਲੋਮੀਟਰ ਨੂੰ ਹਾਫ ਆਰ 'ਚ ਕੰਪਲੀਟ ਕਰਤਾ ਸੀਗਾ। ਤੇ ਜੇ ਡੌਗ 24 ਕਿਲੋਮੀਟਰ ਨੂੰ ਹਾਫ ਆਰ 'ਚ ਕੰਪਲੀਟ ਕਰਦਾ ਤਾਂ ਡੌਗ 1 ਆਰ ਦੇ ਵਿੱਚ ਕਿੰਨਾ ਕਵਰ ਕਰ ਜੂਗਾ, 48 ਕਿਲੋਮੀਟਰ। ਤਾਂ 48 ਕਿਲੋਮੀਟਰ 1 ਆਰ 'ਚ ਟਰੈਵਲ ਕਰਦਾ, ਤਾਂ ਉਹਦੀ ਸਪੀਡ ਵੀ ਕਿੰਨੀ ਹੋਗੀ, 48 ਕਿਲੋਮੀਟਰ ਪਰ ਆਰ। ਤਾਂ ਆਪਸ਼ਨ ਬੀ ਕੀ ਆ ਜੂ ਇਹਦਾ ਸਹੀ ਆਂਸਰ। ਤਾਂ ਦੇਖੋ ਆਪਾਂ ਨੇ ਕਰਨਾ ਕੀ ਸੀ ਇਸ ਕੁਐਸਚਨ ਦੇ ਵਿੱਚ, ਕੀ ਕਰਾਂਗੇ ਆਪਾਂ, ਜਿੱਥੇ ਵੀ ਸਾਨੂੰ ਇਹ ਵਰਡ ਲਿਖਿਆ ਹੋਊਗਾ ਫਰਦਰ, ਮਤਲਬ ਕਿ ਅੱਗੇ 24 ਕਿਲੋਮੀਟਰ, 24 ਕਿਲੋਮੀਟਰ ਬਾਅਦ, ਤਾਂ ਆਪਾਂ ਸਿਰਫ ਇਹ 24 ਕਿਲੋਮੀਟਰ ਦਾ ਹੀ ਦੇਖਾਂਗੇ। ਮਤਲਬ ਇਸ 24 ਕਿਲੋਮੀਟਰ ਵਾਸਤੇ ਡੌਗ ਦੀ ਸਪੀਡ 3 ਤੋਂ 4 ਹੋਈ। ਠੀਕ ਹੈ ਜੀ। ਟਾਈਮ 4 ਤੋਂ ਕਿੰਨਾ ਹੋਇਆ, 3 ਹੋਇਆ। ਠੀਕ ਹੈ ਜੀ। ਤਾਂ ਉਹਦਾ ਹਾਫ ਆਰ ਸੇਵ ਹੋ ਗਿਆ, ਤਾਂ ਮਤਲਬ 3 ਦੀ ਵੈਲਿਊ ਹਾਫ ਆਰ ਆ ਗਈ, ਤਾਂ 4 ਦੀ ਵੈਲਿਊ ਆਪਾਂ ਨੇ ਫਾਈਂਡ ਕਰਨੀ ਹੈ। ਆਹ ਚੀਜ਼ ਕਰਨੀ ਆਪਾਂ ਨੇ ਸਿਰਫ ਇੰਨੀ। ਮਤਲਬ ਕਿ ਇਸ 24 ਕਿਲੋਮੀਟਰ ਅਬਾਊਟ ਹੀ ਸਾਰੀ ਗੇਮ ਘੁੰਮੂਗੀ। ਆਪਾਂ ਨੂੰ ਕੋਈ 75 ਨਹੀਂ ਦੇਖਣਾ, ਕੋਈ 38, ਮਤਲਬ ਇਹਨਾਂ ਦਾ ਡਿਫਰੈਂਸ ਦੇਖਣਾ 38 ਤੇ 28 ਦਾ, ਕਿਉਂਕਿ ਇਹ ਡਿਫਰੈਂਸ ਹੈ 10 ਮਿੰਟ ਦਾ, ਜਿਹੜਾ ਕਿ ਆਪਣੇ ਇੱਥੇ ਕੰਮ ਆਊਗਾ। ਠੀਕ ਹੈ ਜੀ। ਤਾਂ ਇਹ ਚੀਜ਼ ਆਪਾਂ ਨੇ ਦੇਖਣੀ ਹੈ। ਤਾਂ ਹੁਣ ਤੁਹਾਨੂੰ ਇੱਕ ਕੁਐਸਚਨ ਅੱਗੇ ਹੋਰ ਆ ਸਕਦਾ ਹੈ ਕਿ ਇਹ ਪੂਰੀ ਜਰਨੀ ਕਿੰਨੀ ਹੋਊਗੀ, ਇਹ ਕੁਐਸਚਨ ਵੀ ਸਾਨੂੰ ਆ ਸਕਦਾ ਹੈ। ਠੀਕ ਹੈ ਜੀ। ਇਹ ਵੀ ਬਹੁਤ ਸਿੰਪਲ ਕੁਐਸਚਨ ਹੈਗਾ। ਤਾਂ ਇਸ ਤਰ੍ਹਾਂ ਦੇ ਕੁਐਸਚਨ ਆਪਾਂ ਇੱਕ ਡਿਫੀਕਲਟ ਸੀਰੀਜ਼ ਕਰਾਂਗੇ, ਉਸ 'ਚ ਕਰਾਂਗੇ ਆਪਾਂ। ਠੀਕ ਹੈ ਜੀ। ਤਾਂ ਇਸ ਤੋਂ ਅੱਗੇ ਦੇਖੋ ਸੇਮ ਕੁਐਸਚਨ ਹੈ ਬਿਲਕੁਲ, ਇਹਦੇ ਨਾਲ ਦਾ ਕੁਐਸਚਨ ਨੰਬਰ 40। ਹਾਂਜੀ ਦੇਖੋ ਕੁਐਸਚਨ ਨੰਬਰ 40 ਕੀ ਹੈ। A boy after traveling 60 kilometer meet his father who counsels him to go slow. He then proceed at 5/8 of his
Former speed and arrives at his destination 69 minutes late. Had the meeting occurred 42 kilometers further, the boy would have reached its destination 48 minutes late. The speed of the boy. ਹੁਣ ਦੇਖੋ ਜੀ ਉਰੇ ਵੀ ਸੇਮ ਚੀਜ਼ ਹੈ, ਉਹਨੇ ਆਪਣੀ ਸਪੀਡ ਕਿੰਨੀ ਕਰ ਲਈ 8 ਤੋਂ 5 ਕੀਤੀ ਹੈ, ਤਾਂ ਕਿਸ ਦੇ ਵਿੱਚ ਦੇਖੋ ਉਹਦਾ 16 ਪਹਿਲਾਂ ਉਹ ਲੇਟ ਸੀਗਾ 69 ਮਿੰਟ ਲੇਟ ਸੀਗਾ, ਹੁਣ ਉਹ ਕਿੰਨਾ ਲੇਟ ਹੈ 48 ਮਿੰਟ, ਮਤਲਬ ਕਿੰਨੇ ਦਾ ਡਿਫਰੈਂਸ ਹੈ ਉਰੇ, ਉਰੇ ਡਿਫਰੈਂਸ ਹੈ 21 ਦਾ। ਇਹ ਰੇਸ਼ੋ ਆ ਗਈ ਸਪੀਡ ਦੀ, ਇਹ ਆ ਗਈ ਰੇਸ਼ੋ ਟਾਈਮ ਦੀ, 5 ਤੋਂ ਕਿੰਨੀ ਹੋ ਗਈ 8, ਤਾਂ 3 ਦੀ ਵੈਲਿਊ ਕਿੰਨੀ ਆ ਗਈ 21 ਮਿੰਟ ਆ ਗਈ, 1 ਦੀ ਵੈਲਿਊ ਕਿੰਨੀ ਆ ਗਈ 7 ਮਿੰਟ, ਤਾਂ 5 ਦੀ ਵੈਲਿਊ ਕਿੰਨੀ ਆ ਜਾਊਗੀ 35 ਮਿੰਟ। ਤਾਂ ਜਿਹੜਾ ਇਹ ਡਿਫਰੈਂਸ ਆਇਆ 21 ਮਿੰਟ ਦਾ, ਕਿਹਦੇ ਵਿੱਚ ਆਇਆ ਸਿਰਫ 42 ਕਿਲੋਮੀਟਰ 'ਚ ਹੀ ਆਊਗਾ, ਤਾਂ 42 ਕਿਲੋਮੀਟਰ ਨੂੰ ਜੇ ਕਿਸੇ ਨੇ 35 ਮਿੰਟ 'ਚ ਟਰੈਵਲ ਕਰਨਾ ਹੋਵੇ ਤਾਂ ਉਹਦੇ ਆਪਾਂ ਆਰਸ ਦੇ ਵਿੱਚ ਚੇਂਜ ਕਰ ਲਏ ਬਾਈ 60 ਕਰਤਾ, ਤਾਂ ਕਿੰਨੀ ਸਪੀਡ ਨਾਲ ਕਰੂਗਾ, 7 ਤੇ ਕੈਂਸਲ ਕਰਾਂਗੇ 6 ਆ ਗਿਆ, 5 ਆ ਗਿਆ, ਉਹਦੇ 12 ਆ ਗਿਆ, 12 6 72 ਕਿਲੋਮੀਟਰ ਆਨਸਰ ਹੈ। ਠੀਕ ਹੈ ਜੀ, ਪਹਿਲਾਂ ਇਸ ਤੋਂ 39 ਕੁਐਸਚਨ ਦੇਖ ਲਓ, ਬਿਲਕੁਲ ਉਹਦੇ ਨਾਲ ਦਾ ਜਿਹੜਾ ਇਹ 42 ਕਿਲੋਮੀਟਰ ਫਰਦਰ ਹੁੰਦਾ ਉਰੇ ਹੀ ਸਾਰਾ ਕੁਝ ਡਿਫਰੈਂਸ ਆਉਂਦਾ ਹੈਗਾ, ਕਿਉਂਕਿ ਇਸ 42 ਕਿਲੋਮੀਟਰ ਨੂੰ ਪਾਰ ਕਰਨ ਦੇ ਵਿੱਚ ਹੀ ਉਹਨਾਂ ਦਾ 21 ਮਿੰਟ ਦਾ ਜਿਹੜਾ ਡਿਫਰੈਂਸ ਆਇਆ ਉਹ ਆਇਆ। ਠੀਕ ਹੈ ਜੀ, ਕਿਉਂਕਿ ਉਦੋਂ ਪਹਿਲਾਂ ਵੀ ਸਪੀਡ ਉਹਨਾਂ ਦੀ ਸੇਮ ਹੋਊ, ਉਦੋਂ ਬਾਅਦ 'ਚ ਵੀ ਸਪੀਡ ਸੇਮ ਹੋਊਗੀ, ਕਿਉਂਕਿ ਜਿਹੜਾ 42 ਕਿਲੋਮੀਟਰ ਬਾਅਦ ਉਹ ਸਪੀਡ ਚੇਂਜ ਕਰੂਗਾ ਤਾਂ ਉੱਥੇ ਹੀ ਡਿਫਰੈਂਸ ਆਊਗਾ। ਤਾਂ ਪਲੀਜ਼ ਇਹਦੇ ਵਾਸਤੇ ਕੁਐਸਚਨ ਨੰਬਰ 39 ਦੇਖੋ, ਦੁਬਾਰਾ ਸਮਝੋ ਉਹਨੂੰ, ਫਿਰ ਇਸ 'ਤੇ ਕਰੋ। ਠੀਕ ਹੈ ਜੀ, ਤਾਂ ਆਪਣੇ ਕੋਲ 40 ਕੁਐਸਚਨ ਹੋ ਗਏ ਕੰਪਲੀਟ ਇਹਦੇ, ਤਾਂ ਜੋ ਨੈਕਸਟ ਕੁਐਸਚਨ ਨੇ ਉਹ ਤੁਸੀਂ ਆਪ ਕਰਨੇ ਨੇ। ਠੀਕ ਹੈ ਜੀ, ਕਲਾਸ 2 ਦੇ। ਠੀਕ ਹੈ ਜੀ, ਥੈਂਕ ਯੂ।